हम करिए शुरू। हाँ जी हाँ जी, शुरू करो बच्चा। वाहेगुरु जी का खालसा, वाहेगुरु जी की फतेह। गुर तेग बहादुर सिमरिए, कारनो नित आवे ताए, सब थाई होए सहाय। राग तिलंग महला नौमा, चेतना है तो चेत ले, चेतना है तो चेत ले, चेतना है तो चेत ले, चेतना है तो चेत ले। निस दिन में प्राणी, निस दिन में तानी, छिन छिन औद बेहार, छिन छिन औद बेहार, छूटे कट ज्यों पानी। छूटे कट ज्यों पानी, चेतना है तो चेत ले, चेतना है तो चेत ले। हर गुण काहे न गावही, हर गुण काहे न गावही, मूरख अज्ञाना। मूरख अज्ञाना, झूठे लालच लाग के, झूठे लालच लाग के, नह मरन पछाना। नह मरन पछाना, चेतना है तो चेत ले, चेतना है तो चेत ले। निस दिन में प्राणी, निस दिन में प्राणी, चेतना है तो चेत ले, चेतना है तो चेत ले। हर अजहू कछ बिगड़ो नहीं, अजहू कछ बिगड़ो नहीं, जो प्रभु के गुण गावे। जो प्रभु के गुण गावे, कहो नानक ते भजन ते। कहो नानक ते भजन ते, निर्भय पद पावे।
ले निस दिन मैं प्राणी, निस दिन मैं प्राणी, छिन छिन औद बेहार, छिन छिन औद बेहार, फूटे कट जयो पानी, फूटे कट जयो पानी, चेतना है तो चेत ले, चेतना है तो चेतना है तो चेतना है तो चेत ले। वाहेगुरु जी का खालसा, वाहेगुरु जी की फतेह। चेतना है तो चेत ले निज दिन में प्राणी, छिन छिन औद बेहात है फूटे घट जीव पानी। सो गुरु ਸਾਹਿਬ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦੱਸਿਆ ਹੈ ਕਿ ਇਹੀ ਵੇਲਾ ਹੈ ਜਿਸ ਨੂੰ ਅਸੀਂ ਸੰਭਾਲ ਲਈਏ। ਸੋ ਹੋਰ ਬਹੁਤਾ ਸਮਾਂ ਨਾ ਲੈਂਦੇ ਹੋਏ ਮੈਂ ਪੰਜਾਬੀ ਵਿਭਾਗ ਦੇ ਕਨਵੀਨਰ, ਇਸ ਲੈਕਚਰ ਲੜੀ ਦੇ ਕਨਵੀਨਰ ਤੇ ਮੁਖੀ ਡਾਕਟਰ ਮਨਜੀਤ ਕੌਰ ਜੀ ਨੂੰ ਗੁਜ਼ਾਰਿਸ਼ ਕਰਾਂਗੀ ਕਿ ਉਹ ਇਸ ਲੈਕਚਰ ਲੜੀ ਬਾਰੇ ਅਤੇ ਇਸ ਸਾਡੇ ਮੁੱਖ ਮਹਿਮਾਨਾਂ ਬਾਰੇ ਜੋ ਹੈ ਜਾਣਕਾਰੀ ਸਾਡੇ ਸਾਰਿਆਂ ਦੇ ਨਾਲ ਸਾਂਝਾ ਕਰਨ। ਡਾਕਟਰ ਮਨਜੀਤ ਕੌਰ ਜੀ। ਸਤਿਕਾਰਯੋਗ ਅੱਜ ਦੀ ਇਸ ਲੜੀ ਵਿੱਚ ਸ਼ਿਰਕਤ ਕਰਨ ਵਾਲੇ ਵਿਦਵਾਨ ਸਾਹਿਤਕਾਰ, ਪ੍ਰਿੰਸੀਪਲ ਸਾਹਿਬ ਤੇ ਸਹਿਯੋਗੀ ਤੇ ਵਿਦਿਆਰਥੀ, ਆਪ ਸਭ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਨੂੰ ਸਮਰਪਿਤ ਇਸ ਲੈਕਚਰ ਲੜੀ ਵਿੱਚ ਬਹੁਤ ਬਹੁਤ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਹਿਲੇ ਹੀ ਮਹਿੰਦਰ ਨੇ ਦੱਸਿਆ ਕਿ ਅੱਜ ਦਾ ਜਿਹੜਾ ਦੌਰ ਹੈ ਉਹ ਇੱਕ ਬੰਦ ਦੌਰ ਹੈ, ਜਿਹਦੇ ਵਿੱਚ ਹਰ ਬੰਦਾ ਆਪਣੇ ਘਰ ਵਿੱਚ ਬੈਠਾ ਕੰਮ ਕਰ ਰਿਹਾ ਹੈ ਔਰ ਕਈ ਤਰ੍ਹਾਂ ਦੇ ਮਾਨਸਿਕ ਤਣਾਵਾਂ ਦਾ ਉਹ ਸ਼ਿਕਾਰ ਹੈ। ਤੇ ਇਹ ਦੌਰ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਨੂੰ ਕੌਣ ਬੰਦਾ ਅਗਵਾਈ ਦੇ ਸਕਦਾ ਹੈ ਜਾਂ ਸਾਡੀ ਰਹਿਨੁਮਾਈ ਕਰ ਸਕਦਾ ਹੈ, ਤੇ ਅਸੀਂ ਫਿਰ ਬਾਣੀ ਵੱਲ ਮੁੜਦੇ ਹਾਂ। ਔਰ ਖਾਸ ਕਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਗੱਲ ਕਰਦੇ ਹਾਂ ਤੇ ਉਹ ਤੇ ਸਾਨੂੰ ਸਿਖਾਉਂਦੀ ਇਹੀ ਹੈ ਸਹਿਨਸ਼ੀਲਤਾ ਤੇ ਸਹਿਜਮਈ ਕਿਵੇਂ ਰਹਿਣਾ ਔਖੇ ਤੋਂ ਔਖੇ ਮਾਹੌਲ ਵਿੱਚ। ਤੇ ਇਸੇ ਭਾਵਨਾ ਦੇ ਅੰਤਰਗਤ ਅਸੀਂ ਇਸ ਲੜੀ ਨੂੰ ਸ਼ੁਰੂ ਕਰਨ ਜਾ ਰਹੇ ਹਾਂ, ਜਿਹੜੀ ਕਿ ਅੱਜ ਸਾਡੀ ਪਹਿਲੀ ਲੜੀ ਹੈ। ਔਰ ਇਸ ਵਿੱਚ ਅਸੀਂ ਇਹ ਇੱਕ ਲੜੀ ਹੀ ਨਹੀਂ, ਅਸੀਂ ਇਹਨੂੰ ਇੱਕ ਪ੍ਰੋਜੈਕਟ ਵਾਂਗ ਲੈ ਰਹੇ ਹਾਂ, ਜਿਹਦੇ ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਵੱਖ-ਵੱਖ ਜਿਹੜੇ ਉਹਨਾਂ ਦੇ ਵਿਚਾਰਧਾਰਾ ਹੈ, ਉਹਨਾਂ ਦੀ ਚਿੰਤਨ ਹੈ, ਉਹਨਾਂ ਦੀਆਂ ਯਾਤਰਾਵਾਂ ਕਿਹੜੀਆਂ ਨੇ, ਟਰੈਵਲਿੰਗਸ ਜਦੋਂ ਉਹਨਾਂ ਨੇ ਕੀਤੀਆਂ, ਜਾਂ ਅੱਜ ਦੇ ਦੌਰ ਵਿੱਚ ਉਹਦੀ ਕੀ ਸਾਰਥਕਤਾ ਹੈ, ਜਾਂ ਮੀਡੀਆ ਦਾ ਕੀ ਰੋਲ ਹੈ, ਇਹ ਸਾਰੇ ਵਿਸ਼ਿਆਂ ਨੂੰ ਅਸੀਂ ਇਸ ਆਪਣੇ ਲੈਕਚਰ ਲੜੀ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਇੱਕ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਜਿਹੜੇ ਵੱਖ-ਵੱਖ ਸੱਭਿਆਚਾਰ, ਵੱਖ-ਵੱਖ ਖਿੱਤੇ ਜਾਂ ਵੱਖ-ਵੱਖ ਭਾਸ਼ਾਵਾਂ ਦੇ ਲੋਕ ਨੇ, ਉਹ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਦੇਖਦੇ ਨੇ ਤੇ ਉਹ ਕਿਵੇਂ ਮਹਿਸੂਸ ਕਰਦੇ ਨੇ ਜਾਂ ਕਿਵੇਂ ਦੇਖਦੇ ਨੇ, ਉਹ ਸਾਰੇ ਇਸ ਆਪਣੇ ਲੈਕਚਰ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਅੱਜ ਜਦ ਇਸ ਲੈਕਚਰ ਲੜੀ ਬਾਰੇ ਮੈਂ ਆਪਣੇ ਪ੍ਰਿੰਸੀਪਲ ਡਾਕਟਰ JB ਸਿੰਘ ਜੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਸਾਨੂੰ ਹੁਲਾਰਾ ਦਿੱਤਾ, ਇੱਕ ਹੌਸਲਾ ਅਫਜ਼ਾਈ ਕੀਤੀ ਕਿ ਤੁਸੀਂ ਸ਼ੁਰੂ ਕਰੋ। ਤੇ ਅੱਜ ਦੀ ਜਿਹੜੀ ਹੈ ਪਹਿਲੀ ਲੜੀ, ਇਸ ਲੜੀ ਦੀ ਅੱਜ ਸ਼ੁਰੂਆਤ ਹੈ, ਜਿਹਦੇ ਵਿੱਚ ਅੱਜ ਪਹਿਲਾ ਲੈਕਚਰ ਹੈ। ਔਰ ਇਹਦੇ ਵਿੱਚ ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਡੇ ਇੱਕ ਉੱਘੇ ਚਿੰਤਕ, ਆਲੋਚਕ ਤੇ ਕਵੀ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ ਜਿਹੜੇ ਨੇ ਉਹ ਉਦਘਾਟਨੀ ਬੋਲ ਬੋਲਣਗੇ। ਔਰ ਡਾਕਟਰ ਮਨਮੋਹਨ ਜਿਹੜੇ ਨੇ ਉਹ ਵੀ ਕਿਸੇ ਤਾਰੀਫ ਜਾਂ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹਨ, ਉਹਨਾਂ ਨੂੰ ਹਰੇਕ ਬੰਦਾ ਜਾਣਦਾ ਉਹਨਾਂ ਦੀਆਂ ਰਚਨਾਵਾਂ ਨੂੰ। ਉਹ ਇਸ ਲੜੀ ਵਿੱਚ ਜੀਵਤ ਭਾਸ਼ਣ ਦੇਣਗੇ। ਔਰ ਜਿਹੜਾ ਮੁੱਖ ਭਾਸ਼ਣ ਹੈ ਡਾਕਟਰ ਗੁਰਦਰਸ਼ਨ ਸਿੰਘ ਜੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਤਿਹਾਸ ਦੇ ਜਿਹੜੇ ਪ੍ਰੋਫੈਸਰ ਨੇ, ਉਹ ਇਤਿਹਾਸਿਕ ਦ੍ਰਿਸ਼ਟੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਣੀ ਦਾ ਜਿਹੜਾ ਉਹ ਗੱਲ ਕਰਨਗੇ। ਔਰ ਇਹਨਾਂ ਸਭ ਵਿੱਚ ਜਿਹੜਾ ਸਾਡੇ ਨਾਲ ਸਾਡੇ ਵਿਭਾਗ ਦੇ ਮੁਖੀ ਜਿਹੜੇ ਨੇ ਡਾਕਟਰ ਰਵੀ ਰਵਿੰਦਰ ਜੀ, ਜਿਹੜੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਅੱਜ ਕੱਲ੍ਹ ਹੈਡ ਨੇ,
ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਸ਼ਾਇਦ ਉਹ ਪਹਿਲੀ ਵਾਰ ਸਾਡੇ ਨਾਲ ਜੁੜ ਰਹੇ ਨੇ ਕਾਲਜ ਵਿੱਚ, ਤੇ ਬਹੁਤਾ ਸਮਾਂ ਨਾ ਲੈਂਦੇ ਹੋ ਮੈਂ ਆਪਣੇ ਪ੍ਰਿੰਸੀਪਲ ਡਾਕਟਰ ਜੇਬੀ ਸਿੰਘ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਅੱਜ ਦੇ ਮਹਿਮਾਨਾਂ ਦਾ ਔਰ ਚਿੰਤਕਾਂ ਦਾ ਜਿਹੜਾ ਨਾ ਉਹ ਸਵਾਗਤ ਕਰਨ। ਡਾਕਟਰ ਜੇਬੀ ਸਿੰਘ ਜੀ। ਧੰਨਵਾਦ ਡਾਕਟਰ ਮਨਜੀਤ ਕੌਰ ਜੀ। ਅਸੀਂ ਬਹੁਤ ਖੁਸ਼ਕਿਸਮਤ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਇਸ ਵੈਬੀਨਾਰ ਦੀ ਲੜੀ ਦੇ ਵਿੱਚ ਉੱਘੇ ਵਿਦਵਾਨ ਜਿਨ੍ਹਾਂ ਵਿੱਚ ਡਾਕਟਰ ਸੁਦੀਪ ਪਾਤਰ ਜੀ, ਸ਼੍ਰੀ ਜੀਤ ਪਾਤਰ ਜੀ, ਡਾਕਟਰ ਮਨਮੋਹਨ ਸਿੰਘ ਜੀ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਸਾਡੇ ਪੰਜਾਬੀ ਵਿਭਾਗ ਦੇ ਦਿੱਲੀ ਯੂਨੀਵਰਸਿਟੀ ਦੇ ਮੁਖੀ ਡਾਕਟਰ ਰਵੀ ਰਵਿੰਦਰ ਜੀ, ਇਹਨਾਂ ਸਾਰੇ ਮਹਿਮਾਨਾਂ ਦਾ ਮੈਂ ਕਾਲਜ ਦੀ ਮੈਨੇਜਮੈਂਟ ਵੱਲੋਂ, ਸਟਾਫ ਵੱਲੋਂ, ਬੱਚਿਆਂ ਵੱਲੋਂ ਬੜਾ ਨਿੱਘਾ ਸਵਾਗਤ ਕਰਦਾ ਹਾਂ ਅਤੇ ਇਹ ਵੀ ਆਸ਼ਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਸਾਡੇ ਪੰਜਾਬੀ ਵਿਭਾਗ ਦੀ ਜਿਹੜੀ ਹੈ ਹੌਸਲਾ ਅਫਜ਼ਾਈ ਕਰਦੇ ਰਹੋਗੇ ਤੇ ਸਾਨੂੰ ਚੰਗੇ ਕੰਮਾਂ ਦੇ ਲਈ ਪ੍ਰੇਰਨਾ ਦਿੰਦੇ ਰਹੋਗੇ, ਕਿਉਂਕਿ ਤੁਹਾਡੀ ਸ਼ਮੂਲੀਅਤ ਦੇ ਨਾਲ ਹੀ ਸਾਡੀ ਫੈਕਲਟੀ ਦਾ, ਬੱਚਿਆਂ ਦਾ ਉਤਸ਼ਾਹ ਜਿਹੜਾ ਹੈ ਉਹ ਦੁੱਗਣਾ ਹੋ ਜਾਂਦਾ ਹੈ। ਪਹਿਲੀ ਲੜੀ ਵਿੱਚ ਸ਼ਾਮਲ ਹੋ ਰਹੇ ਹੋ ਤੇ ਇਸ ਦੇ ਲਈ ਹੋਰ ਵੀ ਜ਼ਿਆਦਾ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅਸੀਂ ਜਦੋਂ ਇਸ ਵਿਸ਼ੇ ਡਾਕਟਰ ਮਨਜੀਤ ਕੌਰ ਹੋਰਾਂ ਦੇ ਨਾਲ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਸੀਗੇ ਤਾਂ ਇਹ ਸੋਚ ਸਾਡੇ ਸਾਹਮਣੇ ਆਈ ਕਿ ਅਸੀਂ ਇਹਨਾਂ ਦੇ ਅਲੱਗ-ਅਲੱਗ ਪਹਿਲੂਆਂ ਬਾਰੇ ਜਿਹੜੇ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਖ-ਵੱਖ ਜੀਵਨ ਦੇ, ਬਾਣੀ ਦੇ ਫਲਸਫੇ ਜਿਹੜੇ ਨੇ ਉਹਨਾਂ ਨੂੰ ਅਸੀਂ ਬੱਚਿਆਂ ਤੱਕ ਪਹੁੰਚਾ ਸਕੀਏ, ਕਿਉਂਕਿ ਪਨੀਰੀ ਸਾਡੀ ਜਿਹੜੀ ਹੈ ਉਹ ਬੱਚੇ ਹੀ ਨੇ। ਜੇ ਉਹਨਾਂ ਦੇ ਦਿਮਾਗ ਦੇ ਵਿੱਚ, ਉਹਨਾਂ ਦੇ ਜਿਹੜੀ ਪਰਸਨੈਲਿਟੀ ਦੇ ਵਿੱਚ ਉਹ ਜਿਹੜੀਆਂ ਗੁਰੂ ਸਾਹਿਬ ਦੀਆਂ ਦਿੱਤੀਆਂ ਹੋਈਆਂ ਵਿਚਾਰਾਂ ਨੇ, ਜੋ ਅਸੀਂ ਕਲੀਲ ਕਰ ਸਕੀਏ ਤਾਂ ਮੇਰੇ ਖਿਆਲ ਦੇ ਵਿੱਚ ਇਹ ਸਾਡੀ ਕੰਟਰੀਬਿਊਸ਼ਨ ਹੋਏਗੀ, ਸਾਡੀ ਦੇਣ ਹੋਏਗੀ ਆਉਣ ਵਾਲੀ ਪਨੀਰੀ ਨੂੰ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਜਦੋਂ ਅਸੀਂ ਉਸ ਸਮੇਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਨਾ ਕੇਵਲ ਉਹਨਾਂ ਨੇ ਬਾਣੀ ਦੀ ਰਚਨਾ ਕੀਤੀ, ਬਟ ਉਹਨਾਂ ਦੇ ਜਿਹੜਾ ਹੈ ਅਸੀਂ ਜਦੋਂ ਉਹਨਾਂ ਦਾ ਨਾਂ ਲੈਂਦੇ ਹਾਂ ਤਾਂ ਸੰਜੀਦਗੀ ਵੀ ਸਾਡੇ ਮਨਾਂ ਦੇ ਵਿੱਚ ਆਉਂਦੀ ਹੈ, ਕਿਉਂਕਿ ਉਹਨਾਂ ਦੀ ਬਾਣੀ ਇਸੇ ਪ੍ਰਕਾਰ ਦੀ ਹੈ ਕਿ ਸਾਨੂੰ ਸੰਜਮ ਦੇ ਲਈ, ਸਾਨੂੰ ਸੰਜਮ ਵੱਲ ਲਿਜਾਂਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਕਲਿਤ ਉਹਨਾਂ ਦੀ ਬਾਣੀ ਸਾਨੂੰ ਬਹੁਤ ਹੀ ਆਤਮਿਕ ਸ਼ਾਂਤੀ ਪ੍ਰਦਾਨ ਕਰਦੀ ਹੈ। ਜਦੋਂ ਬਾਣੀ ਦੇ ਵੱਖ-ਵੱਖ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਕਲਿਤ ਜਿਹੜੀ ਬਾਣੀ ਹੈ ਉਹਨੂੰ ਅਸੀਂ ਅਲੱਗ-ਅਲੱਗ ਜਦੋਂ ਸਮੇਂ ਦੇ ਉੱਪਰ ਅਲੱਗ-ਅਲੱਗ ਉਚਾਰਨ ਕਰਦੇ ਹਾਂ ਤਾਂ ਇੱਕ ਵੱਖਰਾ ਅਹਿਸਾਸ ਸਾਡੇ ਮਨਾਂ ਦੇ ਉੱਪਰ, ਸਾਡੇ ਚਿੰਤਨ ਦੇ ਵਿੱਚ ਹੁੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ, ਜਿਵੇਂ ਡਾਕਟਰ ਮਨਜੀਤ ਕੌਰ ਕਹਿ ਰਹੇ ਸਨ ਕਿ ਉਹਨਾਂ ਨੇ ਅੰਥਕ ਸਫ਼ਰ ਵੀ ਕੀਤਾ, ਉਦਾਸੀਆਂ ਉਹਨਾਂ ਦੀਆਂ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਅਸਾਮ ਤੱਕ ਜਾਂਦਿਆਂ ਹੋਇਆ ਉਹਨਾਂ ਨੇ ਸਮੁੱਚੇ ਭਾਰਤ ਦੇ ਵਿੱਚ ਇੱਕ ਸਿੱਖ ਜਿਹੜੀ ਸੰਗਤ ਹੈ ਉਹਨੂੰ ਸੰਗਠਿਤ ਕਰਨ ਦੀ ਇੱਕ ਜਿਹੜੀ ਰਚਨਾ ਸ਼ੁਰੂਆਤ ਹੋਈ ਹੈ ਮੇਰੇ ਖਿਆਲ ਦੇ ਵਿੱਚ ਉਹਨਾਂ ਤੋਂ ਹੀ ਹੋਈ ਹੈ। ਬਾਅਦ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਇਹ ਖਾਲਸਾ ਰੂਪ ਦੇ ਵਿੱਚ ਧਾਰਨਾ ਕੀਤੀ ਤਾਂ ਮੇਰੇ ਖਿਆਲ ਉਹਦੇ ਬੀਜ ਜਿਹੜੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਯਾਤਰਾ ਦੇ ਦੌਰਾਨ ਹੀ ਬੀਜ ਦਿੱਤੇ ਸੀਗੇ, ਕਿਉਂਕਿ ਉਹਨਾਂ ਦੀਆਂ ਜਥੇਬੰਦੀਆਂ ਹਰ ਜ਼ਬਰ ਦੇ ਖਿਲਾਫ ਸੀਗੀਆਂ। ਅਸੀਂ ਉਸੇ ਨੂੰ ਅੱਗੇ ਲਿਜਾਂਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੇ ਜਿਹੜਾ ਹੈ ਸਿੱਖ ਪੰਥ ਦੀ ਸਾਜਨਾ ਕੀਤੀ ਹੈ। ਗੁਰੂ ਤੇਗ ਬਹਾਦਰ ਦੇ ਜੀਵਨ ਦੇ ਵਿੱਚ ਕੁਝ ਅਜਿਹੀਆਂ ਸਾਨੂੰ ਮਿਸਾਲਾਂ ਮਿਲਦੀਆਂ ਨੇ ਕਿ ਉਹਨਾਂ ਤੋਂ ਸਾਨੂੰ ਬਹੁਤ ਸਿੱਖਿਆ ਕਰਨ ਦੇ, ਦੁਨੀਆ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਅਜਿਹੀਆਂ ਚੀਜ਼ਾਂ ਦੇਖਣ ਨੂੰ ਬਹੁਤ ਘੱਟ ਮਿਲੀਆਂ ਨੇ। ਆਪਣੇ ਵਿਚਾਰਾਂ ਦੀ ਆਜ਼ਾਦੀ ਲਈ ਉਹਨਾਂ ਨੇ ਜਿਵੇਂ ਕੁਰਬਾਨੀਆਂ ਦਿੱਤੀਆਂ ਤੇ ਇੱਕ ਧਰਮ ਦੇ ਆਗੂ ਨੇ ਕਿਸੇ ਹੋਰ ਧਰਮ ਚਿੰਤਾ ਦੇ ਹੋਂਦ ਨੂੰ ਬਰਕਰਾਰ ਰੱਖਣ ਲਈ ਜਿਹੜੀ ਕੁਰਬਾਨੀ ਦਿੱਤੀ ਹੈ ਉਹ ਮਿਸਾਲ ਜਿਹੜੀ ਹੈ ਮੇਰੇ ਖਿਆਲ ਕਿਤੇ ਹੋਰ ਨਹੀਂ ਮਿਲਦੀ। ਉਸ ਸਮਿਆਂ ਦੌਰਾਨ ਜਦੋਂ ਔਰੰਗਜ਼ੇਬ ਨੇ ਕਹਿਰ ਢਾਣੇ ਸ਼ੁਰੂ ਕੀਤੇ ਸੀਗੇ ਤਾਂ ਗੁਰੂ ਸਾਹਿਬ ਦੀ ਕੁਰਬਾਨੀ ਦਾ ਜਿਹੜਾ ਸੁਨੇਹਾ ਹੈ ਉਹ ਮਜ਼ਲੂਮ ਜਨਤਾ ਵਿੱਚ ਇੱਕ ਨਵੀਂ ਰੂਹ ਫੂਕਣ ਦਾ ਉਹਨਾਂ ਨੇ ਕੰਮ ਕੀਤਾ ਸੀਗਾ। ਉਹਨਾਂ ਦਾ ਜਿਹੜਾ ਵਿਚਾਰ ਸੀ ਕਿ ਮੇਰੀ ਕੁਰਬਾਨੀ ਜਿਹੜੀ ਹੈ ਸ਼ਾਇਦ ਲੋਕਾਂ ਦੇ ਵਿੱਚ ਨਵੀਂ ਚੇਤਨਾ ਲੈ ਕੇ ਆਏਗੀ, ਕਿਉਂਕਿ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਜਿਹੜੀ ਮਨੁੱਖੀ ਅਧਿਕਾਰਾਂ ਦਾ ਜਿਹੜਾ ਹਨਨ ਹੈ ਉਹ ਇਸ ਪ੍ਰਕਾਰ ਮੇਰੇ ਸ਼ਹੀਦੀ ਦੇ ਨਾਲ ਸ਼ਾਇਦ ਬੰਦ ਹੋਣਾ ਸ਼ੁਰੂ ਹੋ ਜਾਵੇਗਾ। ਉਹਨਾਂ ਨੇ
ਵਿਚਾਰਾਂ ਦੀ ਵੰਨ ਸੁਵੰਨਤਾ, ਵਿਭਿੰਨਤਾ, ਉਹਨਾਂ ਸਾਰੇ ਜਿਹੜੇ ਪਹਿਲੂਆਂ ਦੀ ਬੜੀ ਪੈਰਵੀ ਕੀਤੀ ਹੈ। ਜੋ ਸੱਤਾਧਾਰ ਹੁਕਮਰਾਨ ਜਿਹੜੇ ਨੇ ਹੰਕਾਰ 'ਚ ਆ ਜਾਂਦੇ ਨੇ, ਉਹਨਾਂ ਦੀ ਵਿਚਾਰਧਾਰਾ ਦੇ ਅਨੁਸਾਰ ਮੂਲ ਸਮੇਤ ਫਨਾਹ ਵੀ ਹੋ ਜਾਂਦੇ ਨੇ, ਕਿਉਂਕਿ ਹੰਕਾਰ ਦੇ ਵਿੱਚ ਜਦੋਂ ਆਦਮੀ ਰਾਜ ਕਰਦਾ ਹੈ ਤਾਂ ਉਹਦਾ ਪਤਨ ਵੀ ਜਿਹੜਾ ਹੈ ਨਿਸ਼ਚਿਤ ਹੀ ਹੋ ਜਾਂਦਾ ਹੈ। ਗੁਰੂ ਸਾਹਿਬ ਦੀ ਇੱਕ ਦੋ ਗੱਲਾਂ ਜਿਹੜੀਆਂ ਨੇ ਸਾਡੇ ਜਹਨ ਦੇ ਵਿੱਚ ਅਜਿਹੀਆਂ ਵਸ ਗਈਆਂ ਨੇ ਕਿ ਉਹਨਾਂ ਦਾ ਜਿਹੜਾ ਮੂਲ ਹੈ ਉਹ ਸਾਨੂੰ ਕਦੇ ਭੁੱਲ ਨਹੀਂ ਸਕਦਾ, ਕਿਉਂਕਿ ਪ੍ਰੋਫੈਸਰ ਸਤਬੀਰ ਸਿੰਘ ਵੀ ਕਹਿੰਦੇ ਨੇ ਕਿ ਉਹਨਾਂ ਨੇ ਇੱਕ ਉਲਟੀ ਗੰਗਾ ਬਹਾਉਣ ਦੀ ਗੱਲ ਵੀ, ਉਹਨਾਂ ਦੀ ਜੋ ਉਹਨਾਂ ਨੇ ਉਲਟੀ ਗੰਗਾ ਵੀ ਬਹਾਈ ਕਿ ਜਦੋਂ ਮਕਤੂਲ ਹੈ ਉਹ ਕਾਤਲ ਦੇ ਕੋਲ ਚੱਲ ਕੇ ਆਇਆ। ਇਹ ਉਲਟੀ ਗੰਗਾ ਹੈ। ਜਦ ਬਹੁਤੀ ਵਾਰੀ ਕਾਤਲ ਜਿਹੜਾ ਮਕਤੂਲ ਨੂੰ ਆਪਣੇ ਕੋਲ ਬੁਲਾਉਂਦਾ, ਪਰ ਉਹ ਖੁਦ ਚੱਲ ਕੇ ਸ਼ਹੀਦ ਹੋਣ ਦੇ ਲਈ ਗਏ। ਅਤੇ ਜਮਹੂਰੀਅਤ ਦੀ ਹੋਈ ਉਹਨਾਂ ਨੇ ਬੜੀ ਤਕੜੀ ਰਾਖੀ ਕੀਤੀ ਹੈ। ਜੇ ਜਮਹੂਰੀਅਤ ਦੇ ਵਿੱਚ ਜੇ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਵੀ ਹੋ ਤਾਂ ਵੀ ਫਿਰ ਮੈਂ ਤੁਹਾਡੇ ਵਿਚਾਰਾਂ ਦੀ ਰਾਖੀ ਲਈ ਆਪਣੀ ਜਾਨ ਦੀ ਬਾਜੀ ਜਿਹੜੀ ਹੈ ਲਗਾ ਦੇਵਾਂਗਾ। ਇਹੀ ਜਮਹੂਰੀਅਤ ਜਿਹੜੀ ਹੈ, ਭਾਵੇਂ ਉਹ ਵੈਸਟਰਨ ਫਿਲਾਸਫੀ ਹੈ, ਲੇਕਿਨ ਗੁਰੂ ਸਾਹਿਬਾਂ ਨੇ ਉਹ ਵੈਸਟਰਨ ਫਿਲਾਸਫੀ ਨੂੰ ਕਾਫੀ ਦੇਰ ਪਹਿਲੇ ਉਸਦਾ ਬੀਜ ਜਿਹੜਾ ਹੈ ਉਹ ਲਾਇਆ। ਉਹਨਾਂ ਨੇ ਉਹ ਭਾਵੇਂ ਜਨੇਊ ਤੇ ਤਿਲਕ ਦੇ ਰਾਖੀ ਧਾਰਨੀ ਨਹੀਂ ਸਨ, ਪਰ ਫਿਰ ਵੀ ਉਹਨਾਂ ਦੇ ਰੱਖਿਆ ਦੇ ਲਈ ਜਿਹੜਾ ਹੈ ਆਪਣਾ ਸ਼ਹਾਦਤ ਦਿੱਤੀ ਹੈ। ਉਹਨਾਂ ਦੇ ਇਹ ਪੱਖ ਜਿਹੜੇ ਨੇ, ਉਹਨਾਂ ਦੀ ਇਹ ਜੋ ਸਿੱਖਿਆ ਹੈ ਉਹ ਸਾਡੇ ਖਿਆਲ ਦੇ ਵਿੱਚ, ਸਾਡੇ ਰਹਿਣ ਦੇ ਵਿੱਚ ਰਹੀ ਜਜ਼ਬ ਹੋ ਚੁੱਕੀ ਹੈ ਕਿ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਕਦੇ ਭੁੱਲ ਨਹੀਂ ਸਕਦੇ। ਸਾਡਾ ਮੰਤਵ ਇਹ ਹੈ ਕਿ ਅਸੀਂ ਵੱਧ ਤੋਂ ਵੱਧ ਉਹਨਾਂ ਦੀ ਬਾਣੀ ਜਿਹੜੀ ਹੈ ਅਸੀਂ ਲੋਕਾਂ ਤੱਕ ਪਹੁੰਚਾਈਏ, ਉਹਨਾਂ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਈਏ, ਤਾਂ ਕਿ ਆਉਣ ਵਾਲੀ ਪਨੀਰੀ ਯੰਗ ਜਨਰੇਸ਼ਨ ਜਿਹੜੀ ਹੈ, ਭਾਵੇਂ ਸਾਡੇ ਪੰਜਾਬੀ ਆਨਰਸ ਦੇ ਬੱਚੇ ਹੋਣ, ਭਾਵੇਂ ਉਹ ਕਾਲਜ ਦੇ ਵਿਦਿਆਰਥੀ ਹੋਣ, ਭਾਵੇਂ ਉਹ ਸੁਸਾਇਟੀ 'ਚ ਰਹਿਣ ਵਾਲੇ ਹੋਰ ਸਿਟੀਜ਼ਨ ਹੋਣ, ਸਾਡਾ ਹਮੇਸ਼ਾ ਇਹ ਟੀਚਰ ਰਹੇਗਾ ਕਿ ਅਸੀਂ ਉਹਨਾਂ ਦੀ ਜਿਹੜੀ ਉਹਨਾਂ ਦੀ ਸਿੱਖਿਆ ਹੈ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਪਹੁੰਚਾਈਏ। ਮੈਂ ਇਹਨਾਂ ਸ਼ਬਦਾਂ ਦੇ ਨਾਲ ਖਿਮਾ ਦਾ ਜਾਚਕ ਹਾਂ ਅਤੇ ਕਿਉਂਕਿ ਅੱਜ ਅਸੀਂ ਸੁਣਨ ਆਏ ਸਾਡੇ ਮਹਿਮਾਨਾਂ ਨੂੰ, ਤੇ ਅਜਿਹੇ ਮੌਕੇ ਤੇ ਸਾਡੇ ਸਾਰੇ ਜਿਹੜੇ ਸਰੋਤੇ ਨੇ ਉਹ ਬੜੀ ਉਡੀਕ ਕਰ ਰਹੇ ਨੇ ਕਿ ਉਹ ਕਦੋਂ ਜਿਹੜੇ ਸਾਡੇ ਮਹਿਮਾਨ ਨੇ ਉਹਨਾਂ ਨੂੰ ਸੁਣ ਸਕਣ ਅਤੇ ਆਪਣੇ ਵਿਚਾਰਾਂ ਨੂੰ ਜਿਹੜਾ ਹੈ ਉਹ ਹੋਰ ਦ੍ਰਿੜ ਬਣਾ ਸਕਣ। ਇਹਨਾਂ ਸ਼ਬਦਾਂ ਦੇ ਨਾਲ ਮੈਂ ਖਿਮਾ ਲੈਂਦਾ ਤੇ ਡਾਕਟਰ ਮਨਜੀਤ ਕੌਰ, ਤੁਸੀਂ ਅੱਗੇ ਦੀ ਕਾਰਵਾਈ ਜਿਹੜੀ ਹੈ ਤੁਸੀਂ ਸ਼ੁਰੂ ਕਰ ਸਕਦੇ ਹੋ। ਹੁਣ ਥੋੜੀ ਆਵਾਜ਼ ਥੋੜੀ ਕੱਟ ਰਹੀ ਹੈ। ਕੱਟ ਰਹੀ ਹੈ? ਹਾਂਜੀ ਹੁਣ ਆ ਰਹੀ ਹੈ? ਹਾਂਜੀ ਹਾਂਜੀ। ਸੁਰਜੀਤ ਪਾਤਰ ਜੀ ਨੂੰ ਦਾਵਤ, ਮੈਂ ਉਹਨਾਂ ਦੀ ਲਾਈਨ ਬੋਲਣ ਅਤੇ ਕਵਿਤਾ, ਇਹ ਜੋ ਪਿਤਰੇ ਨੇ ਖੁਰਜ, ਇਹ ਜੋ ਮਰਮਰ ਚੁਕਰੇ ਨੇ ਬਲਦੇ ਹੱਥਾਂ ਹਰ ਤੁਹਾਡਾ ਆਡੀਓ ਕੱਟ ਰਿਹਾ ਵਿੱਚ ਵਿੱਚ। ਇੱਕ ਮਿੰਟ ਸਰ। ਹਾਂ ਹੁਣ ਠੀਕ ਲੱਗ ਰਿਹਾ। ਅੱਜ ਸਾਡੇ ਲਈ ਇਹ ਬੜੀ ਮਾਣ ਦੀ ਗੱਲ ਹੈ ਕਿ ਅੱਜ ਸਾਡੇ ਵਿੱਚ ਅਨੇਕਾਂ ਮਾਨਾਂ ਸਨਮਾਨਾਂ ਨਾਲ ਨਿਵਾਜ਼ੇ ਇੱਕ ਸ਼ਾਇਰ, ਇੱਕ ਅਨੁਵਾਦਕ, ਇੱਕ ਚਿੰਤਕ, ਜਿਹੜੇ ਸੁਭਾਅ ਦੇ ਬੜੇ ਸਾਦੇ ਔਰ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਇੱਕ ਸ਼ਾਂਤਮਈ ਦਰਿਆ ਵਕਨ ਵਗਦੇ ਉਹਨਾਂ ਦੀ ਜਿਹੜੀ ਚਾਲ ਹੈ, ਉਹ ਐਸੇ ਸ਼ਾਇਰ ਨੇ ਜਿਹੜੇ ਔਖੀ ਤੋਂ ਔਖੀ ਗੱਲ ਵੀ ਬੜੇ ਸੌਖੇ ਢੰਗ ਦੇ ਨਾਲ ਕਹਿ ਜਾਂਦੇ ਨੇ। ਉਹਨਾਂ ਇੱਥੋਂ ਤੱਕ ਕਿ ਉਹਨਾਂ ਦੀਆਂ ਕਈ ਕਵਿਤਾਵਾਂ ਤੇ ਗਜ਼ਲਾਂ ਇੱਥੋਂ ਤੱਕ ਮਕਬੂਲ ਹੋਈਆਂ ਹਨ ਕਿ ਉਹ ਲੋਕਾਂ ਦੇ ਮਨਾਂ ਵਿੱਚ ਜਿਹੜਾ ਇੱਕ ਲੋਕ ਕਥਾ ਬਣ ਕੇ ਵਸ ਗਈਆਂ ਹਨ ਤੇ ਉਹ ਜਿਹੜੇ ਨੇ ਸਾਡੀ ਰੂਹ ਦੀ ਬਾਤ ਪਾਉਂਦੇ ਹਨ। ਇਸੇ ਲਈ ਸ਼ਾਇਦ ਅੰਮ੍ਰਿਤਾ ਪ੍ਰੀਤਮ ਜਿਹੜੇ ਸਾਡੇ ਪ੍ਰਸਿੱਧ ਕਵਿਤਰੀ ਸੀ, ਉਹਨਾਂ ਨੇ ਉਹਨਾਂ ਨੂੰ 6ਵਾਂ ਵੇਦ ਕਿਹਾ। ਸੁਰਜੀਤ ਪਾਤਰ ਦੀ ਸ਼ਾਇਰੀ ਜਿਹੜੀ ਹੈ ਉਹ ਅੱਜ ਇਤਿਹਾਸ ਤੇ ਅੱਜ ਦੇ ਮੌਜੂਦਾ ਮਾਹੌਲ ਨਾਲ ਇੱਕ ਜਿਹੜਾ ਸੰਵਾਦ ਰਚਾਉਂਦੀ ਹੋਈ ਨਜ਼ਰ ਆਉਂਦੀ ਹੈ। ਔਰ ਅੱਜ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਨੂੰ ਸਮਰਪਿਤ ਇਸ ਲੜੀ ਨੂੰ ਸ਼ੁਰੂ ਕਰਨ ਜਾ ਰਹੇ ਹਾਂ
ਤੇ ਉਹ ਆਪਣੇ ਉਦਘਾਟਨੀ ਬੋਲਾਂ ਨਾਲ ਕਿਵੇਂ ਮੁਖਾਤਿਬ ਹੁੰਦੇ ਹਨ, ਇਹ ਅਸੀਂ ਉਹਨਾਂ ਦੇ ਉਦਘਾਟਨੀ ਬੋਲਾਂ ਵਿੱਚ ਸੁਣਾਂਗੇ। ਤੇ ਉਹਨਾਂ ਦੀ ਫਿਰ ਅੱਜ ਮੈਨੂੰ ਉਹਨਾਂ ਦੀ ਸ਼ਾਇਰੀ ਕਰਨ ਨੂੰ ਦਿਲ ਕਰ ਰਿਹਾ, ਤੇ ਉਹਨਾਂ ਦਾ ਇੱਕ ਸ਼ੇਰ ਹੈ, ਤਲਵਾਰਾਂ ਦਾ ਆਪਣਾ ਅਰਥ ਨਹੀਂ ਹੈ ਕੋਈ, ਤਲਵਾਰਾਂ ਨੂੰ ਅਰਥ ਦਿੰਦੇ ਨੇ ਹੱਥ, ਤੇ ਹੱਥਾਂ ਨੂੰ ਮਸਤਕ, ਮਸਤਕ ਨੂੰ ਇਤਿਹਾਸ, ਉਲਝ ਗਏ ਨੇ ਸਾਡੇ ਅੱਜ ਕੱਲ ਮਸਤਕ ਤੇ ਇਤਿਹਾਸ। ਤੇ ਉਹਨਾਂ ਦੇ ਇਸ ਸਫ਼ਰ ਨੂੰ ਮੈਂ ਜੀਆਂ ਆਖਦੀ ਹਾਂ ਤੇ ਆਪਣੇ ਕਾਲਜ ਵਿੱਚ ਉਹਨਾਂ ਦਾ ਸਵਾਗਤ ਕਰਦੀ ਹਾਂ। ਹੁਣ ਮੈਂ ਜ਼ਿਆਦਾ ਸੁਰਜੀਤ ਪਾਤਰ ਜੀ ਦੇ ਨਾਲ ਗੱਲ ਕਰਨਾ ਤੇ ਮੈਨੂੰ ਲੱਗਦਾ ਉਹਨਾਂ ਲਈ ਇੱਕ ਪੂਰਾ ਪ੍ਰੋਗਰਾਮ ਰੂਬਰੂ ਕਰਨਾ ਪਏਗਾ ਸਾਨੂੰ, ਪਰ ਕਿਉਂਕਿ ਅਸੀਂ ਇਸ ਦੌਰ ਵਿੱਚ ਮਜਬੂਰ ਹਾਂ, ਸਾਨੂੰ ਵਰਚੁਅਲ ਉਹਨਾਂ ਨੂੰ ਸੁਣਨਾ ਪਏਗਾ। ਤੇ ਮੈਂ ਉਹਨਾਂ ਨੂੰ ਦਾਵਤ ਦਿੰਦੀ ਹਾਂ ਕਿ ਉਹ ਅੱਜ ਇਸ ਲੜੀ ਦੇ ਉਦਘਾਟਨੀ ਬੋਲ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕਰਨ। ਡਾਕਟਰ ਸੁਰਜੀਤ ਪਾਤਰ ਜੀ। श्री गुरु गोबिंद सिंह कॉलेज ऑफ कॉमर्स, आवाज आ रही मेरी जी? हाँ जी, हाँ जी, हाँ जी। श्री गुरु गोबिंद सिंह कॉलेज ऑफ कॉमर्स के प्रिंसीपल डॉक्टर JP सिंह जी, पंजाबी विभाग के मुखी डॉक्टर मनजीत कौर, और साडे बहुत प्यारे चिंतक भी ते कवि भी, नावलकार भी, और नवे ज्ञान नाल ते पुराने शास्त्रां नाल भी लगातार जुड़े हुए डॉक्टर मनमोहन जी, और साढ़े बहुत प्यारे नौजवान समीक्षक और पंजाबी विभाग दिल्ली यूनिवर्सिटी के मुखी, और बहुत ही सरगर्म ते एक प्यारी शख्सियत, और जो नवी आलोचना का रंग और एक उमा सारे पंजाबी साहित्य भरन वाले डॉक्टर रवि रविंदर, डॉक्टर गुरदर्शन सिंह ढिल्लों जिन्होंने अज शायद शामिल होना, और इस कॉलेज के स्टाफ, प्यारे विद्यार्थी और जो भी सानू सुन देख रहे हैं, उन्होंने सारिਆਂ ਨੂੰ अपना प्यार ਤੇ ਸਤਿਕਾਰ अर्पित करदा। डॉक्टर मनजीत कौर होना ने मेरे बारे बहुत ज़्यादा बहुत बड़े शब्द बड़े वाक कहे, सो उन्होंने मैं शुक्रगुजार हाँ। मैं वो वाक इसी आस्ते कबूल कर लेना होना कि मैं कभी ना कभी शायद इन्हों के काबिल हो जावा। सो ये शब्द मेरे लिए एक तरह इदा ही मैं लेना कि ये मैनू एक तरह प्रेरणा देने लिए जां इन्हां शब्दों के काबिल होने की एक असीस देंदे रहंदे हैं। तो बहुत ये मौका है जो असी बहुत पहलुओं तो गल कर सकते हैं, क्योंकि श्री गुरु तेग बहादुर साहब जी की जी शख्सियत है वो अतीत की शख्सियत नहीं आ, उन्होंने बल्कि इस गल नूं भी एक नवा अतीत ते भविख की हुंदा, ये भी सानूं उन्हां दी एक जो जीवन की घालना चों प्रतीत हुंदा। तो मैं इत्थों गल शुरू करनी चाहना कि असीं सारे किसी विशेष काल खंड विच जन्म लेने आ, किसी विशेष टाइम च विशेष प्लेस से जन्म लेने आ, किसी भी विशेष देश काल च साडा जन्म हुंदा, किसी काल खंड विच, किसी तरत खंड उत्ते। ते साडी सुरत संभालण तो पहला ही सानू एक नाम, एक जात, एक गोत, एक धर्म, एक बोली मिल चुकी होंदी कि साडी सुरत दे मूँह हनेरे विच ही उस विच बहुत कुछ बीजिया जा चुका हुंदा। कुदरत सानू तन मन बुद्धि ते चेतना जिन्हों असीं सुरती कह सकते हैं, कॉन्शियसनैस, एक किस्म दी कॉन्शियसनैस प्राप्त करन दी जिहड़ी एक समर्था दे चुकी हुंदी है। ते समाज सभ्याचार सानू अपनी सीमा ते समर्था दे मुताबक
मत दिंदा, ज्ञान दिंदा। सो बहुत कुछ असी सचेत अचेत ग्रहण कर लेने हैं। अरदास विच एक बहुत खूबसूरत संकल्प है, मन नीवा ते मत उच्ची। सो अपने आप जी वो बहुत समझो कि एक पूरा फलसफा इहदे विच है कि मन च असीं मनदे हां कि मन विच ते साडे काम क्रोध लोभ मोह हंकार कि ये बिरतियां ने जिहड़ियां कुदरत विच जिहड़ियां कि मैं समझदा जिहड़ियां पशु पंछियां विच भी किसी पद्धर ते हैगियां। तो मत जो है कि वो मत असीं कहने कि परमात्मा साडे मन नूं नीवा रखे ते मत नूं ਉੱਚੀ रखे। सो जिहड़ा भी सुगड़ जिहनूं आपां कोई सभ्याचार की गल करते हैं तो आपां इदां ही सोचते हैं कि असीं एक मत द्वारा सानू जो दिता हुआ मार्ग है उत्ते तुर पैने। हर सुगड़ व्यक्ति अपने मन नूं नीवा रख के ते मत नूं उच्ची रख के तुरन की कोशिश करदा, एक राह चुनदा। तो इस राह ते कई बारी बहुत मुश्किल आउंदियां, धुप्पां छावां आउंदियां, दुख सुख आउंदे आ, और कई बारी बहुत वड्डे चौराहे भी आउंदे आ कि मैं इधर जावां उधर जावां। और मैं समझदा कि सब तो वड्डा जिहड़ा दुराहा जां दुबदा बंदे दे मन च आउंदी है वो आम तौर ते मन अते मत विचकार दुबदा हुंदी है, जिन्हों असीं किसी पद्धर ते जान ते ईमान की दुबदा भी कह सकते हैं कि मैं अपनी जान बचावां कि मैं अपना ईमान बचावां। कि जे मैं इस राह तुरदा तो मैं एक राह क्योंकि मैं अपनी जान मैं अपना ईमान नहीं बचा। सो जो इस दुराहे ते इस दुबदा ते मन होंदा तो उदों शख्सियतां दी परख हुंदी है, वो तुहाडे लिए एक बहुत वड्डी परख दी कड़ी हुंदी है। और एक तीसरी गल जो गुरु साहिबान ने जोड़ी, सूफिया ने भी जोड़ी, उन्होंने जान ईमान ते इश्क भी जोड़िया, जिन्होंने गुरु साहब ने प्रीत लिखा कि उन्होंने तीन चीज़ां पढ़ाइया कि जो जान है वो तो साड़ी एक तरह बायोलॉजिकल होंद है जां साड़ी सरीरक होंद है, जिस होंद नूं बचाउण लई सारे जीव जंतु पशु प्राणी पंछी आपां कहने भी कुकड़ी भी अपने चूचियां ते पैर धर लैंदी है कि असी कुदरत से एक अपनी जान नूं जां कुदरत नूं स्वै विकसण लई इस गल दी बंदे च बहुत जरूरत है कि बंदे नूं अपनी जान प्यारी हो। और दूसरी गल यह है कि जिहड़ी कि किसी नूं कोई चीज़ जो असीं ईमान कहने आ तां ईमान विच वो गल्लां ने जिहड़ियां असीं कुछ अपने लिए आदर्श बेशक साडी सोसाइटी ने साडे लिए मिथे जां असीं अपने तौर ते सचेत अचेत तौर ते ग्रहण कीते, तो लेकिन कई बारी जो वो गल्लां हुंदियां वो भी रीत बन जांदियां। ये धर्म भी रीत बन जाता, मजहब भी एक रीत बन जाता। मिसाल के तौर पर जदों सुल्तान बाहू है उसकी लाइन है कि मेरा इश्क सलामत रह जे बाहू ईमाने दियां द्रोही हो। तो उस वेले जो दीन सिगा जां इस्लाम सिगा वो एक होर मार्ग ते चल रहा सी, पर जिहड़े सूफी सी वो एक इश्क दे पद्धर ते चल रहे सी। गुरु नानक साहब का वाक है कि वो कहते जालो ऐसी रीत जित मैं प्यारा विसरे, कि मैनू उस रीत नालों प्रीत प्यारी आ, मैनू इश्क प्यारा आ उस रीत नालों जिहड़ी रीत मैनू रब कोलों मेरे प्यारे कोलों दूर दूर लै जांदी है। सो कई बारी जो मजहब हुंदे आ धर्म हुंदे आ वो एक पुल तां हुंदे आ पर पुल ते ही बैठ जाते हैं कि जिथे उन्होंने पहुंचना हुंदा उत्थे नहीं पहुंचते कि धर्म ने सानू किते पहुंचाना हुंदा। सिर्फ असी धर्म दे पुल ते नहीं बैठना हुंदा, असी उस पुल थानी किसी जगह ते पहुंचना हुंदा जिहड़ी जगह सारी मानवता दी सारी कायनात दी सांझी जगह हुंदी है।
ਸੋ ਇਸ ਤਰ੍ਹਾਂ ਦਾ ਇਸ ਸੰਕਲਪ ਚ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ, ਉਹਨਾਂ ਦੀ ਸ਼ਹਾਦਤ ਨੂੰ ਸਮਝ ਸਕਦੇ ਹਾਂ ਕਿ ਸਰਵਾਈਵਲ ਦੇ ਦੋ ਸੰਕਲਪ ਨੇ। ਇੱਕ ਸੰਕਲਪ ਅਸੀਂ ਸਾਰੇ ਜਾਣਦੇ ਕਿ ਅਸੀਂ ਸਰਵਾਈਵ ਕਰਨਾ ਚਾਹੁੰਦੇ ਹਾਂ, ਜਿਹੜਾ ਕਿ ਜੈਵਿਕ ਹੋਂਦ ਦਾ ਸੰਕਲਪ ਹੈ। ਦੂਸਰਾ ਸੰਕਲਪ ਹੈ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਉਹ ਸਰਵਾਈਵਲ ਜਿਹੜੀ ਉਸ ਅਸਤਿਤਵ ਤੋਂ ਉੱਪਰ ਹੈ, ਔਰ ਜਿਸ ਅਸਤਿਤਵ ਦਾ ਮਤਲਬ ਹੈ ਕਿ ਉੱਥੇ ਇੱਕ ਮੌਤ ਦਾ ਸੰਕਲਪ ਬਦਲਦਾ। ਕਿ ਜੇ ਮੈਂ ਇਸ ਰਾਹੇ ਚੱਲਦਾ, ਇੱਕ ਸ਼ਹਿਰਯਾਰ ਦਾ ਬਹੁਤ ਉਰਦੂ ਦੇ ਕਵੀ ਨੇ, ਮੇਰੇ ਬਹੁਤ ਪਿਆਰੇ ਕਵੀ, ਉਹਨਾਂ ਦਾ ਇੱਕ ਬੜਾ ਖੂਬਸੂਰਤ ਸ਼ੇਰ ਹੈ ਜਿਹੜਾ ਕਿ ਸ਼ਹਾਦਤ ਇਹੀ ਆ ਕਿ ਮੈਂ ਕਹਿੰਦੀ ਜਦ ਸੀਸ ਕਲਮ ਹੋਇਆ ਤਾਂ ਰਤ ਬਣੀ ਸਿਆਹੀ, ਧਰਤੀ ਦੇ ਕਾਗਜ਼ ਤੇ ਆਸ਼ਿਕ ਦੀ ਹੈ ਗਵਾਹੀ। ਕਿ ਸੀਸ ਕਲਮ ਹੋ ਗਿਆ, ਰਤ ਸਿਆਹੀ ਬਣ ਗਈ, ਧਰਤੀ ਕਾਗਜ਼ ਬਣ ਗਈ, ਔਰ ਉਸ ਕਾਗਜ਼ ਤੇ ਇੱਕ ਆਸ਼ਿਕ ਨੇ, ਇੱਕ ਰਹਿਬਰ ਨੇ ਇੱਕ ਗਵਾਹੀ ਦਿੱਤੀ। ਸੋ ਇਹ ਹੈ ਕਿ ਜਦੋਂ ਕੋਈ ਵਿਚਾਰ ਤੁਹਾਨੂੰ ਆਪਣੀ ਜਾਨ ਤੋਂ ਪਿਆਰਾ ਹੋ ਜਾਏ, ਤੁਸੀਂ ਉਸ ਵਿਚਾਰ ਤੋਂ ਆਪਣੀ ਜਾਨ ਕੁਰਬਾਨ ਕਰ ਦਿੰਦੇ ਆ, ਤਾਂ ਉਹ ਬਹੁਤ ਕੁਝ ਜੋ ਮਰਦਾ ਹੈ ਉਹ ਤੇ ਇੱਕ ਬਾਇਓਲੋਜੀਕਲ ਹੋਂਦ ਮਰੀ, ਪਰ ਜੋ ਜੀਆ ਉਹ ਇੱਕ ਬਹੁਤ ਵੱਡੀ ਉਹ ਇੱਕ ਇਤਿਹਾਸ ਨੂੰ ਜਾਂਦਾ ਰਸਤਾ ਜੀਵਿਆ ਕਿ ਜਿਸ ਰਸਤੇ ਤੋਂ ਲੰਘ ਕੇ ਮਾਨਵਤਾ ਅਸੀਂ ਕਹਿੰਦੇ ਕਿ ਮਾਨਵਤਾ ਅਜੇ ਇੱਕ ਅਧੂਰਾ ਪ੍ਰੋਜੈਕਟ ਹੈ। ਕਿ ਮਾਨਵਤਾ 'ਚ ਬਹੁਤ ਜੋ ਆਪਾਂ ਆਪਣੇ ਆਲੇ ਦੁਆਲੇ ਦੇਖਦੇ ਹਾਂ, ਕਦੀ ਲੱਗਦਾ ਕਿ ਇਤਿਹਾਸ ਸ਼ਾਇਦ ਪਿਛਾਂਹ ਨੂੰ ਮੁੜ ਪਿਆ, ਔਰ ਕਦੀ ਅਸੀਂ ਬਹੁਤ ਉਦਾਸ ਹੋ ਜਾਂਦੇ ਹਾਂ ਕਿ ਅਸੀਂ ਹਨੇਰੇ ਤੋਂ ਚੰਨ ਵੱਲ ਜਾ ਰਹੇ ਹਾਂ। ਸੋ ਇਹ ਕਹਿੰਦਾ ਕਿ ਅਸੀਂ ਮਾਨਵਤਾ ਦੇ ਅਧੂਰੇ ਤੌਰ ਤੇ ਮੁਕੰਮਲ ਕਰਨ ਵਾਲੇ ਲੋਕ ਸ਼ਹਾਦਤ ਦਾ ਰਸਤਾ ਅਪਣਾਉਂਦੇ ਆ। ਉਹਨਾਂ ਦੀ ਸ਼ਹਾਦਤ ਹੀ ਜਿਹੜੀ ਆ ਉਸ ਰਸਤੇ ਤੇ ਉਹਨਾਂ ਦੀ ਉਹ ਜਾਨ ਦੀ ਕੁਰਬਾਨੀ ਦਿੰਦੇ ਆ, ਲੇਕਿਨ ਉਹਨਾਂ ਦੀ ਜਾਨ ਦੀ ਕੁਰਬਾਨੀ ਦੇਣ ਨਾਲ ਉਹ ਰਸਤਾ ਅੱਗੇ ਤੁਰ ਪੈਂਦਾ, ਉਹ ਰਸਤਾ ਮਾਨਵਤਾ ਦੇ ਅਧੂਰੇ ਪ੍ਰੋਜੈਕਟ ਨੂੰ ਅੱਗੇ ਲੈ ਕੇ ਤੁਰ ਪੈਂਦਾ। ਸੋ ਕਿ ਉਹਨਾਂ ਦੀ ਸ਼ਹਾਦਤ ਦਾ ਮਤਲਬ ਕੀ ਹੁੰਦਾ? ਸ਼ਹਿਰਯਾਰ ਦਾ ਸ਼ੇਰ ਕੋਈ ਏਦਾਂ, ਉਹ ਕਹਿੰਦਾ ਕਿ ਗੁਲਾਬ टहनी से टूटा, गुलाब टहनी से टूटा जमीन पर न गिरा, ग्रीष्मे तेज हवा की समझ से बाहर है। कि गुलाब सीगा जिहड़ा टहनी तो टुट गया पर वो जमीन ते नहीं गिरिया। कहंदा ये ग्रीष्मा तेज हवा की समझ तो बाहर है कि तेज हवा ने समझा सी कि मैं गुलाब नूं तोड़ के जमीन ते सुट दिता, लेकिन वो गुलाब जमीन ते नहीं डिग्या, वो गुलाब इतिहास विच चला गया, वो गुलाब किते होर गया। सो इस तरह ही मतलब औरंगजेब का ख्याल सी कि मैं गुरु का सीस धड़ तो जुदा करके जमीन ते गिरा दिता। आप जानते हैं कि वो जमीन ते गिरिया तो सिर्फ असी एक होर अख नाल देखा, पर असी भी देखा कि वो सीस नूं भाई जैते ने उठाया और उन्होंने श्री आनंदपुर लैके आया। तो वो हुण सीस यानी मैं समझदा कि वो सीस भी उस गुलाब जिहा सीगा जिहड़ा जमीन ते नहीं गिरिया, वो कित्थे गया? वो एक उस जो मानवता दा अधूरा प्रोजेक्ट है उस नूं मुकम्मल करन दे इतिहास दी राह विच वो गुलाब हले तक खिड़िया होया। कि ये किसे शहादत का यही हुंदा कि शहादत जिहड़ी आ वो जिहड़े विचारां नूं अकीदियां नूं और उस तो भी अगे असीं कहने कि जिहड़ा जिस तरह मैं ईमान ते इश्क की गल करती सी, कई बारी ईमान पथरा जाते हैं कि वो पथरा जांदियां ने कुछ कदरां कीमतां, लेकिन इश्क जिहड़ा उहदा हमेशा जिहड़ा फ्लो है वो अगे वल हुंदा। जो गुरु साहब कहते कि भी मैं वो कहते तिलक मैनू तिलक वो दे मैनू वो जनेऊ दे जिहदी दया दी कपा होवे। उत्थे भी है कि दया एक वैल्यू है, इश्क वर्गी वैल्यू दया कि उत्थे वो जिहड़ी एक रीत है, रीत तो पथरा चुकी है, लेकिन उस पथराई हुई रीत नूं दी थां वो एक उस इश्क नूं उस मुहब्बत नूं चुनदे आ जिहदा वहन अगे वाला, जिहदा वहन मानवता दे अधूरे प्रोजेक्ट नूं मुकम्मल करन वाला है।
सो गुरु साहब की शहादत दे गुरु तेग बहादुर जी की शहादत का एक वड्डा अर्थ तो यह है कि कुछ सी जो उन्होंने ਜਿਹੜਾ ਆਪਾਂ ਨੂੰ ਆਪਣੀ ਜਿੰਦ ਤੋਂ ਉਹਨਾਂ ਨੂੰ ਪਿਆਰਾ ਸੀ। पर दूजा उनका अर्थ है कि दूजी अर्थ है कि ਉਹਦੇ ਸਥਾਨਕ अर्थ बेशक यही रह जान के स्थान तक चांदनी चौक से चांदनी चौक से एक वाकया होया, लेकिन ਉਹਦੇ जो यूनिवर्सल अर्थ ने वो चांदनी चौक तो भी बहुत विशाल ने, वो हिंद तो भी बहुत विशाल ने। वो हिंद दी चादर तो ये ना अर्थ है जे कोई हिंद विच वो चादर का वाकया होया, लेकिन ਉਹਦੇ जो सर्वव्यापक अर्थ ने वो है कि वो सृष्टि दी चादर ने। इस तरह कवि साढ़े पुराने कवि ने भी कहा कि सगल सृष्टि पे ढापी चादर, कि ਉਹਦੇ अर्थ वो सगल सृष्टि ते चादर फैली हुई है और वो चादर उतों तक फैल जाती है जिथे कोई दीन दुखी निमाणा निताणा होवे, जिथे जिथे भी किते मानवता नूं दबाया जाता, हिंसा नाल किसी विचार नूं दबाया जाता, हिंसा नाल किसी पत्रकार नूं भी दबाया जाता, हिंसा नाल किसी कवि नूं लिखारी नूं भी दबाया जाता, उतों तक भी वो चादर फैलती है। तो उस चादर के अर्थ वो एक कन्वेक्शन के अर्थ ने कि असी अपने विचार नूं, असी अपने इश्क नूं अपनी जान तो वध प्यार करते हैं, उस लिए असी जान कुर्बान कर सकते हैं। पर गुरु तेग बहादुर जी की शहादत के नाल एक होर डायमेंशन जुड़ती है कि वो तिलक जंजू नहीं पहनते सी। गुरु गोबिंद सिंह कहते कि तिलक जंजू राखा प्रभ ताका, ताका मतलब उन्हां दा, कि तिलक जंजू उन्हां दा सी, कि उन्हां दा कहा जांदा सी, उन्हां दा मन्निया जांदा सी। तो गुरु तेग बहादुर जी ने ताके लई भी अदर जो अदर है उहदे लई भी शहादत दी। तो एक शहादत से एक होर अध्याय, एक होर डायमेंशन जुड़ गई जिन्हें इस शहादत के अर्थ होर भी विशाल कर दिते। सो उन्हां दी बाणी जिस तरह आप जो कि उन्हां दी बाणी विच भी जो सब तो वड्डी गल है कि वो भी समझो कि मन तो उत्ते होने की गल है, कि मन में साडे हर सोग भी आ, मान अपमान भी आ, हौमे भी आ, पर वो कहते कि मन जो मन है वो तो उपर मत नूं लैके जाना, कि ये सब त्यागना। तो एक उनका बचपन का बहुत छोटा जिहा वाकया है कि माता नानकी जी उन्होंने गल विच एक नवा चोला तैयार करके पाउंदे आ, बहुत खूबसूरत। तो जदों वो मुड़दे आ कुछ चिर बाद तां वो कहंदे भी माता कहंदे चोला कित्थे, वो कहंदे भी एक बच्चा बहुत ठर रहा सी ठंड नाल, मैं चोला उन्होंने दे के आ गया, कि उन्हें अपना चोला उन्होंने दे दिता। तो कवि कहंदा कि माँ कहंदी है कि माँ नूं हुण कुछ भविख नज़र आ रहा कि ये मेरा पुत्र तो इहो जिहा जिहड़ा कि अपनी जिंद का चोला भी वार दूगा दुखी हिंद तो। कि उस बचपन की एक वाकये दे अर्थ मैटाफोरिकली बहुत दूर तक जाते हैं कि उसने उस हिंद की चादर होना सी, उन्हें मतलब दुखी हिंद तो अपनी जिंद का चोला कुर्बान कर दिता। कि सो गुरु तेग बहादुर जी का जीवन, उन्होंने बाणी एक इस तरह का संदेश है कि इतिहास असी सिर्फ इसलिए नहीं दोहराते कि असी उन्होंने मान करना हुंदा, असी उन्होंने अपनी शरधा के फुल चढ़ाने हुंदे आ जां अकीदत, असी उदों इतिहास कोल जाने आ जदों सानू असी किसी दोराहे ते आउने आ कि असी इधर नूं जाइए कि उधर जाइए, तो उदों असी उस इतिहास तो रोशनी लेने आ कि असी याद करते हैं कि इदा कदी पहला भी होया सी। तो फिर असी याद करिए जो इदा होया सी तो उदों साडे रहबर ने की कीता सी। तो उस वाक्य तो उस साके तो असी रोशनी लैके अपना भविख का रस्ता अगे तुरदे हैं और मानवता के अधूरे प्रोजेक्ट नूं मुकम्मल करन च असी सहाई हुन्ने आ। सो ये कुछ शब्द ने, और मैं हमेशा इन्हां सैमीनारां च इसलिए आना हुन्ना कि मैं नौजवानों नूं, नवें चिंतकां नूं सुनने की हमेशा मैनू इच्छा हुंदी है। मैं कहना मैं अपनी चेतना की घड़ी का टाइम ठीक कर लवां कि सो अपनी चेतना की घड़ी का टाइम ठीक ऐ हुंदा जदों असीं नविआं नूं
ਆਪਣੇ ਤੋਂ ਅਗਲੀ ਪੁਸ਼ਤ ਦੇ ਦਾਨਸ਼ਵਰਾਂ ਨੂੰ, ਚਿੰਤਕਾਂ ਨੂੰ ਸੁਣਦੇ ਹਾਂ ਤੇ ਉਹਦੇ ਨਾਲ ਸਾਡੀ ਆਪਣੀ ਜਿਹੜੀ ਚੇਤਨਾ 'ਚ ਵਿਕਾਸ ਹੁੰਦਾ, ਸਾਡੇ ਆਪਣੇ 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 ਖਿਆਲ ਵੀ ਪੰਗੜਦੇ ਆ, ਸਾਡੇ ਆਪਣੇ ਆਪਣੇ ਖਿਆਲਾਂ ਨੂੰ ਇੱਕ ਜੰਬਸ਼ ਮਿਲਦੀ ਆ, ਨਵੇਂ ਖਿਆਲ, ਇੱਕ ਸੰਵਾਦ ਸ਼ੁਰੂ ਹੁੰਦਾ। ਸੋ ਇਹਨਾਂ ਸ਼ਬਦਾਂ ਨਾਲ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਬਹੁਤ ਬਹੁਤ ਇਸ ਗੱਲ ਲਈ ਮੁਬਾਰਕਬਾਦ ਦਿੰਦਾ ਕਾਲਜ ਦੀ ਪ੍ਰਬੰਧਕ ਕਮੇਟੀ ਨੂੰ, ਡਾਕਟਰ JP ਸਿੰਘ ਹੋਣਾ ਨੂੰ, ਡਾਕਟਰ ਮਨਜੀਤ ਕੌਰ ਨੂੰ, ਜਿਨ੍ਹਾਂ ਨੇ ਇਹਨਾਂ ਖੂਬਸੂਰਤ ਸਮਾਗਮ ਦਾ ਆਯੋਜਨ ਕੀਤਾ। ਸੋ ਇਹਨਾਂ ਸ਼ਬਦਾਂ ਨਾਲ ਬਹੁਤ बहुत बहुत शुक्रिया डॉक्टर पात्र जी। सानू बहुत सारी गुरु साहब की बाणी दियां डायमेंशनस जड़ियां तुसी अज सारे स्रोतियां दे नज़र कीतियां और साडी जिहड़ी चेतना चिंतन विच चेतना दे जिहड़े बीज बोए ने, तुहाडा बहुत बहुत शुक्रिया। अपने इस लैक्चर ਜਿਹੜੇ ਅਸੀਂ ਨੈਕਸਟ ਵਿਦਵਾਨ ਨੂੰ ਸੱਦਾ ਦੇ ਰਹੇ ਹਾਂ, ਉਹਨੇ ਡਾਕਟਰ ਰਵਿੰਦਰ ਰਵੀ ਜੀ, ਜਿਹੜੇ ਕਿ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਦੇ ਮੁਖੀ ਹਨ, ਮੌਜੂਦਾ ਮੁਖੀ ਹਨ, ਔਰ ਮੈਂ ਉਹਨਾਂ ਦਾ ਤਹਿ ਦਿਲੋਂ ਆਪਣੇ ਕਾਲਜ ਵਿੱਚ ਸਵਾਗਤ ਕਰਦੀ ਹਾਂ। ਡਾਕਟਰ ਰਵੀ ਦਾ ਏਰੀਆ ਆਫ ਸਪੈਸ਼ਲਾਈਜੇਸ਼ਨ ਹੈ ਲਿਟਰੇਰੀ ਥਿਊਰੀਜ਼, ਕਲਚਰਲ ਸਟੱਡੀਜ਼ ਐਂਡ ਪੰਜਾਬੀ ਫਿਕਸ਼ਨ। ਇਹਨਾਂ ਦੀਆਂ ਕਈ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਅਗਰ ਮੈਂ ਇੱਥੇ ਬਿਊਰਾ ਦਿਆਂਗੀ ਤੇ ਸ਼ਾਇਦ ਸਮਾਂ ਮੁੱਕ ਜਾਏਗਾ, ਬਹੁਤ ਸਮਾਂ ਲੱਗ ਜਾਏਗਾ। ਇਹਨਾਂ ਦੀ ਰਹਿਨੁਮਾਈ ਵਿੱਚ ਕਈ ਵਿਦਿਆਰਥੀ ਜਿਹੜੇ PhD ਕਰ ਚੁੱਕੇ ਹਨ ਤੇ ਕਰ ਰਹੇ ਹਨ, ਔਰ ਅੱਜ ਇਸ ਮੌਕੇ ਤੇ ਉਹਨਾਂ ਦੀ ਆਮਦ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ। ਮੈਂ ਉਹਨਾਂ ਨੂੰ ਸੱਦਾ ਦਿੰਦੀ ਹਾਂ ਕਿ ਉਹ ਆਪਣੇ आशीर्वाद बोल साडे नाल सांझे करन। डॉक्टर रवि जी। शुक्रिया जी डॉक्टर मनजीत कौर जी, बहुत ही सत्कारयोग पंजाबी भाषा दे मान शान पद्मश्री श्री सुरजीत पात्र जी, पंजाबी साहित्य समीख्या ते चिंतन दे खेत्र च एक उचेरा मुकाम हासिल कर चुके डॉक्टर मनमोहन जी, इतिहास के विद्वान प्रोफैसर डॉक्टर गुरदर्शन सिंह ढिल्लों जी, कॉलेज के प्रिंसीपल साहब प्रोफैसर जतिंदरवीर सिंह जी, अज दे सैमीनार के कन्वीनर ते गुरु गोबिंद सिंह कॉलेज ऑफ कॉमर्स के पंजाबी विभाग के मुखी डॉक्टर मनजीत कौर जी, समूह पंजाबी विभाग के अध्यापक साहबान, प्यारे विद्यार्थियों ते विद्वान हाजरीन। इस तो पहला कि मैं कॉलेज प्रिंसीपल प्रोफैसर जतिंदरवीर सिंह जी, सैमीनार के कन्वीनर डॉक्टर मनजीत कौर ते पंजाबी विभाग के अध्यापक साहबान नूं मुबारकबाद दवां जां उन्हां दी शलाघा करां कि उन्हां ने इस महत्वपूर्ण भाषण लड़ी की शुरुआत की आ। मैं अपनी गल पैगंबर मुहम्मद साहब के जीवन की घटना तो शुरू करनी चाहना। एक घटना भी मैनू एक पात्र साहब की गल तो याद आ गई, जिहड़ी उन्होंने जीवन के दराहे की चराहे की गल की सी। मुहम्मद साहब ने एक बार उन्होंने चेला पूछण लगा भी आप जी सानू हमेशा यही सिक्ख्या दिंदे रहंदे हो भी सानू जीवन च की करना चाहिए ते की नहीं करना चाहिए, पर जीवन च कई बार इहो ਜਿਹੇ हालात पैदा हो जाते आ, इहो जिहियां स्थितियां पैदा हो जांदियां तां असीं सोचण लई मजबूर हो जाते हैं कि इस खास स्थिति बारे तां पैगंबर साहब ने कोई उपदेश ही नहीं दिता, दस्सिया ही नहीं, हुण असीं की करिए। इसलिए पैगंबर साहब तुसीं सानू कोई इहो जिहा नुक्ता दसो जिहदे नाल स्थिति जिद्दां दी मर्जी होवे पर सानू दिशा निर्देश मिल जावे ते असीं सही फैसला लैण दे योग हो सकीए। पैगंबर साहब ने वो जिहड़ा मुरीद ने जिहने चेले ने सवाल पुछया सी, उन्होंने कहा तू आपदा खब्बा पैर धरती के उपर चुक ला। उन्हें खब्बा पैर चुक लिया ते 1 लख दे भार खड़ गया। पैगंबर साहब ने कहा भी हुण तू आपदा सज्जा पैर भी धरती तो चुक ला।
ਤਾਂ ਚੇਲੇ ਨੇ ਕਿਹਾ ਵੀ ਹਜ਼ੂਰ ਇਹ ਕਿਵੇਂ ਹੋ ਸਕਦਾ ਵੀ ਮੈਂ ਖੱਬਾ ਪੈਰ ਧਰਤੀ ਤੇ ਰੱਖੇ ਬਿਨਾ ਸੱਜਾ ਪੈਰ ਚੁੱਕ ਲਵਾਂ। ਤਾਂ ਪੈਗੰਬਰ ਸਾਹਿਬ ਕਹਿੰਦੇ ਆ ਵੀ ਮੁਸਕਰਾਉਂਦੇ ਹੋਏ ਕਹਿਣ ਲੱਗੇ ਬਸ ਇਹੀ ਉਹ ਨੁਕਤਾ ਜਿਹੜਾ ਹਰ ਵੇਲੇ ਯਾਦ ਰੱਖਣ ਦੀ ਲੋੜ ਆ। ਜਦੋਂ ਵੀ ਜੀਵਨ 'ਚ ਕੋਈ ਕਦਮ ਤੁਸੀਂ ਉਠਾਉਣੇ ਹੋ ਤਾਂ ਉਸ ਤੋਂ ਅਗਲੇ ਕਦਮ ਦੀ ਕੀ ਹੋਣੀ ਹੋਊਗੀ ਇਹ ਆਪਣੇ ਆਪ ਤੈਅ ਹੋ ਜਾਂਦੀ ਹੈ। ਜਦੋਂ ਖੱਬਾ ਪੈਰ ਤੂੰ ਧਰਤੀ ਤੋਂ ਚੁੱਕ ਲਿਆ ਸੀ ਤਾਂ ਸੱਜੇ ਪੈਰ ਦੀ ਹੋਣੀ ਉਸ ਵੇਲੇ ਤੈਅ ਹੋ ਗਈ ਸੀ। ਇਸ ਲਈ ਚੋਣ ਦੇ ਸਿਧਾਂਤ ਨੂੰ ਹਮੇਸ਼ਾ ਯਾਦ ਰੱਖੀ, ਕਿਉਂਕਿ ਜਿਹੜੀ ਚੋਣ ਆ ਉਹੀ ਜੀਵਨ ਦੇ ਭਵਿੱਖ ਨੂੰ ਨਿਰਧਾਰਿਤ ਕਰਦੀ। ਹਾਜ਼ਰੀਨ, ਇਹ ਕਹਾਣੀ ਹੈ ਜਿਹੜੀ ਮੈਂ ਕਈ ਕਾਰਨਾਂ ਕਰਕੇ ਸੁਣਾਈ ਆ। ਪਹਿਲਾ ਜਿਹੜਾ ਕਾਰਨ ਆ ਉਹ ਇਸ ਕਰਕੇ ਸੁਣਾਈ ਆ ਵੀ ਜਿਹੜਾ ਸਮੁੱਚਾ ਸਿੱਖ ਇਤਿਹਾਸ ਆ ਉਹ ਚੋਣ ਦੇ ਸਿਧਾਂਤ ਦਾ ਇਤਿਹਾਸ ਆ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ 10 ਪਾਤਸ਼ਾਹੀਆਂ ਨੇ ਆਪਣੇ ਆਪਣੇ ਸਮੇਂ ਜੋ ਵੀ ਚੁਣਿਆ ਉਹ ਚੋਣ ਹੀ ਸੀ ਜਿਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੀ ਮਹਾਨ ਰਚਨਾ ਸਾਡੇ ਸਾਹਮਣੇ ਲਿਆਂਦੀ। ਸ੍ਰੀ ਗੁਰੂ ਨਾਨਕ ਸਾਹਿਬ ਵੱਲੋਂ ਸੰਵਾਦ, ਸੰਗੀਤ ਤੇ ਉਦਾਸੀਆਂ ਨੂੰ ਚੁਣਨਾ, ਗੁਰੂ ਰਾਮਦਾਸ ਵੱਲੋਂ ਸੇਵਾ ਭਾਵ ਨੂੰ ਚੁਣਨਾ, ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਸ਼ਹਾਦਤ ਦੀ ਚੋਣ ਕਰਨੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ਾਹੀ ਨਿਡਰਤਾ ਦੇ ਨਾਲ, ਸ਼ਮਸ਼ੀਰ ਦੇ ਨਾਲ ਸਰਬੰਸਦਾਨੀ ਹੋ ਕੇ ਜ਼ੁਲਮ ਦਾ ਟਾਕਰਾ ਕਰਨਾ, ਇਹ ਚੋਣ ਦੀਆਂ ਹੀ ਮਿਸਾਲਾਂ ਵਾ। ਔਰ ਚੋਣ ਦੀਆਂ ਐਸੀਆਂ ਮਿਸਾਲਾਂ ਵਾ, ਅਦੁੱਤੀ ਮਿਸਾਲਾਂ, ਜਿਨ੍ਹਾਂ ਦੀ ਇਤਿਹਾਸ ਦੇ ਵਿੱਚ ਹੋਰ ਉਦਾਹਰਣ ਬਹੁਤ ਘੱਟ ਮਿਲਦੀ ਹੈ ਜਾਂ ਨਹੀਂ ਮਿਲਦੀ। 10 ਗੁਰੂ ਸਾਹਿਬਾਨ ਦੇ ਜੀਵਨ ਤੋਂ ਜਿਹੜੀ ਗੱਲ ਬਿਲਕੁਲ ਸ਼ੀਸ਼ੇ ਵਾਂਗ ਸਪਸ਼ਟ ਆ ਉਹ ਇਹ ਆ ਵੀ ਉਹਨਾਂ ਦਾ ਜੀਵਨ ਹੀ ਉਹਨਾਂ ਦਾ ਸੰਦੇਸ਼ ਸੀ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਸਿੱਖ ਧਰਮ ਦਾ ਪਹਿਲਾ ਤੇ ਅੰਤਮ ਜਿਹੜਾ ਸੰਦੇਸ਼ ਇਹੀ ਆ ਵੀ ਤੁਹਾਡਾ ਜ਼ਿੰਦਗੀ ਜਿਉਣ ਦਾ ਜਿਹੜਾ ਤੌਰ ਤਰੀਕਾ ਹੈਗਾ ਉਹ ਪਹਿਲਾਂ ਆਉਂਦਾ। ਜਿਹੜੇ ਸਾਡੇ ਫਲਸਫੇ ਆ, ਜਿਹੜੇ ਸਾਡੇ ਸਿਧਾਂਤ ਆ, ਜਿਹੜੀਆਂ ਧਾਰਨਾਵਾਂ ਵਾ, ਜਿਹੜੇ ਸਾਡੇ ਵਿਚਾਰ ਆ, ਉਹ ਬਾਅਦ ਚ ਆਉਂਦੇ। ਸਿੱਖ ਧਰਮ ਵਿੱਚ ਜਿਹੜਾ ਸ਼ਹਾਦਤ ਦਾ ਸੰਕਲਪ ਆ ਤਾਂ ਇਸ ਤੋਂ ਵੀ ਵੱਡਾ ਸੰਦੇਸ਼ ਮਨੁੱਖਤਾ ਨੂੰ ਦਿੰਦਾ ਕਿ ਇਕੱਲਾ ਜੀਵਨ ਜਿਉਣ ਦਾ ਤਰੀਕਾ ਹੀ ਨਹੀਂ, ਸਗੋਂ ਜੀਵਨ ਦੇ ਤਿਆਗ ਦਾ ਜਿਹੜਾ ਤਰੀਕਾ ਤੁਹਾਡਾ, ਤੁਹਾਡੀ ਕੌਮ ਦਾ ਤੇ ਆਉਣ ਵਾਲੀਆਂ ਨਸਲਾਂ ਦਾ ਉਹ ਵੀ ਭਵਿੱਖ ਨਿਰਧਾਰਿਤ ਕਰਦਾ ਤੇ ਸਿੱਖ ਕੌਮ ਦਾ ਭਵਿੱਖ ਨਿਰਧਾਰਿਤ ਉਹਨੇ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਰ ਮਰਹਲੇ 'ਚ ਜਿਹੜੀ ਚੋਣ ਉਹਨਾਂ ਨੇ ਕੀਤੀ ਆ, ਜੀਵਨ ਦੇ ਹਰ ਮਰਹਲੇ 'ਚ, ਉਹ ਅਦੁੱਤੀ ਚੋਣ ਆ। ਨਵਾਂ ਨਗਰ ਅਨੰਦਪੁਰ ਸਾਹਿਬ ਵਸਾਇਆ, ਉਸ ਵੇਲੇ ਉਹਦਾ ਨਾਂ ਗੁਰੂ ਕਾ ਚੱਕ ਰੱਖਿਆ। ਸਿੱਖੀ ਦੇ ਵਿਚਾਰਾਂ ਨੂੰ ਫੈਲਾਉਣ ਲਈ ਯਾਤਰਾਵਾਂ ਕੀਤੀਆਂ। ਜਦੋਂ ਆਪ ਜੀ ਤੇ ਹਮਲਾ ਹੋਇਆ, ਮਸੰਦ ਸ਼ੀਹੇ ਨੂੰ ਮੁਆਫੀ ਦਿੱਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਮੇਤ ਧੀਰਮਲ ਦਾ ਜਿਹੜਾ ਸਾਰਾ ਸਮਾਨ ਵਾਪਸ ਕੀਤਾ। ਕੁਰਬਾਨੀ ਦੇਣ ਲਈ ਖੁਦ ਚੱਲ ਕੇ ਜਾਣਾ, ਇਹ ਵੀ ਇੱਕ ਚੋਣ। ਔਰੰਗਜ਼ੇਬ ਦੀ ਹਰ ਵਧੀਕੀ ਦਾ, ਜ਼ਬਰ ਦਾ, ਜ਼ੁਲਮ ਨੂੰ ਸਹਿਣ ਤੋਂ ਬਾਅਦ ਅਡੋਲ ਰਹਿਣਾ, ਰੱਬੀ ਭਾਣੇ 'ਚ ਰਹਿਣਾ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀਆਂ ਐਸੀਆਂ ਘਟਨਾਵਾਂ ਜਿਹੜੀਆਂ ਸਾਡੇ ਸਮੇਤ ਜਿਹੜੀਆਂ ਸਾਰੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਵਾ ਉਹਨਾਂ ਦੇ ਮਾਰਗਦਰਸ਼ਨ ਵੀ ਕਰਨਗੀਆਂ ਤੇ ਜੀਵਨ 'ਚ ਚੋਣ ਦੇ ਮਹੱਤਵ ਨੂੰ ਸਦਾ ਯਾਦ ਰੱਖਣ ਦਾ ਇੱਕ ਸਾਨੂੰ ਸੁਨੇਹਾ ਵੀ ਦਿੰਦੀ। ਦਿੱਲੀ ਯੂਨੀਵਰਸਿਟੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਮਰਸ ਦਾ ਜਿਹੜਾ ਪੰਜਾਬੀ ਵਿਭਾਗ ਵੱਲੋਂ ਇਹ ਚੋਣ ਕਰਨੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਇੱਕ ਸੈਮੀਨਾਰ ਜਾਂ ਵੈਬੀਨਾਰ ਹੀ ਨਹੀਂ ਕਰਾਉਣਗੇ, ਸਗੋਂ ਇੱਕ ਭਾਸ਼ਣ ਲੜੀ ਕਰਾਉਣਗੇ, ਜਿਹੜੀ ਉਹਨਾਂ ਦੀ ਚੋਣ ਵੀ ਆ, ਇਹ ਉਹਨਾਂ ਦੀ ਦੂਰਅੰਦੇਸ਼ੀ ਦਾ ਪ੍ਰਮਾਣ ਆ ਤੇ ਉਹਨਾਂ ਨੂੰ ਇਸ ਲਈ ਮੁਬਾਰਕਬਾਦ ਵੀ ਆ। ਸਾਡੀ ਭਾਸ਼ਾ ਦਾ ਮਾਣ, ਪਰ ਪਦਮ ਸ਼੍ਰੀ ਸੁਰਜੀਤ ਪਾਤਰ ਜੀ ਪੰਜਾਬੀ ਸਾਹਿਤ ਤੇ ਚਿੰਤਨ 'ਚ ਜਿਹੜੀ ਮਹੱਤਵਪੂਰਨ ਦੀ ਹਸਤੀ ਆ, ਡਾਕਟਰ ਮਨਮੋਹਨ ਜੀ ਤੇ ਇਤਿਹਾਸਕਾਰ ਗੁਰਦਰਸ਼ਨ ਸਿੰਘ ਢਿੱਲੋਂ ਦੀ ਬੁਲਾਰਿਆਂ ਵਜੋਂ ਚੋਣ ਕਰਕੇ ਕਾਲਜ ਨੇ ਵੀ ਸਾਬਤ ਕੀਤਾ ਹੈਗਾ ਵੀ ਉਹਨਾਂ ਦੀ ਕੇਵਲ ਭਾਵਨਾ ਹੀ ਸੱਚੀ ਸੁੱਚੀ ਨਹੀਂ ਹੈਗੀ, ਸਗੋਂ ਉਹਨਾਂ ਨੇ ਜਿਸ ਪੱਧਰ ਦੇ ਭਾਸ਼ਣ ਭਵਿੱਖ 'ਚ ਕਰਵਾਉਣੇ ਆ, ਇਹ ਵੀ ਉਹਨਾਂ ਦੀ ਵਿਦਵਾਨਾਂ ਦੀ ਚੋਣ ਤੋਂ ਪਤਾ ਲੱਗ ਰਿਹਾ ਕਿ ਉਹ ਕਿੰਨੇ ਕੁ ਵਿਦਵਤਾ ਭਰਪੂਰ ਹੋਣਗੇ ਔਰ ਕਿੰਨੇ ਕੁ ਸਹਾਈ ਹੋਣਗੇ। ਪਰ ਇਹਦੇ 'ਚ ਮੈਂ ਇੱਕ ਗੱਲ ਨਾਲ ਜੋੜਨਾ ਚਾਹੁੰਦਾ
ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਨ ਦਾ ਜਿਹੜਾ ਅਰਥ ਆ ਉਹ ਮਾਤਾ ਗੁਜਰੀ ਜੀ ਨੂੰ ਵੀ ਯਾਦ ਕਰਨਾ, ਮਤੀ ਦਾਸ ਤੇ ਭਾਈ ਦਿਆਲੇ ਦੀ ਸ਼ਹੀਦੀ ਨੂੰ ਵੀ ਯਾਦ ਕਰਨਾ, ਭਾਈ ਜੈਤਾ ਤੇ ਲੱਖੀ ਸ਼ਾਹ ਵਣਜਾਰੇ ਨੂੰ ਵੀ ਯਾਦ ਕਰਨਾ। ਇਹ ਸਾਨੂੰ ਨਾ ਇਹ ਭੁੱਲਣਾ ਨਹੀਂ ਚਾਹੀਦਾ। ਔਰ ਇੱਕ ਗੱਲ ਹੋਰ ਜਿਸ 'ਚ ਅਸੀਂ ਪਿੱਛੇ ਆ, ਕਾਫੀ ਪਿੱਛੇ ਆ, ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ 550ਵਾਂ ਮਨਾਇਆ ਸੀਗਾ, ਉਦੋਂ ਅਸੀਂ ਬੜੇ ਪ੍ਰੋਗਰਾਮ ਕੀਤੇ, ਸਰਕਾਰਾਂ ਵੱਲੋਂ, ਯੂਨੀਵਰਸਿਟੀਆਂ ਵੱਲੋਂ, ਕਾਲਜਾਂ ਵੱਲੋਂ ਹੋਏ। ਪਰ ਇੱਕ ਗੱਲ ਦਾ ਜਿਹੜਾ ਅਭਾਵ ਆ, ਇੱਕ ਗੱਲ ਦੀ ਜਿਹੜੀ ਕਮੀ ਆ, ਜਿਹੜੀ ਹੁਣ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਸਮੇਂ ਵੀ ਰੜਕ ਰਹੀ ਆ, ਉਹ ਕਮੀ ਆ ਅਨੁਵਾਦ ਦੀ ਕਮੀ। ਬਾਈਬਲ ਦਾ ਅਨੁਵਾਦ ਆ ਜਿਹੜਾ 700 ਕੁਝ ਭਾਸ਼ਾਵਾਂ 'ਚ ਹੋ ਚੁੱਕਾ, ਪਰ ਕੀ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ, ਉਹਨਾਂ ਦੀ ਬਾਣੀ ਨੂੰ, ਜਾਂ ਉਹਨਾਂ ਦੇ ਜੀਵਨ ਨੂੰ, ਜਾਂ ਉਹਨਾਂ ਦੀ ਕਿਸੇ ਇੱਕ ਰਚਨਾ ਨੂੰ 550 ਭਾਸ਼ਾਵਾਂ 'ਚ ਅਨੁਵਾਦ ਕਰਾਉਣ ਦਾ ਕਦੇ ਅਹਿਦ ਲਿਆ? ਇਹਦੇ ਬਾਰੇ ਸੋਚਣਾ ਬਣਦਾ। ਇਸੇ ਤਰ੍ਹਾਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਸਮੇਂ ਸ਼੍ਰੋਮਣੀ ਕਮੇਟੀ ਨੂੰ ਜਾਂ ਹੋਰ ਜਿਹੜੇ ਵੱਡੇ ਅਦਾਰੇ ਆ, ਉਹਨਾਂ ਨੂੰ ਇਸ ਦਿਸ਼ਾ 'ਚ ਵੀ ਸੋਚਣਾ ਚਾਹੀਦਾ ਵੀ ਅਸੀਂ ਵੱਧ ਤੋਂ ਵੱਧ ਗੁਰੂ ਸਾਹਿਬ ਦੀ ਜੇ ਬਾਣੀ ਨੂੰ, ਉਹਨਾਂ ਦੇ ਜੀਵਨ ਦੇ ਫਲਸਫੇ ਨੂੰ, ਉਹਨਾਂ ਦੇ ਸਿਧਾਂਤਾਂ ਨੂੰ, ਕਿਉਂਕਿ ਸਿੱਖੀ ਦਾ ਫਲਸਫਾ ਸਿਰਫ ਸਿੱਖਾਂ ਲਈ ਨਹੀਂ ਹੈ। ਸਿੱਖੀ ਦਾ ਫਲਸਫਾ, ਗੁਰੂ ਸਾਹਿਬਾਨ ਦਾ ਫਲਸਫਾ ਜਿਹੜਾ, ਇਹ ਮਨੁੱਖਤਾ ਦੇ ਲਈ ਆ, ਤੇ ਮਨੁੱਖਤਾ ਦੇ ਤੱਕ, ਇਹ ਸਮੁੱਚੀ ਮਨੁੱਖਤਾ ਤੱਕ ਸਿਰਫ ਅਨੁਵਾਦ ਦੇ ਮਾਧਿਅਮ ਰਾਹੀਂ ਪਹੁੰਚ ਸਕਦਾ। ਮੈਨੂੰ ਲੱਗਦਾ ਇਹ ਯਤਨ ਵੀ ਕਰਨੇ ਬਣਦੇ ਆ। ਇਹਨਾਂ ਸ਼ਬਦਾਂ ਨਾਲ ਹੀ ਮੈਂ ਇਹ ਦੁਆ ਕਰਦਾ, ਸ਼ੁਭ ਕਾਮਨਾ ਕਰਦਾ, ਕਿਉਂਕਿ ਜਦੋਂ ਮੈਡਮ ਨੇ ਕਿਹਾ ਸੀ ਆਸ਼ੀਰਵਾਦੀ ਸ਼ਬਦ, ਤਾਂ ਮੈਂ ਸੋਚਿਆ ਸੀ ਨਾ ਤਾਂ ਮੇਰੀ ਉਮਰ ਆਸ਼ੀਰਵਾਦ ਵਾਲੀ ਆ, ਤੇ ਪਰ ਫਿਰ ਮੈਂ ਜਦੋਂ ਦੇਖਿਆ ਵੀ ਆਸ਼ੀਰਵਾਦ ਦੇ ਇੱਕ ਅਰਥ ਦੁਆ ਕਰਨਾ ਵੀ ਹੁੰਦੇ ਆ, ਸ਼ੁਭ ਕਾਮਨਾ ਦੇਣਾ ਵੀ ਹੁੰਦੇ ਆ। ਸੋ ਮੈਂ ਦੁਆ ਕਰਦਾ, ਸ਼ੁਭ ਕਾਮਨਾ ਵੀ ਕਰਦਾ ਵੀ ਇਹ ਜਿਹੜੀ ਭਾਸ਼ਣ ਲੜੀ ਆ ਸਾਡੇ ਵਿਦਵਾਨਾਂ ਲਈ, ਖੋਜਾਰਥੀਆਂ ਲਈ, ਵਿਦਿਆਰਥੀਆਂ ਦੇ ਲਈ ਲਾਹੇਵੰਦ ਸਾਬਤ ਹੋਊਗੀ, ਤੇ ਜੀਵਨ ਦੇ ਉਹਨਾਂ ਅਰਥਾਂ ਨੂੰ ਪਛਾਣਨ ਤੇ ਜਾਣਨ 'ਚ ਇਹ ਸਾਡੇ ਲਈ ਸਹਾਈ ਸਾਬਤ ਹੋਊਗੀ ਜਿਹੜੇ ਗੁਰੂ ਸਾਹਿਬਾਨ ਨੇ ਸਾਡੇ ਲਈ ਸ਼ਹਾਦਤ ਦੇ ਕੇ, ਆਤਮ ਬਲਿਦਾਨ ਦੇ ਕੇ ਸਿਰਜੇ ਆ। ਔਰ ਅੰਤ ਵਿੱਚ ਮੈਂ ਪ੍ਰਿੰਸੀਪਲ ਸਾਹਿਬ ਦਾ, ਪੰਜਾਬੀ ਵਿਭਾਗ ਦਾ ਧੰਨਵਾਦ ਕਰਦਾ, ਕਾਲਜ ਦੀ ਮੈਨੇਜਮੈਂਟ ਦਾ, ਕਾਲਜ ਦੇ ਸਮੂਹ ਪ੍ਰੋਫੈਸਰ ਸਾਹਿਬਾਨ ਦਾ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ, ਪਾਤਰ ਸਾਹਿਬ ਦਾ, ਡਾਕਟਰ ਮਨਮੋਹਨ ਦਾ, ਗੁਰਦਰਸ਼ਨ ਢਿੱਲੋਂ ਦਾ ਨੂੰ ਸਲਾਮ ਪੇਸ਼ ਕਰਦਾ ਕਿ ਅੱਜ ਉਹਨਾਂ ਦੇ ਵਿਚਾਰਾਂ ਨੂੰ ਸੁਣਨ ਦਾ ਪਾਤਰ ਸਾਹਿਬ ਨੂੰ ਮੌਕਾ ਮਿਲਿਆ, ਔਰ ਡਾਕਟਰ ਮਨਮੋਹਨ ਤੇ ਢਿੱਲੋਂ ਸਾਹਿਬ ਨੂੰ ਸੁਣਾਂਗੇ। ਬਹੁਤ ਬਹੁਤ ਸ਼ੁਕਰੀਆ। बहुत बहुत शुक्रिया डॉक्टर रवि रविंदर जी, जिन्होंने गुरु साहब की विचारधारा, उन्हों की चोण की गल जी है वो मेन की, संवाद की गल की, और कई नवे जोड़े चैलेंजेस साढ़े सामने ने उन्होंने भी उन्होंने गल की। मैं उन्होंने तह दिलों शुक्रिया करती हाँ। तो इस लड़ी में साढ़े अगले मेहमान जोड़े ने उन्हें डॉक्टर मनमोहन जी, ਜਿਹੜੇ ਕਿ ਕਈ ਮਾਨ ਸਨਮਾਨਾਂ ਨਾਲ ਨਿਵਾਜੇ ਗਏ ਹਨ, ਔਰ ਇਹ ਉੱਘੇ ਲੇਖਕ, ਸ਼ਾਇਰ ਤੇ ਆਲੋਚਕ ਹਨ। ਡਾਕਟਰ ਮਨਮੋਹਨ ਦੀ ਜਿਹੜੀ ਆਲੋਚਨਾ ਹੈ ਉਹ ਸ਼ਾਸਤਰੀ ਤੇ ਪੱਛਮੀ ਪਰੰਪਰਾ ਜਿਹੜੀ ਸਾਡੀ ਹੈ ਉਹਦੇ ਵਿਚਕਾਰ ਇੱਕ ਪੁਲ ਉਸਾਰਦੀ ਹੈ। ਸ਼ਾਇਰ ਨੀਲਕੰਠ ਤੋਂ ਤੁਰ ਕੇ ਮਨਮੋਹਨ ਸਹਿਜ ਗੁਫਾ ਮੇ ਆਸਣ ਤੱਕ ਦਾ ਸਫ਼ਰ ਤੈਅ ਕਰ ਚੁੱਕੇ ਹਨ। ਉਹਨਾਂ ਦੀ ਹੁਣੀ ਇੱਕ ਨਵੀਂ ਕਿਤਾਬ ਜਿਹੜੀ ਹੈ ਉਹ ਨਜ਼ਰ ਹੋਈ ਹੈ, ਸਹਿਜ ਗੁਫਾ ਮੇ ਆਸਣ। ਤੇ ਜਿਹੜੇ ਸ਼ਾਇਰ ਗੁਫਾ ਵਿੱਚ ਆਸਣ ਲਾਈ ਬੈਠੇ ਨੇ, ਅੱਜ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਵੇਂ ਮਹਿਸੂਸ ਕਰਦੇ ਹਨ ਉਹ ਅਸੀਂ ਸੁਣਾਂਗੇ। ਭਾਵੇਂ ਉਹ ਕਈ ਸਰਕਾਰੀ ਅਹੁਦਿਆਂ ਵਿੱਚ ਸੇਵਾ ਨਿਭਾ ਰਹੇ ਹਨ, ਪਰ रूहानी तौर पर वो सिरजनात्मक खेत्र नाल जुड़े हुए हैं। इन्हां दी पछाण जिहड़ी है वो एक आलोचक वजों है। सानू आस है कि अज वो गुरु तेग बहादुर जी दी सफरे शहादत ते परंपरा नाल भी एक पुल जोड़न दी जिहड़ी है वो कोशिश करनगे। मैं इन्हां शब्दां नाल डॉक्टर मनमोहन जी नूं जी आयां आखदी हां अते अपना कुंजीवत भाषण जिहड़ा
ਉਹ ਪੇਸ਼ ਕਰਨ ਲਈ ਬੇਨਤੀ ਕਰਦੀ ਹਾਂ। ਡਾਕਟਰ ਮਨਮੋਹਨ ਜੀ। धर्मेंद्र देखना डॉक्टर साहब है ना? हाँ जी मैम। सर हाँ जी अनम्यूट कर लिया सर। शुक्रिया डॉक्टर मनजीत कौर जी। सब तो पहला तो मैं गुरु गोबिंद सिंह खालसा कॉलेज ऑफ कॉमर्स नवी दिल्ली ਦੇ ਪ੍ਰਿੰਸੀਪਲ ਸਾਹਿਬ, ਪੰਜਾਬੀ ਵਿਭਾਗ ਦੀ ਫੈਕਲਟੀ, ਡਾਕਟਰ ਮਨਜੀਤ ਕੌਰ ਉਹਨਾਂ ਦੇ ਚੇਅਰਪਰਸਨ, ਪਦਮ ਸ਼੍ਰੀ ਸੁਜੀਤ ਪਾਤਰ ਜੀ, ਡਾਕਟਰ ਰਵੀ ਰਵਿੰਦਰ ਜੀ, ਡਾਕਟਰ ਗੁਰਦਰਸ਼ਨ ਢਿੱਲੋਂ ਜੀ, ਸਭ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਆਪਣੇ ਵਿੱਚ ਮੇਰੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਫਰੇ ਸ਼ਹਾਦਤ ਦੇ ਪ੍ਰਸੰਗ ਵਿੱਚ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਹੈ। ਗੁਰੂ ਸਾਹਿਬ ਬਾਰੇ ਕਈ ਪੱਖਾਂ ਤੋਂ ਗੱਲਾਂ ਹੋ ਸਕਦੀਆਂ ਨੇ, ਪਰ ਮੈਂ 3-4 ਸੂਤਰਾਂ ਦੇ ਵਿੱਚ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਾਂਗਾ। ਇੱਕ ਤਾਂ ਉਹਨਾਂ ਦੀ ਇਤਿਹਾਸਕਤਾ ਨੂੰ, ਉਸ ਪ੍ਰਪੇਖ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ। ਦੂਸਰਾ ਉਹਨਾਂ ਦੀ ਆਪਣੇ ਸਮੇਂ ਤੇ ਹੁਣ ਦੇ ਸਮੇਂ 'ਚ ਉਹਨਾਂ ਦੀ ਸ਼ਹਾਦਤ ਦੇ ਕੀ ਅਰਥ ਨੇ ਔਰ ਉਹਨਾਂ ਤੋਂ ਅਸੀਂ ਕੀ ਦਿਸ਼ਾ ਗ੍ਰਹਿਣ ਕਰ ਸਕਦੇ ਹਾਂ। ਤੀਸਰਾ ਉਹਨਾਂ ਦੀ ਜੀਵਨ ਸ਼ੈਲੀ ਔਰ ਜੀਵਨ ਸੋਚ, ਉਹਨਾਂ ਦਾ ਫਲਸਫਾ ਬਾਰੇ ਗੱਲ ਕੀਤੀ ਜਾਵੇ। ਜਦੋਂ ਅਸੀਂ ਗੁਰੂ ਸਾਹਿਬ ਨੂੰ ਉਹਨਾਂ ਦੇ ਇਤਿਹਾਸਕ ਪ੍ਰਪੇਖ 'ਚ ਰੱਖ ਕੇ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਸਫਰੇ ਸ਼ਹਾਦਤ ਦੀ ਜਿਹੜੀ ਮਹੱਤਤਾ, ਸਿਗਨੀਫਿਕੈਂਸ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੇ ਸੁਤੰਤਰਤਾ ਦਾ ਇਤਿਹਾਸ ਨੂੰ ਕਾਇਮ ਰੱਖਣ ਦੇ ਆਪਣੀ ਸ਼ਹਾਦਤ ਨਾਲ ਯੋਗਦਾਨ ਪਾਇਆ। ਸੁਤੰਤਰਤਾ ਕਾਹਦੀ? ਸੁਤੰਤਰਤਾ ਆਪਣੇ ਵਿਚਾਰਾਂ ਦੀ, ਆਪਣੀ ਜੀਵਨ ਵਿਧੀ ਦੀ, ਆਪਣੇ ਧਰਮ ਦੀ, ਆਪਣੇ ਈਮਾਨ ਦੀ, ਆਪਣੀ ਭਾਸ਼ਾ ਦੀ, ਆਪਣੇ ਸੱਭਿਆਚਾਰ ਦੀ, ਆਪਣੇ ਧਰਮ ਦੀ। ਸੋ ਇਹ ਜਿਹੜੀ ਸੁਤੰਤਰਤਾ ਹੈ, ਇਸ ਨੂੰ ਕਾਇਮ ਰੱਖਣ ਵਿੱਚ ਉਹਨਾਂ ਨੇ ਆਪਣੀ ਸ਼ਹਾਦਤ ਨਾਲ ਜਿਹੜਾ ਇੱਕ ਯੁੱਗ ਨੂੰ ਦੇਣ ਦਿੱਤੀ ਹੈ, ਉਸ ਦੇਣ ਦੇ ਅੱਜ ਕੀ ਮਹੱਤਵ ਨੇ ਉਸ ਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ। ਤੁਸੀਂ ਅਗਰ ਮਹਾਭਾਰਤ ਤੋਂ ਹੀ ਗੱਲ ਕਰਨੀ ਸ਼ੁਰੂ ਕਰੋ ਤਾਂ ਮਹਾਭਾਰਤ ਦਾ ਜਿਹੜਾ ਇਤਿਹਾਸ ਸੀ ਉਹ ਪਦਾਰਥਕਤਾ ਦਾ ਇਤਿਹਾਸ ਸੀ। ਸਾਰੀ ਲੜਾਈ ਜਿਹੜੀ ਸੀਗੀ, ਸਾਰਾ ਖੂਨ ਜਿਹੜਾ ਵਹਿਆ, ਉਹ ਪਦਾਰਥਕ ਉਪਲਬਧੀ ਔਰ ਪਦਾਰਥ ਕਬਜ਼ੇ ਦਾ ਇਤਿਹਾਸ ਸੀ। ਜੇ ਤੁਸੀਂ ਈਸਾ ਦਾ ਇਤਿਹਾਸ ਦੇਖ ਲਓ ਤਾਂ ਉਹ ਇਤਿਹਾਸ ਜਿਹੜਾ ਸੀ ਉਹਦੇ 'ਚ ਵੀ ਸ਼ਹਾਦਤ ਹੈ, ਪਰ ਗੁਰੂ ਸਾਹਿਬ ਦੀ ਸ਼ਹਾਦਤ ਦੇ ਅਰਥ ਔਰ ਗੁਰੂ ਸਾਹਿਬ ਦੀ ਸ਼ਹਾਦਤ ਦਾ ਸਰੂਪ ਜਿਹੜਾ ਹੈ ਉਹ ਈਸਾ ਦੀ ਸ਼ਹਾਦਤ ਤੋਂ ਔਰ ਸੁਕਰਾਤ ਦੀ ਸ਼ਹਾਦਤ ਤੋਂ ਬਿਲਕੁਲ ਭਿੰਨ ਹੈ। ਗੁਰੂ ਸਾਹਿਬ ਨੇ ਸ਼ਬਦ ਦੀ ਸੁਤੰਤਰਤਾ ਦੀ ਵੀ ਲਈ ਸ਼ਹਾਦਤ ਦਿੱਤੀ।
ईसा तो 9वीं सदी पहला यासक ने जो निरुक्त शास्त्र लिखा तो वो शब्द की स्वतंत्रता ਨੂੰ तलाश रहा ਸੀ। गुरु साहब ने अपने विचार, अपने फलसफे, अपनी बाणी राही शब्द की स्वतंत्रता ਨੂੰ भी कायम रखने ਲਈ शहादत दी। ਤੁਸੀਂ देखो कि गोरखनाथ या उस वेले दे सिद्धा ने भी अपने विचारां दी शहादत, अपने विचारां दी स्वतंत्रता ਲਈ कई तरह के ਜਿਹੜੇ ਨੇ इतिहासक योगदान दिते। पर ਜਦੋਂ ਅਸੀਂ ਦੇਖਦੇ ਹਾਂ कि देखो कितनी ਵੱਡੀ एक इतिहास ਦੀ चमत्कार ही मैं ਇਹਨੂੰ ਕਹਾਂਗਾ कि 1469 गुरु साहब गुरु नानक देव जी का जन्म होंदा। 1526 बाबर का उदय होंदा और सिख धर्म दियां जड़ियां जड़ा ने वो समाज दे विच, सभ्याचार दे विच अपना पकड़ना शुरू हो जांदियां और ज्ञान की परंपरा दे विच एक नवी ज्ञान की परंपरा वो जड़ा फैलनियां शुरू होंदियां। और तुसी देखो कि गुरु अर्जन देव जी की शहादत और गुरु तेग बहादुर की 1675 शहादत, 1708 औरंगजेब की मौत और 1709 गुरु गोबिंद सिंह साहब की जिहड़ा शहादत उन्होंने ज्योति जोत समाना, स्थापति, एस्टैबलिशमेंट, पावर की स्थापति, पावर की स्थापति तो स्वतंत्रता की स्थापति, सिख धर्म की स्थापना, ये एक दोनों साइमल्टेनियसली दो इतिहासिक जिहड़े पैराडाइम ने, हिस्टोरिकल पैराडाइम ने नाल नाल चल रहे हैं और ये दोनों बहुत बहुत गहराई ना आपस जुड़े हुए हैं। जिन्नियां भी महत्वपूर्ण घटनावां सिख इतिहास च वापरदियां ने और वो साइमल्टेनियसली इतिहास जिहड़ा वो स्थापति का इतिहास है, एस्टैबलिशमेंट का इतिहास है, सत्ता का, पावर का इतिहास है, वो उस वेले की जिहड़ी एस्टैबलिशमेंट है जिन्होंने असीं मुगलों की बादशाहत कहते हैं। सो ये एक बड़ी अजीब तरह की एक विकास, मैं विकास का शब्द देना कि शास्त्र तो ज्ञान तो परंपरा शुरू होती है और शास्त्र तक, शस्त्र तक पहुंचती है। रबाब तो परंपरा शुरू होती है गुरु साहब नानक देव जी नाल और नगारे तक आके परंपरा बनती है, अपना शिखर छूंदी है। जे बाणी तो परंपरा शुरू होती है, गुरु साहब ने जो आरती लिख जिहड़ी उचारी जगन्नाथ के मंदिर दे पूरे और जो खालसा राज की 1600 खालसा पंथ की स्थापना होती है 1699 के विच, एक बाणी और बाणा, ये जिहड़ी सारी जिहड़ी इसनूं ये जिहड़ियां बाइनरीज ने एवें नहीं बनिया, इहदे पिछे बड़ी बहुत बड़ी वड्डी इतिहासक जिहड़ी है वो पिठभूमि है और एक परिदृश्य जिहड़ा हैगा वो बैठा होया। सिर्फ उसनूं समझना ते उसनूं आपस में जोड़ के देखने की जरूरत है। तुसीं देखो कि जिहड़ी गुरु साहब की शहादत नूं जे असीं इतिहास के एक होर नुकते तो देखने की कोशिश करिए, जिहदा जिक्र अतर साहब ने भी और रवि ने भी अपने गल किया कि ਜਾਂ प्रिंसीपल साहब ने भी इस गल इशारा किया कि गुरु साहब की शहादत जिहड़ी है वो
अद्वितीय शहादत है जिहदा कोई सानी नहीं है, जिहदी कोई होर एग्जाम्पल नहीं मिलती है। ईसा की शहादत भी हुई और ईसा तो पहला सुकरात की शहादत हुई, पर उन्हां सारियां शहादतां दे विच मकतूल नूं गिरफ्तार करके कातल लैके आए या उस वेले दी सत्ता। गुरु साहब पहली इतिहासक घटना है पूरे, इसे करके इन्हूं अद्वितीय और अद्वितीय कहंदे हैं। इसका कोई होर एग्जाम्पल नहीं है कि गुरु साहब खुद चल के और गए कि मैं आ रहा हाँ, आप पहला गलबात करांगे, संवाद करांगे। जिदा वाल्टेयर कहंदा, वाल्टेयर ने एक बार आख्या कि आई डिसप्रूव व्हाट यू से बट टिल माय डेथ आई विल डिफेंड व्हाट यू से। सो मैं उन्होंने आख्या कि मैं जो तू कह रहा मैं उसनूं डिसप्रूव करदा, पर मैनू जो तू कह रहा उस दे विरुद्ध डिफेंस देने का मेरे को अधिकार है। सो गुरु साहब खुद चल के गए। सो एक जिन्हों दौलत राय अपने इतिहास दे विच कहंदा कि एक उल्टी गंगा जिहड़े सीगे उन्होंने एक जिक्र प्रिंसीपल साहब ने किया इस गल बारे। सो जिहड़ियां इस शहादत की जिहड़ी सिग्निफिकेंस है इसनूं होर महत्ता प्रदान करदी है। तीसरी गल जिहड़ी दूसरी गल मैं कहनी चाहुंदा जिहड़ा हैगा कि सिक्खी दे विच मौत दी समझ दी प्रेरणा और वो प्रेरणा का विकास जिहड़ा है वो पड़ादार पड़ा समझा जा सकता है बाणी दे प्रपेख तो। गुरु नानक साहब जो कहते ने जो तो प्रेम खेलन का चाओ सिर तर गली गली मोई आओ, ਉਹਦਾ परस्पैक्टिव बिल्कुल विभिन्न परस्पैक्टिव है। वो फलसफे की पद्धर के उत्ते, दर्शन की पद्धर के उत्ते, प्रेम की पद्धर के उत्ते, समर्पण की पद्धर के उत्ते है। ਉਹਦੇ ਚ ਸਥਾਪਤੀ ਨਾਲ ਉਹੋ ਜੀ ਟੱਕਰ नहीं दिखाई देंदी ਜਿਹੜੀ ਤੁਹਾਨੂੰ ਟੱਕਰ ਬਾਅਦ ਦੇ ਵਿੱਚ ਗੁਰੂਆਂ ਦੀ ਬਾਣੀ ਦੇ ਵਿੱਚ ਦਿਖਾਈ ਦਿੰਦੀ ਹੈ। ਗੁਰੂ ਅਰਜਨ ਸਾਹਿਬ जो कहते हैं पहला मरण कबूल कर जीवन की छलरास। सो देखो कि जिहड़ी फलसफे दी जिहड़ी शब्द दी जिहड़ी मीनिंग है जिहड़ी समुचता दे विच इहनूं देखीए ते उस एक तुहानूं एक एवोल्यूशन दिखाई दिंदी है, एक सूखम तो स्थूल वल जदों गल तुरदी है। और गुरु तेग बहादुर आके जदों उन्हां कहंदे ने कि जो भै काहू को देत है ना पै मान। सो ये तीन पड़ाव ने जिहड़े संकल्पक पद्धर दे उत्ते, कंसैप्चुअल पद्धर दे उत्ते मौत नाल जुड़े हुए जिहड़े पड़ाव ने वो पड़ाव जिहड़े ने गुरु साहब की जिहड़ी शहादत नूं एक नवीं सिग्निफिकेंस, एक नवीं चयनात्मकता प्रदान करते हैं। तीसरी गल जिहड़ी मैं इसनूं होर इसनूं एक दूजे शब्द कहना चाहांगा कि कि इस शहादत ने जिहड़ी समाज की बहुवंधता की गल है, मल्टीपलिसिटी की, यूनिटी की, इंटैग्रिटी की जिहड़ी गल है उस ते पैरा किस तरह देना है फलसफे की पद्धर के उत्ते, ज्ञान की पद्धर के उत्ते, शब्द की पद्धर के उत्ते और कर्म की पद्धर के उत्ते। ये सानू गुरु साहब की शहादत तो ये भी चयनात्मकता सानू दिखाई
ਦਿੰਦੀਆਂ ਨੇ। ਇਸ 'ਚ ਵੀ ਗਹਿਰਾਈ ਨਾਲ ਸਮਝਣ ਦੀ ਜ਼ਰੂਰਤ ਹੈ। ਦੇਖੋ ਪੰਜਵੀਂ ਪਾਤਸ਼ਾਹੀ ਜਦੋਂ ਕਹਿੰਦੇ ਨੇ ਕਿ ਕੋਈ ਬੋਲੇ ਰਾਮ ਰਾਮ ਕੋਈ ਅਲਾਏ, ਕੋਈ ਬੋਲੇ ਰਾਮ ਰਾਮ ਕੋਈ ਅਲਾਏ, ਸੋ ਉੱਥੇ ਜਦੋਂ ਉਹ ਕਹਿ ਰਹੇ ਨੇ ਕਿ ਇਸ ਸਮਾਜ ਦੇ ਵਿੱਚ ਆਪਣੇ ਧਰਮ ਆਪਣੇ ਇਸ਼ਟ ਦੀ ਸੁਤੰਤਰਤਾ ਹੈ। ਕੋਈ ਕਿਸੇ ਦੀ ਜਿਹੜੀ ਪੂਜਾ ਵਿਧੀ ਹੈ, ਪੂਜਾ ਢੰਗ ਹੈ, ਉਹ ਅਲੱਗ ਹੈ, ਕਿਸੇ ਦਾ ਇਸ਼ਟ ਅਲੱਗ ਹੈ, ਪਰ ਸਾਰੇ ਉਹ ਇੱਕ ਜਗ੍ਹਾ ਰਹਿ ਰਹੇ ਨੇ। ਤੁਸੀਂ ਦੇਖੋ ਕਿ ਇਹ ਗੱਲ ਨੂੰ ਗੁਰੂ ਅਰਜਨ ਸਾਹਿਬ ਬਹੁਤ ਕਿੰਨੇ ਖੂਬਸੂਰਤੀ ਨਾਲ ਕਹਿੰਦੇ ਨੇ। ਇਸ ਨੂੰ ਅਸੀਂ ਜੋੜ ਕੇ ਦੇਖਾਂਗੇ ਅੱਗੇ ਗੁਰੂ ਤੇਗ ਬਹਾਦਰ ਜੀ ਦੇ ਨਾਲ। ਔਰ ਇਹ ਜਿਹੜਾ ਮਲਟੀਪਲਿਸਿਟੀ, ਬਹੁਵੰਦਤਾ ਔਰ ਬਹੁਰੂਪਤਾ ਦਾ ਜਿਹੜਾ ਸੰਕਲਪ ਹੈ, ਇਹਦੇ ਨਾਲ ਇਹਨੂੰ ਕਿੱਦਾਂ ਡਿਪੈਂਡ ਕਰਦੇ ਨੇ। ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੇ ਗੁਸਈਆ ਕੋਈ ਅਲਾਏ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ, ਕੋਈ ਨਾਵੇ ਤੀਰਥ ਕੋਈ ਹਜ ਜਾਏ, ਕੋਈ करे पूजा कोई सिर निभाए, कोई पढ़े वेद कोई कतेब, कोई ओढ़े नील कोई सफेद, कोई कहे तुर्क कोई कहे हिंद, कोई बाछे पिस्ट कोई सुरगिंद, कहो नानक जिन हुक्म पछाता, प्रभ साहब सब साहिब का सिर भेद जाता। सो गुरु साहब उस वेले दी जिहड़ी बहुरूपता है, बहुबंधता है, उस वाल इशारा करते हैं। और इस भाई संतोख सिंह ने भी अपने दे विच आख्या कि छाए जाती अनेकता, छाए जाती एकता, अनेकता बिलाए जाती, कि जिहड़ी समाज की अनेकता सीगी वो खत्म हो जानी सी जे ये शहादत ना होती। तुसी देखो कि एक बहुत बड़ा थिंकर है, जैपनीज थिंकर, उन्होंने किताब है द कॉन्सेप्ट ऑफ रियलिटी एंड एग्जिस्टेंस, तोशीहिको इजुतोशु। ਉਹ सूफी ਦੇ ਪ੍ਰਸੰਗ ਦੇ ਵਿੱਚ ਜਿਹੜਾ ਫਰਕ ਬਕਾ ਔਰ ਫਨਾ ਦੇ ਪ੍ਰਸੰਗ ਦੇ ਵਿੱਚ ਗੱਲ ਕਰਦਾ ਹੈ। ਉਹ ਕਹਿੰਦਾ ਕਿ ਫਰਕ ਇਜ਼ ਐਕਸਪੀਰੀਅੰਸ ਆਫ ਵੈਰਾਈਟੀ ਵਿਦਾਊਟ ਯੂਨਿਟੀ। ਫਰਕ ਇਜ਼ ਐਕਸਪੀਰੀਅੰਸ ਆਫ ਵੈਰਾਈਟੀ ਵਿਦਾਊਟ ਯੂਨਿਟੀ। ਇਹ ਬਹੁਰੂਪਤਾ ਦਾ ਐਕਸਪੀਰੀਅੰਸ ਤਾਂ ਹੈ ਪਰ ਇਹਦੇ ਵਿੱਚ ਏਕਤਾ ਨਹੀਂ ਹੈ। ਵਾਈਲ ਫਨਾ ਇਜ਼ ਐਕਸਪੀਰੀਅੰਸ ਆਫ ਯੂਨਿਟੀ ਵਿਦਾਊਟ ਵੈਰਾਈਟੀ। फना दे विच एकता तो है पर बहुरूपता नहीं है। बका इज द एक्सपीरियंस ऑफ यूनिटी इन वैरायटी एंड यूनिटी ऑफ गॉड, मैन एंड नेचर और द ट्रांसेंडेंस एंड इमिनेंस। सो जड़ा बका दा कॉन्सेप्ट है, किस बहुरूपता बहुवंदता नूं जोड़ के देखना और इसकी पैरवी करनी, इसनूं कायम रखने लिए किसी भी एक्सट्रीम तक जाके शहादत तक दा जड़ा है वो हुक्म स्वीकार करना, उन्होंने मनना, ये एक बहुत वड्डी देन है गुरु साहब की। तुसीं देखो कि गुरु साहब ने जो कहते हैं कि जिन्नी देर तक जड़ा अदर है ਤੁਸੀਂ ਉਸ ਨੂੰ ਨਹੀਂ ਪਛਾਣਦੇ ਤਾਂ ਤੁਹਾਡੀ ਆਪਣੀ ਕੋਈ ਹੋਂਦ ਨਹੀਂ ਹੈ। ਬਹੁਰੂਪਤਾ ਦੀ ਜਿਹੜੀ ਹੈਗੀ ਹੋਂਦ, ਜਿੰਨੀਆਂ ਵੀ ਅਦਰਸ ਐਂਟੀਟੀ ਹੈ ਨੇ ਉਹਨੂੰ ਰਿਸਪੈਕਟ ਕਰਨਾ ਜਿਹੜਾ ਸਿੱਖਣਾ, ਉਹ ਇਹ ਸ਼ਹਾਦਤ ਤੋਂ ਸਾਨੂੰ ਉਹਦੇ ਸ਼ਹਾਦਤ ਤੋਂ ਸਾਨੂੰ ਉਹਦੇ ਅਰਥ ਮਿਲਦੇ ਨੇ। ਤੁਸੀਂ ਦੇਖੋ ਕਿ
ਮਾਡਰਨ ਫਿਲਾਸਫੀ ਦੇ ਵਿੱਚ ਜਿਹੜੇ ਖਾਸ ਕਰਕੇ ਜਿਹੜੇ ਪੋਸਟ ਮਾਡਰਨ ਥਿੰਕਰਸ ਨੇ, ਐਮੈਨੂਅਲ ਲੈਵਿਨਾਸ ਆਪਣੀ ਕਿਤਾਬ ਅਦਰਵਾਈਜ਼ ਦੈਨ ਬੀਇੰਗ ਇੱਕ ਕਨਸੈਪਟ ਦਿੰਦਾ ਅਲਟੈਰਿਟੀ ਦਾ। ਅਲਟੈਰਿਟੀ ਮੀਨ ਪਰਤਾ, ਦੂਸਰਾ ਜਿਹੜਾ ਹੈ, ਜਿਹੜਾ ਜਾਂ ਜਿਹਨੂੰ ਮਾਰਟਨ ਵੀਬਰ ਡੌ ਕਹਿੰਦਾ ਕਿ ਦੂਸਰੇ ਦੀ, ਉਹ ਕਹਿੰਦਾ ਦੂਸਰਾ ਉਹ ਹੀ ਹੈ ਜੋ ਤੁਸੀਂ, ਜਿਸ ਤਰ੍ਹਾਂ ਤੁਸੀਂ, ਜਿੱਦਾਂ ਤੁਸੀਂ ਅਦਰ ਨੂੰ ਦੇਖਦੇ ਨੇ ਤੇ ਅਦਰ ਤੁਹਾਨੂੰ ਦੇਖਦਾ ਹੈ, ਤੁਸੀਂ ਆਪਣੇ ਆਪ 'ਚ ਕੁਛ ਨਹੀਂ। ਸੋ ਗੁਰੂ ਸਾਹਿਬ ਨੇ ਅਦਰ ਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ। ਅੱਛਾ, ਉਹਦੇ ਵਾਸਤੇ ਔਰੰਗਜ਼ੇਬ ਵੀ ਉਨਾ ਹੀ ਅਦਰ ਸੀਗਾ ਜਿੰਨਾ ਅਦਰ ਜਿਹੜਾ ਹੈ ਉਹ ਜਿਹੜੇ ਸੀਗੇ ਕਸ਼ਮੀਰੀ ਪੰਡਿਤ ਸੀਗੇ ਜਿਹੜੇ ਉਹਨਾਂ ਦੀ ਸ਼ਰਨ 'ਚ ਆਏ ਸੀ। ਮੈਨੂੰ ਤਾਂ ਇਹ ਲੱਗਦਾ ਹੈ ਕਿ ਗੁਰੂ ਸਾਹਿਬ ਦੀ ਜਿਹੜੀ ਪੋਲੀਟੀਕਲ ਅੰਡਰਸਟੈਂਡਿੰਗ ਸੀ, ਆਪਣੀ ਕੰਟੈਂਪਰੇਰੀ ਪੋਲੀਟੀਕਲ ਅੰਡਰਸਟੈਂਡਿੰਗ, ਉਹਦੇ ਵਿੱਚ ਉਹਨਾਂ ਨੂੰ ਇਹ ਜਿਹੜੀ ਚੋਣ ਹੈ, ਜਿਹਨੂੰ ਚੋਣ ਦੀ ਗੱਲ ਕੀਤੀ ਰਵੀ ਨੇ, ਇੱਕ ਮੌਕਾ ਸੀਗਾ ਕਿ ਸੁਸਾਇਟੀ ਦੀ ਜਿਹੜੀ ਪੋਲੀਟੀਕਲ ਜਿਹੜਾ ਡਿਸਟਰੈਕਸ਼ਨ ਕ੍ਰੀਏਟ ਹੋ ਗਈ ਸੀਗੀ, ਔਰ ਜਿਹੜਾ ਸੱਤਾ ਆਪਣੇ ਆਪ ਚੋਂ, ਆਪਣੇ ਈਮਾਨ ਤੋਂ, ਜਿਹਨੂੰ ਗੁਰੂ ਜ਼ਫਰਨਾਮੇ ਵਿੱਚ ਕਿਹਾ ਗੁਰੂ ਸਾਹਿਬ ਨੇ, ਨਾ ਈਮਾ ਪਰਸਤੀ ਨਾ ਮੁਹੰਮਦ ਯਕੀਨ, ਕਿ ਫਿਰ ਤਾਂ ਈਮਾਨ ਵੀ, ਆਪਣੇ ਈਮਾਨ ਤੋਂ ਡੋਲ ਜਾਣਾ ਹੀ ਤਾਂ ਡਿਸਟਰੈਕਸ਼ਨ ਹੈ ਨਾ, ਆਪਣੇ ਪੰਥ ਤੋਂ, ਆਪਣੇ ਰਾਹ ਤੋਂ ਭਟਕ ਜਾਣਾ। ਨਾ ਈਮਾ ਪਰਸਤੀ ਨਾ ਮੁਹੰਮਦ ਯਕੀਨ, ਕਹਿੰਦਾ ਤੇਰਾ ਈਮਾਨ ਵੀ ਕੋਈ ਨਹੀਂ ਹੈ, ਤੈਨੂੰ ਯਕੀਨ ਵੀ, ਤੈਨੂੰ ਮੁਹੰਮਦ ਤੇ ਵੀ ਯਕੀਨ ਨਹੀਂ ਹੈਗਾ। ਸੋ ਉਸ ਵੇਲੇ ਗੁਰੂ ਸਾਹਿਬ ਨੇ, ਮੈਨੂੰ ਲੱਗਦਾ ਹੈ ਕਿ ਇੱਕ ਬੜਾ ਡੈਲੀਬਰੇਟ ਪੋਲੀਟੀਕਲ, ਵੈਰੀ ਇੰਟੈਲੀਜੈਂਟ, ਟ੍ਰਾਂਸੈਂਡੈਂਟਲ, ਉਹਦੇ 'ਚ ਅਧਿਆਤਮਤਾ ਬਾਅਦ 'ਚ ਆਉਂਦੀ। ਪਹਿਲਾਂ ਤਾਂ ਉਹਨਾਂ ਨੇ ਉਹ ਮੌਕਾ ਦੇਖਿਆ ਕਿ ਇਹ ਮੇਰੀ ਸ਼ਹਾਦਤ ਨਾਲ ਅਗਰ ਇਹ ਯੂਨਿਟੀ, ਇਹ ਵੈਰਾਈਟੀ ਆਫ ਸੁਸਾਇਟੀ ਬਚਦੀ ਹੈ ਤੇ ਮੈਨੂੰ ਇਹ ਚੋਣ ਸਵੀਕਾਰ ਕਰਨੀ ਚਾਹੀਦੀ ਹੈ ਔਰ ਮੈਨੂੰ ਚੱਲ ਕੇ ਜਾਣਾ ਚਾਹੀਦਾ ਹੈ। ਔਰ ਉੱਥੇ ਜਾ ਕੇ ਸੰਵਾਦ ਕੀਤਾ ਔਰ ਫਿਰ ਜਿਹੜੀ ਬਾਣੀ ਰਚੀ ਉਹਨਾਂ ਦੀ, ਜਿਹਦੇ ਵੱਲ ਮੈਂ ਹੁਣ ਆਉਣਾ ਚਾਹੁੰਦਾ ਹੈਗਾ ਕਿ ਉਹ, ਅੱਛਾ ਦੇਖੋ, ਰਿਗਵੇਦ 'ਚ ਵੀ ਆਉਂਦਾ ਹੈ ਕਿ ਮੈਂ ਜਿਹੜੀ ਅਦਰ ਦੀ ਗੱਲ ਕੀਤੀ, ਅਲਟੈਰਿਟੀ ਦੀ, ਉਹ ਕਹਿੰਦਾ ਕਿ ਰਿਗਵੇਦ 'ਚ ਇੱਕ ਸ਼ਬਦ ਹੈ, ਨਾ ਤਤੋ ਵਿਜੁਗੁਪਤ ਸੇ, ਕਿ ਜੋ ਦੁਨੀਆ ਦੂਜਿਆਂ ਨੂੰ ਆਪਣੀ ਤਰ੍ਹਾਂ ਜਾਣਦਾ ਹੈ ਉਸ ਦਾ ਪ੍ਰਕਾਸ਼ ਹੁੰਦਾ ਹੈ। ਜਿਹੜਾ ਦੂਜਿਆਂ ਚੋਂ ਨੂੰ ਆਪਣੇ ਵਰਗਾ ਸਮਝਦਾ ਹੈ, ਬਰਾਬਰਤਾ ਜਾਂ ਆਪਣਾ ਆਪ ਉਹਨੂੰ ਦੂਜਿਆਂ ਚੋਂ ਦਿਖਾਈ ਦਿੰਦਾ, ਦੂਜਿਆਂ ਚੋਂ ਆਪਣਾ ਆਪ ਦਿਖਾਈ ਦਿੰਦਾ, ਉਸ ਦਾ ਪ੍ਰਕਾਸ਼ ਹੁੰਦਾ। 5000 ਸਾਲ ਪਹਿਲਾਂ ਇਹ ਰਿਚਾ ਹੈ, ਨਾ ਤਤੋ ਵਿਜੁਗੁਪਤ ਸੇ। ਸੋ ਇਹ ਕਹਿਣ ਤੋਂ ਭਾਵ ਹੈ ਕਿ ਗੁਰੂ ਸਾਹਿਬ ਨੇ, ਅੱਛਾ, ਇੱਥੋਂ ਤੱਕ ਪਹੁੰਚਣਾ, ਇਸ ਸ਼ਹਾਦਤ ਦੀ ਸੰਕਲਪ ਤੱਕ ਆਪਣੇ ਪਹਿਲਾਂ ਅੰਦਰ ਬੈਠੇ ਹੋਏ ਸੰਕਲਪ ਨੂੰ ਕਿੱਦਾਂ ਮਜ਼ਬੂਤ ਕਰਨਾ, ਇੱਥੋਂ ਤੱਕ ਪਹੁੰਚਣ ਦਾ ਜਿਹੜੀ ਉਹਨਾਂ ਦੀ ਆਪਣੀ ਤਪੱਸਿਆ, ਜਿਹੜੀ ਸਾਧਨਾ ਹੈ, ਸ਼ਬਦ ਸਾਧਨਾ ਔਰ ਆਪਣੇ ਮਨ ਦੀ ਸਾਧਨਾ ਹੈ, ਉਹਦਾ ਜਿਹੜਾ ਜ਼ੋਰ, ਜਿਹੜਾ ਸਾਰਾ ਉਹਨਾਂ ਦੀ ਬਾਣੀ 'ਚ ਜਿਹੜਾ ਦਿਖਾਈ ਦਿੰਦਾ ਹੈ। ਨੌਵੇਂ ਮੱਲੇ ਦੇ ਸ਼ਲੋਕਾਂ ਦੇਖੋ, 59 ਜਿਹੜੇ ਸ਼ਬਦ ਨੇ, 57 ਸ਼ਲੋਕ ਨੇ, 15 ਰਾਗਾਂ 'ਚ ਗੁਰੂ ਸਾਹਿਬ ਨੇ ਲਿਖਿਆ, ਗੁਰੂ ਸਾਹਿਬ ਨੇ ਬਾਣੀ ਉਚਰੀ ਹੈ। ਔਰ ਉਹ ਜਿਹੜਾ ਵੈਰਾਗ ਹੈ ਨਾ, ਉਸ ਨੂੰ ਬਹੁਤ ਸਮਝਣਾ, ਬਹੁਤ ਅਸੀਂ ਲੋਕ ਕਈ ਵਾਰ ਜਦੋਂ ਵਿਆਖਿਆ ਕਰਦੇ ਆ, ਜਾਂ ਜਿਹੜੇ ਸਾਡੇ ਪਰੰਪਰਿਕ ਵਿਆਖਿਆਕਾਰ ਨੇ, ਉਹ ਵੈਰਾਗ ਨੂੰ ਜੀਵਨ ਤੋਂ ਤੋੜ ਦਿੰਦੇ ਨੇ। ਉਹ ਏਦਾਂ ਸੋਚਦੇ ਨੇ ਕਿ ਵੈਰਾਗ ਜਿਹੜਾ ਹੈਗਾ ਉਹ ਸੰਨਿਆਸੀ ਹੋ ਜਾਣਾ, ਜਾਂ ਸਾਰੇ ਕਾਰ ਵਿਹਾਰ ਜੀਵਨ ਦੇ ਉਹ ਛੱਡ ਕੇ। ਪਰ ਵੈਰਾਗ ਇੱਕ ਜੀਵਨ ਸ਼ੈਲੀ ਹੈ ਜਿਹਦੀ ਗੁਰੂ ਸਾਹਿਬ ਨੇ ਬੜੀ ਐਂਫੈਸਿਸ ਨਾਲ, ਬੜੇ ਤਾਕਤ ਨਾਲ ਔਰ ਬੜੀ ਜ਼ੋਰ ਨਾਲ ਗੱਲ ਕੀਤੀ ਹੈ। ਅੱਛਾ, ਉਹਦੇ 'ਚ ਵੀ ਤੁਸੀਂ ਦੇਖੋ, ਵੈਰਾਗ 'ਚ ਵੀ, ਸੰਨਿਆਸ 'ਚ ਵੀ ਇੱਕ ਗੁਰਬਾਣੀ ਦੇ ਵਿੱਚ ਉਹਦੇ 'ਚ ਇੱਕ ਵਿਕਾਸ ਹੈ ਕਨਸੈਪਚੁਅਲ ਲੈਵਲ ਦੇ ਉੱਤੇ। ਜਦੋਂ ਤੁਸੀਂ ਨਾਨਕ ਸਾਹਿਬ ਕਹਿੰਦੇ ਨੇ, ਜੈਸੇ ਜਲ ਮੇ ਕਮਲ ਨਰਾਲਮ ਮੁਰਗਾਈ ਨੇ ਸਾਨ, ਜੈਸੇ ਮੁਰਗਾਈ, ਜਿੱਦਾਂ ਪਾਣੀ 'ਚ ਮੁਰਗੀ ਰਹਿੰਦੀ ਹੈਗੀ ਹੈ, ਉੱਦਾਂ ਤੁਸੀਂ ਉਹਦੇ ਤੇ ਪੰਖਾਂ ਤੇ ਪਾਣੀ ਨਹੀਂ ਪੈਂਦਾ, ਉੱਦਾਂ ਤੁਸੀਂ ਨਿਰਾਲਮ ਰਹਿ ਸਕਦੇ। ਫਿਰ ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਜੀ ਦੇ ਆਉਂਦਾ ਹੈ ਕਿ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਆਲੇਪਾ, ਤੋਰੇ ਸੰਗ ਸਮਾਈ। ਸੋ ਇਹ ਇੱਥੇ ਆ ਕੇ ਗੁਰੂ ਸਾਹਿਬ, ਇੱਥੇ ਆ ਕੇ ਜਿਹੜਾ ਸੰਨਿਆਸ ਦਾ, ਵੈਰਾਗ ਦਾ ਸੰਕਲਪ ਹੈ,
ਉਹ ਹੋਰ ਵਿਕਸਿਤ ਰੂਪ ਦੇ ਵਿੱਚ, ਹੋਰ ਸਬਲਾਈਮ ਰੂਪ ਦੇ ਵਿੱਚ, ਸੂਖਮ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਔਰ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸ਼ਬਦ ਜਿਹੜਾ ਕਿ ਰੇ ਮਨ ਐਸੋ ਕਰ ਸੰਨਿਆਸਾ ਮਨ ਸੇ ਸਦਨ ਇੱਕ ਸਭੇ ਕਰ ਸਮਝੋ ਮਨ ਹੀ ਮਾਹਿ ਉਦਾਸਾ, ਮਨ ਦੇ ਅੰਦਰ ਹੀ ਉਦਾਸੀ ਹੈ। ਸੋ ਜਿਹੜੀ ਗੁਰੂ ਸਾਹਿਬ ਦੀ ਬਾਣੀ ਦਾ ਜਿਹੜਾ ਵੈਰਾਗ ਦਾ ਸੁਰ ਹੈ, ਜਿਹੜਾ ਫਲਸਫੇ ਦਾ ਸੁਰ ਹੈ, ਇਸ ਨੂੰ ਬਹੁਤ ਗਹਿਰਾਈ ਨਾਲ ਆਪਣੇ ਜੀਵਨ 'ਚ ਲਿਆਉਣਾ ਜਿਹੜਾ, ਔਰ ਉਸ ਤੋਂ ਇੱਕ ਸਿੱਖਿਆ ਲੈਣੀ, ਸੇਧ ਲੈਣੀ, ਇਹ ਸਾਡੇ ਅੱਜ ਦੇ ਸਮੇਂ ਦੀ ਲੋੜ ਹੈ। ਮੈਂ ਇਹਨਾਂ 3-4 ਤਰੀਕਿਆਂ ਨਾਲ ਗੁਰੂ ਸਾਹਿਬ ਜੀ ਦੀ ਜੀਵਨ, ਉਹਨਾਂ ਦੀ ਸ਼ਹਾਦਤ, ਉਹਨਾਂ ਦੇ ਫਲਸਫੇ ਔਰ ਉਹਨਾਂ ਦੀ ਬਾਣੀ ਨੂੰ ਇੱਦਾਂ ਸਮਝਿਆ ਜਾ ਸਕਦਾ ਹੈ। ਮੈਂ ਕੋਸ਼ਿਸ਼ ਕੀਤੀ ਹੈ। ਇਹ ਕੋਈ ਕੰਪਲੀਟ ਗੁਰੂ ਸਾਹਿਬ ਬਾਰੇ ਬਹੁਤ ਕੁਝ ਬੋਲਿਆ ਜਾ ਸਕਦਾ ਹੈ, ਔਰ ਡਾਕਟਰ ਗੁਰਦਰਸ਼ਨ ਸਿੰਘ ਹੋਣੀ ਆਪਣੇ ਵਿਚਾਰਾਂ ਨਾਲ ਹੋਰ ਇਸ ਨੂੰ ਵਿਸਥਾਰ ਨਾਲ ਸਾਨੂੰ ਹੋਰ ਸਮਝਾਉਣਗੇ। ਮਕਸਦ ਇਹ ਹੈ ਕਿ ਇਹ ਅੱਜ ਦੇ ਸਮੇਂ ਦੇ ਵਿੱਚ ਗੁਰੂ ਸਾਹਿਬ ਕੰਟੈਂਪਰੇਰੀ ਰਿਐਲਿਟੀ ਦੇ ਵਿੱਚ ਅੱਜ ਦੀ ਕਿੱਦਾਂ ਰੈਲੇਵੈਂਟ ਨੇ, ਉਸ ਰੈਲੇਵੈਂਸ ਨੂੰ ਸਮਝਣਾ ਕਿੱਦਾਂ ਜ਼ਰੂਰੀ ਹੈ। ਮੈਨੂੰ ਲਗਭਗ ਸਿਮਿਲਰ ਜਿਹੜੇ ਰਿਐਲਿਟੀਜ਼ ਜਿਹੜੀਆਂ ਨੇ ਉਹਨਾਂ ਦੇ ਸਮੇਂ ਦੀਆਂ ਤੇ ਅੱਜ ਦੇ ਸਮੇਂ ਦੀਆਂ 'ਚ ਕੋਈ ਬਹੁਤਾ ਫਰਕ ਨਹੀਂ ਦਿਖਾਈ ਦਿੰਦਾ। ਜਿੰਨਾ ਕੁ ਖਤਰਾ ਵੈਰਾਈਟੀ ਨੂੰ, ਡਾਇਵਰਸਿਟੀ ਨੂੰ, ਬਹੁਰੂਪਤਾ ਨੂੰ, ਬਹੁਵੰਦਤਾ ਨੂੰ ਉਸ ਵੇਲੇ ਸੀਗਾ, ਮਲਟੀਪਲਿਸਿਟੀ ਨੂੰ, ਉਹਨਾਂ ਕੀ ਹੀ ਖਤਰਾ ਲਗਭਗ ਸਗੋਂ ਹੈ। ਤੇ ਉਹਦੇ ਤੋਂ ਉਸ ਨੂੰ ਕਿੱਦਾਂ ਬਚਾਇਆ ਜਾ ਸਕਦਾ ਹੈ, ਇਸ ਸਮਾਜ ਨੂੰ, ਇਸ ਦੇਸ਼ ਨੂੰ, ਇਸ ਕੌਮ ਨੂੰ। ਔਰ ਤੀਸਰਾ ਕਿ ਜਿਹੜੇ ਉਹਨਾਂ ਦੇ ਜਿਹੜਾ ਵੈਰਾਗ ਹੈ, ਇਹ ਇੱਕ ਜੀਵਨ ਸ਼ੈਲੀ ਹੈ, ਔਰ ਇਹ ਜੀਵਨ ਸ਼ੈਲੀ ਬੜੀ ਮਹੱਤਵਪੂਰਨ ਸ਼ੈਲੀ ਹੈ। ਇਸ ਨੂੰ ਕਿੱਦਾਂ ਆਪਣੇ ਜੀਵਨ 'ਚ ਦੁਬਾਰਾ ਇੰਬਾਈਬ ਕੀਤਾ ਜਾਵੇ ਔਰ ਇਸ ਨੂੰ ਸੇਧ ਲੈ ਕੇ ਆਪਣਾ ਜੀਵਨ ਕਿੱਦਾਂ ਸਫਲ ਕੀਤਾ ਜਾਵੇ। ਮੇਰਾ ਵਿਦਿਆਰਥੀਆਂ ਨੂੰ ਵੀ ਇਹੋ ਹੀ ਹੈ ਕਿ ਗੁਰੂ ਸਾਹਿਬ ਦੀ ਬਾਣੀ ਨੂੰ ਸਮਝ। ਦੇਖੋ, ਇਹ ਕਿੰਨੀ ਵੱਡੀ ਗੱਲ ਹੈ ਕਿ ਜਦੋਂ ਅਸੀਂ ਅਖੰਡ ਪਾਠ ਸਾਹਿਬ ਦਾ ਭੋਗ ਪਾਉਂਦੇ ਹਾਂ ਤੇ ਆਖਰ ਦੇ ਵਿੱਚ ਭੋਗ ਤੋਂ ਪਹਿਲਾਂ ਮਹੱਲੇ ਦੇ 9ਵੇਂ ਮਹੱਲੇ ਦੇ ਜਿਹੜੇ ਸ਼ਲੋਕ ਪੜ੍ਹੇ ਜਾਂਦੇ ਨੇ, ਜਿਹੜਾ ਉਹਦਾ ਇੱਕ ਅਰਥ ਹੈ, ਉਹ ਅਨੁਸ਼ਾਤਮਕ ਅਰਥ ਦੀ ਮੈਂ ਨਹੀਂ ਗੱਲ ਕਰਦਾ ਪਿਆ, ਮੈਂ ਉਹਦੇ ਫਲਸਫੇ ਔਰ ਦਾਰਸ਼ਨਿਕ ਜਿਹੜਾ ਪ੍ਰਪੇਖ ਹੈ ਜਾਂ ਸਮਝ ਆ ਉਸ ਦੀ ਗੱਲ ਕਰਦਾ ਹੈ। ਮੌਤ ਜਿਹੜੀ ਹੈ ਨਾ, ਮੌਤ ਇੱਕ ਰਿਐਲਿਟੀ ਹੈ, ਪਰ ਮੌਤ ਨੂੰ ਸਬਲਾਈਮ ਤਰੀਕੇ ਨਾਲ ਅਸੀਂ ਉਸ ਤੋਂ ਆਪਣੇ ਜੀਵਨ ਨੂੰ ਕਿੱਦਾਂ ਸੇਧ ਲੈ ਸਕਦੇ ਹਾਂ। ਇਹ ਜਿਹੜਾ ਤੁਸੀਂ ਦੇਖੋ ਬਾਰ-ਬਾਰ ਗੁਰੂ ਸਾਹਿਬ ਦੀ ਬਾਣੀ 'ਚ ਥਿਰ ਔਰ ਅਸਥਿਰ ਸ਼ਬਦ ਆਉਂਦੇ ਨੇ। ਉਹਨਾਂ ਦੀ ਰੂਪਕ, ਉਹਨਾਂ ਦੀ ਭਾਸ਼ਾ ਦੇ ਵਿੱਚ ਬੱਦਰ ਦੀ ਛਾਈ, ਬੱਦਰ ਦੀ ਛਾਈ ਦਾ ਜਿਹੜਾ ਹੈਗਾ ਧੂਏ, ਇਹ ਜਗ ਧੂਏ ਕਾ ਪਹਾੜ ਦਾ ਰੂਪਕ ਆਉਂਦਾ ਹੈ। ਸੋ ਜਿਹੜੀ ਅਸਥਾਈਪਨ ਹੈ ਜੀਵਨ ਦਾ, ਮੌਤ ਦੇ ਕਾਰਨ, ਮੌਤ ਇੱਕ ਰਿਐਲਿਟੀ, ਉਸ ਨੂੰ ਐਕਸੈਪਟ ਕਰਨਾ ਔਰ ਉਸ ਨੂੰ ਇੱਕ ਸਕਾਰਾਤਮਕ ਪੋਜ਼ਿਟਿਵ ਤਰੀਕੇ ਨਾਲ ਐਕਸੈਪਟ ਕਰਕੇ ਆਪਣੇ ਜੀਵਨ ਨੂੰ ਹੋਰ ਜਾਗਰਤ ਔਰ ਹੋਰ ਉન્નਤ ਤਰੀਕੇ ਨਾਲ ਔਰ ਹੋਰ ਉਦਾਤਿਕ ਤਰੀਕੇ ਨਾਲ ਜਿਹੜਾ ਅਸੀਂ ਜੀ ਸਕਦੇ ਹਾਂ। ਇਹ ਗੁਰੂ ਸਾਹਿਬ ਦੀ ਬਾਣੀ ਸਾਨੂੰ ਇੱਕ ਸੇਧ ਦਿੰਦੀ ਹੈ। ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਸਫਰੇ ਸ਼ਹਾਦਤ ਦੇ ਇਤਿਹਾਸ ਵੱਲ ਹੋਰ ਗਹਿਰਾਈ ਔਰ ਹੋਰ ਲੰਬੇ ਚੌੜੇ ਤਰੀਕੇ ਨਾਲ, ਵਿਸਤ੍ਰਿਤ ਤਰੀਕੇ ਨਾਲ ਗੁਰਦਰਸ਼ਨ ਸਿੰਘ ਸਾਹਿਬ ਉਹ ਇੱਥੇ ਸਾਨੂੰ ਰੌਸ਼ਨੀ ਪਾਉਣਗੇ ਔਰ ਸਾਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗੇਗਾ। ਮੈਂ ਇਹਨਾਂ ਸ਼ਬਦਾਂ ਨਾਲ ਖਾਲਸਾ ਕਾਲਜ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਕਾਮਰਸ ਨਵੀਂ ਦਿੱਲੀ ਦੇ ਪ੍ਰਿੰਸੀਪਲ ਸਾਹਿਬ, ਪੰਜਾਬੀ ਫੈਕਲਟੀ ਦੇ ਚੇਅਰਮੈਨ ਡਾਕਟਰ ਮਨਜੀਤ ਕੌਰ, ਹੋਰ ਅਧਿਆਪਕ ਸਾਹਿਬਾਨ, ਵਿਦਿਆਰਥੀ ਸਾਹਿਬਾਨ ਜਿਹੜੇ ਇਸ ਨਾਲ ਜੁੜੇ ਹੋਏ ਨੇ, ਉਹਨਾਂ ਸੁਰਜੀਤ ਪਾਤਰ ਜੀ ਦਾ ਔਰ ਡਾਕਟਰ ਰਵੀ ਰਵਿੰਦਰ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੌਕਾ ਦਿੱਤਾ। ਔਰ ਮੈਨੂੰ ਬੜੀ ਖੁਸ਼ੀ ਹੋਈ ਹੈ, ਮੈਨੂੰ ਖੁਦ ਇੱਕ ਆਪਣੇ ਵਿਚਾਰਾਂ ਨੂੰ ਜਿਹੜੇ ਪਏ ਸੀਗੇ ਉਹਨੂੰ ਰੀਵਿਜ਼ਿਟ ਕਰਨ ਦਾ ਮੌਕਾ ਮਿਲਿਆ, ਇੱਕ ਜਗ੍ਹਾ ਪੇਸ਼ ਕਰਨ ਦਾ। ਇਹ ਵੀ ਇੱਕ ਮਤਲਬ ਆਪਣੇ ਆਪ ਵੱਲ ਮੁੜ ਫੇਰਾ ਪਾਉਣ ਵਾਲੀ ਗੱਲ ਹੁੰਦੀ ਹੈ, ਚਾਹੇ ਉਸਦਾ ਜਿਹੜਾ
ਬਾਇਸ ਹੈ ਉਹ ਗੁਰੂ ਸਾਹਿਬ ਜੀ ਨੂੰ ਯਾਦ ਕਰਨਾ ਹੈ। ਪਰ ਮੌਕਾ ਜਿਹੜਾ ਤੁਸੀਂ ਬਣਾਇਆ ਇਸ ਸੈਮੀਨਾਰ ਦੇ ਰਾਹੀਂ, ਵੈਬੀਨਾਰ ਦੇ ਰਾਹੀਂ ਔਰ ਲੈਕਚਰ ਲੜੀ ਦੇ ਰਾਹੀਂ, ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਮਿਹਰਬਾਨੀ। ਡਾਕਟਰ ਮਨਮੋਹਨ ਬਹੁਤ ਸਾਨੂੰ ਸਿਹਤ ਭਰਪੂਰ ਜਿਹੜਾ ਹੈ ਜੀਵਤ ਪਾਠ ਦਿੱਤਾ। ਸ਼ਹਾਦਤ ਦੀ ਜਿਹੜੀ ਗੱਲ ਕੀਤੀ ਔਰ ਉਹਦੇ ਵਿੱਚ ਉਸਦੀ ਗੱਲ ਕੀਤੀ ਔਰ ਜਿਹੜਾ ਗੁਰੂ ਸਾਹਿਬ ਦੇ ਡਾਕਟਰ ਮਨਜੀਤ ਦਾ ਤੁਹਾਡਾ ਆਡੀਓ ਥੋੜਾ ਜਿਹਾ ਖਰਾਬ ਹੈ। ਉਹਨਾਂ ਦੀ ਬਾਣੀ ਤੋਂ ਅਸੀਂ ਕਿਸ ਤਰ੍ਹਾਂ ਅੱਜ ਦੇ ਮਾਹੌਲ ਵਿੱਚ ਸੇਧ ਲੈ ਸਕਦੇ ਹਾਂ ਉਸ ਦੀ ਗੱਲ ਕੀਤੀ। ਔਰ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਬਹੁ ਰੂਪਤਾ ਦਾ ਸੰਕਲਪ ਜਿਹੜਾ ਉਸ ਦੀ ਗੱਲ ਕੀਤੀ ਔਰ ਉਹਦੇ ਵਿੱਚ ਵੀ ਜਿਹੜਾ ਅਦਰਸ ਨੂੰ ਪਛਾਣਨ ਦੀ ਜਿਹੜੀ ਗੱਲ ਹੈ ਔਰ ਗੁਰੂ ਸਾਹਿਬ ਦੀ ਜਿਹੜੀ ਪੋਲੀਟੀਕਲ ਅੰਡਰਸਟੈਂਡਿੰਗ ਦੀ ਗੱਲ ਉਹਨਾਂ ਨੇ ਕੀਤੀ। ਔਰ ਇਹ ਸਹੀ ਮਾਇਨਿਆਂ ਵਿੱਚ ਜਿਹੜਾ ਮੈਂ ਉਹਨਾਂ ਨੂੰ ਪਹਿਲੇ ਕਿਹਾ ਸੀਗਾ ਕਿ ਉਹ ਪਰੰਪਰਾ ਤੇ ਅੱਜ ਦੇ ਮਾਹੌਲ ਵਿੱਚ ਪੁੱਲ ਉਸਾਰ ਰਹੇ ਨੇ, ਉਹ ਉਹਨਾਂ ਨੇ ਅੱਜ ਆਪਣੇ ਭਾਸ਼ਣ ਵਿੱਚ ਕਰਕੇ ਦਿਖਾਇਆ। ਬਹੁਤ ਬਹੁਤ ਸ਼ੁਕਰੀਆ ਡਾਕਟਰ ਮਨਮੋਹਨ ਜੀ। ਇਸੇ ਲੜੀ ਵਿੱਚ ਹੁਣ ਮੈਂ ਸੱਦਾ ਦੇ ਰਹੀ ਹਾਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ, ਜਿਹੜੇ ਕਿ ਪ੍ਰਸਿੱਧ ਇਤਿਹਾਸਕਾਰ ਨੇ ਔਰ ਇਤਿਹਾਸ ਵਿਭਾਗ ਵਿੱਚ ਆਪਣੀ ਸੇਵਾਵਾਂ ਜਿਹੜੀਆਂ ਨਿਭਾ ਚੁੱਕੇ ਹਨ। ਉਹਨਾਂ ਨੇ ਅਨੇਕਾਂ ਪੁਸਤਕਾਂ ਜਿਹੜੀਆਂ ਲਿਖੀਆਂ ਹਨ ਜਿਨ੍ਹਾਂ ਦਾ ਬਿਊਰਾ ਸ਼ਾਇਦ ਮੈਂ ਇਸ ਲੈਕਚਰ ਵਿੱਚ ਨਹੀਂ ਦੇ ਸਕਦੀ ਔਰ ਉਹ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹਨ। ਔਰ ਮੈਂ ਉਹਨਾਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਜਿਹੜਾ ਪ੍ਰਵਾਨ ਕਰਕੇ ਔਰ ਇਸ ਜਿਹੜੀ ਲੈਕਚਰ ਲੜੀ ਵਿੱਚ ਸ਼ਿਰਕਤ ਕੀਤੀ। ਔਰ ਗੁਰਦਰਸ਼ਨ ਸਿੰਘ ਜੀ ਇਹੋ ਜਿਹੇ ਸਕਾਲਰ ਹਨ ਜਿਹੜੇ ਕਿ ਅੱਜ ਦੇ ਮੌਜੂਦਾ ਦੌਰ ਵਿੱਚ ਵੀ ਮੀਡੀਆ ਰਾਹੀਂ ਆਪਣੇ ਰੋਜ਼ ਇੱਕ ਇੰਟਰਵਿਊ ਰਾਹੀਂ ਉਹ ਲੋਕਾਂ ਨਾਲ ਆਪਣਾ ਰਾਬਤਾ ਕਾਇਮ ਕਰਦੇ ਨੇ ਔਰ ਆਪਣੀ ਗੱਲ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਂਦੇ ਨੇ। ਉਹਨਾਂ ਨਾਲ ਗੱਲ ਕਰਕੇ ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਕਿ ਮੈਂ ਉਹਨਾਂ ਦਾ ਇੱਕ ਪਰੰਪਰਾ ਔਰ ਮੌਜੂਦਾ ਜਿਹੜਾ ਟਾਈਮ ਹੈ ਉਹਦੇ ਨਾਲ ਇੱਕ ਸਾਈਮਲਟੇਨੀਅਸਲੀ ਇੱਕੋ ਹੀ ਟਾਈਮ ਰਾਬਤਾ ਕਾਇਮ ਕਰ ਰਹੀ ਹਾਂ। ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਇਹੋ ਜਿਹੇ ਇਤਿਹਾਸਕਾਰ ਨੂੰ ਸੁਣ ਸਕਦੇ ਹਾਂ, ਉਹਨਾਂ ਦੇ ਵਿਚਾਰਾਂ ਨੂੰ ਸੁਣ ਸਕਦੇ ਹਾਂ ਔਰ ਉਹਨਾਂ ਦੀ ਜ਼ੁਬਾਨੀ ਅਸੀਂ ਜਿਹੜਾ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਸਫਰੇ ਸ਼ਹਾਦਤ ਦੀ ਗੱਲ ਜਿਹੜੀ ਹੈ ਸੁਣਾਂਗੇ। ਹੁਣ ਮੈਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਨੂੰ ਸੱਦਾ ਦਿੰਦੀ ਹਾਂ ਕਿ ਉਹ ਅੱਜ ਦਾ ਜਿਹੜਾ ਇਸ ਲੜੀ ਦਾ ਪਹਿਲਾ ਮੁੱਖ ਭਾਸ਼ਣ ਹੈ ਉਹ ਸਾਡੇ ਨਾਲ ਸਾਂਝਾ ਕਰਨ। ਡਾਕਟਰ ਗੁਰਦਰਸ਼ਨ ਸਿੰਘ ਜੀ ਢਿੱਲੋਂ। परम सत्कारयोग प्रिंसीपल साहब डॉक्टर मनजीत जी, होर सत्कारयोग ਜਿਹੜੇ ਤੁਹਾਡੇ ਪ੍ਰੋਫੈਸਰ ਸਾਹਿਬਾਨ ਆ, ਟੀਚਰ ਸਾਹਿਬਾਨ ਆ ਤੇ ਬਹੁਤ ਹੀ ਪਿਆਰੇ ਬੱਚੇ ਜੇ ਕੋਈ ਬੈਠੇ ਆ ਸੁਣ ਰਹੇ ਆ, ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਨਾਲ ਸਤਿ ਸ੍ਰੀ ਅਕਾਲ। ਡਾਕਟਰ ਮਨਜੀਤ ਉਹਨਾਂ ਨੇ ਮੇਰੇ ਨਾਲ ਟੈਲੀਫੋਨ ਤੇ ਗੱਲ ਕੀਤੀ, ਮੈਂ ਇਹਨਾਂ ਨੂੰ ਪਰਸਨਲੀ ਨਹੀਂ ਜਾਣਦਾ, ਪਤਾ ਨਹੀਂ ਕਿਉਂ ਮਿਹਰਬਾਨ ਹੋ ਗਏ ਮੇਰੇ ਤੇ ਔਰ ਮੈਨੂੰ ਮਤਲਬ ਪੰਜਾਬੀ ਦੇ ਵਿਦਵਾਨਾਂ ਵਿੱਚ ਫਸਾ ਦਿੱਤਾ। ਮੈਂ ਇਤਿਹਾਸ ਦਾ ਵਿਦਿਆਰਥੀ ਹਾਂ, ਇਤਿਹਾਸਕਾਰ ਨਹੀਂ ਹਾਂ। ਮੇਰਾ ਥੋੜਾ ਸ਼ਿਕਵਾ ਵੀ ਰਹਿੰਦਾ ਪੰਜਾਬੀ ਦੇ ਜਿਹੜੇ ਸੋ ਕਾਲ ਸਾਹਿਤਕਾਰ ਆ, ਪੋਇਟ ਆ ਜਾਂ ਦੂਸਰੇ ਰਾਈਟਰ ਆ, ਕਿਉਂਕਿ ਉਹ ਰਿਐਲਿਟੀ ਤੋਂ ਬਹੁਤ ਦੂਰ ਚਲੇ ਜਾਂਦੇ ਆ। ਮੇਰੀ ਟ੍ਰੇਨਿੰਗ ਹਿਸਟੋਰੀਓਗ੍ਰਾਫੀ ਦੀ ਆ ਜਿਹੜੀ ਰਿਐਲਿਟੀ ਦੇ ਨਾਲ ਲਾਈਫ ਨੂੰ ਜੋੜਦੀ ਹੈ। ਹੁਣ ਗੱਲ ਕਰੀਏ ਟੂ ਦੀ ਪੁਆਇੰਟ, ਕਿਉਂਕਿ ਬਹੁਤ ਸਮਾਂ ਹੋ ਗਿਆ, ਜਿਹੜੇ ਤੁਹਾਡੇ ਸਰੋਤੇ ਆ ਉਹ ਵੀ ਥੱਕ ਗਏ ਹੋਣੇ ਆ, ਮੈਨੂੰ ਉਹਨਾਂ ਨਾਲ ਹਮਦਰਦੀ ਆ। ਕਿਸੇ ਬਹੁਤ ਬੜੇ ਸਾਈਕੋਲੋਜਿਸਟ ਨੇ ਕਿਹਾ ਕਿ ਲਗਾਤਾਰ ਕੋਈ ਆਦਮੀ 17 ਮਿੰਟ ਤੋਂ ਵੱਧ ਸੁਣਨ ਦੇ ਕਾਬਿਲ ਨਹੀਂ ਰਹਿੰਦਾ, ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੈ। ਖੈਰ, ਮੈਂ ਬਹੁਤੀ ਲੰਬੀ ਸਪੀਚ ਨਹੀਂ ਦਊਂਗਾ, ਮੈਂ ਆਪਣਾ ਇੱਕ ਪਰਸਨਲ ਤਜਰਬਾ
ਤੁਹਾਡੇ ਨਾਲ ਸਾਂਝਾ ਕਰੂੰਗਾ। ਬਹੁਤ ਦੇਰ ਦੀ ਗੱਲ ਹੈ, 2003 'ਚ ਤਾਂ ਮੈਂ ਰਿਟਾਇਰ ਹੋਇਆ, ਉਸ ਤੋਂ ਪਹਿਲਾਂ ਦੀ ਗੱਲ ਹੈ। ਮਿਸ਼ੀਗਨ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਸੀ ਕੰਪੈरेटिव ਰਿਲੀਜਨ ਦੇ, ਉਹਨਾਂ ਨੇ ਮੈਨੂੰ ਚਿੱਠੀ ਲਿਖੀ। ਉਦੋਂ ਕੰਪਿਊਟਰ ਵਗੈਰਾ ਚੱਲਦੇ ਨਹੀਂ ਸੀ, ਆ ਸੈੱਲ ਫੋਨ ਵੀ ਨਹੀਂ ਸੀ ਉਸ ਵੇਲੇ। ਉਹ ਮੈਨੂੰ ਚਿੱਠੀ ਲਿਖ ਕੇ ਕਹਿਣ ਲੱਗੇ ਕਿ ਡਾਕਟਰ ਢਿੱਲੋਂ, ਮੈਂ ਸਿੱਖ ਮਾਰਟਿਰਡਮ ਦੇ ਉੱਤੇ ਤੁਹਾਡਾ ਓਪੀਨੀਅਨ ਚਾਹੁੰਦਾ। ਕਿਉਂ ਚਾਹੁੰਦਾ? ਕਿਉਂਕਿ ਇੱਕ ਗੱਲ ਕਹੀ ਜਾ ਰਹੀ ਹੈ ਬੜੀ ਜ਼ੋਰ ਦੇ ਨਾਲ ਕਿ ਕਨਸੈਪਟ ਆਫ ਸਿੱਖ ਮਾਰਟਿਰਡਮ ਜਿਹੜਾ ਉਹ ਸਿੱਖਾਂ ਨੇ ਬਾਰੋ ਕੀਤਾ, ਗੁਰੂਆਂ ਨੇ ਬਾਰੋ ਕੀਤਾ ਫਰੋਮ ਇਸਲਾਮ, ਔਰ ਇਸੇ ਤਰੀਕੇ ਨਾਲ ਫਰੋਮ ਕ੍ਰਿਸਚੀਅਨਿਟੀ, ਜੂਡਾਇਜ਼ਮ। ਜਿੰਨੇ ਵੈਸਟ ਦੇ ਰਿਲੀਜਨਸ ਹੈਗੇ ਆ ਉਹਨਾਂ ਦੇ ਵਿੱਚ ਕਨਸੈਪਟ ਆਫ ਮਾਰਟਿਰਡਮ ਹੈ। ਫਿਰ ਉਹਨਾਂ ਨੇ ਦੂਸਰਾ ਸਵਾਲ ਸੀ ਕਿ ਜੇ ਤਾਂ ਕਨਸੈਪਟ ਆਫ ਮਾਰਟਿਰਡਮ ਉਹੀ ਆ ਜੋ ਇਸਲਾਮ ਵਾਲਾ ਜਾਂ ਕ੍ਰਿਸਚੀਅਨਿਟੀ ਵਾਲਾ ਜਾਂ ਜੂਡਾਇਜ਼ਮ ਵਾਲਾ, ਫਿਰ ਤੁਸੀਂ ਬਜਾਏ ਮਿਹਰਬਾਨੀ ਬਿਲਕੁਲ ਨਾ ਆਉਣਾ। ਜੇ ਕੋਈ ਵੱਖਰੀ ਗੱਲ ਕਹਿਣ ਦਾ ਤੁਹਾਡੇ ਕੋਲ ਆਈਡੀਆ ਹੈ, ਕਨਸੈਪਟ ਹੈ, ਕੋਈ ਡਿਸਟਿੰਕਸ਼ਨ ਹੈ ਕਨਸੈਪਟ ਆਫ ਮਾਰਟਿਰਡਮ ਆਫ ਸਿੱਖੀਜ਼ਮ ਤੇ ਕਨਸੈਪਟ ਆਫ ਮਾਰਟਿਰਡਮ ਆਫ ਇਸਲਾਮ ਦੇ ਵਿੱਚ, ਫਿਰ ਤੁਸੀਂ ਮੈਨੂੰ ਪਹਿਲਾਂ ਲਿਖ ਕੇ ਭੇਜ ਦਿਓ। ਉਹ ਮੈਂ ਦੇਖੂੰਗਾ, ਐਗਜ਼ਾਮਿਨ ਕਰਾਂਗੇ, ਸਾਡੀ ਕਮੇਟੀ ਆ ਇੱਕ, ਉਸ ਤੋਂ ਬਾਅਦ ਤੁਸੀਂ ਆਇਓ। ਮੈਂ ਬੜੀ ਦੁਬਿਧਾ 'ਚ ਪੈ ਗਿਆ। ਮੈਂ ਕਿਹਾ ਵੀ ਬੜਾ ਟਫ ਤੇ ਡਿਫਿਕਲਟ ਕੁਐਸਚਨ ਉਹਨਾਂ ਨੇ ਰੇਜ਼ ਕਰ ਦਿੱਤਾ, ਬੜੀ ਵੱਡੀ ਪ੍ਰੋਪੋਜੀਸ਼ਨ ਉਹਨਾਂ ਨੇ ਦੇ ਦਿੱਤੀ ਮੇਰੇ ਸਾਹਮਣੇ। ਤਾਂ ਮੈਂ ਸੋਚਣਾ ਸ਼ੁਰੂ ਕੀਤਾ, ਕਿਉਂਕਿ ਜਿੰਨਾ ਕੁ ਮੈਂ ਪੜ੍ਹਿਆ ਸੀ, ਜਿੰਨਾ ਕੁ ਮੈਂ ਸੁਣਿਆ ਸੀ, ਜਿੰਨਾ ਕੁ ਵਿਦਵਾਨਾਂ ਤੋਂ ਜਿਹੜੇ ਹਿਸਟੋਰੀਅਨ ਸੀ ਉਹਨਾਂ ਤੋਂ ਸੁਣਿਆ, ਦੂਸਰੇ ਵਿਦਵਾਨਾਂ ਤੋਂ ਸੁਣਿਆ, ਉਹ ਸਾਰੇ ਇਹੀ ਰੱਟ ਲਾਈ ਜਾਂਦੇ ਆ ਕਿ ਜਿਹੜਾ ਕਨਸੈਪਟ ਆਫ ਮਾਰਟਿਰਡਮ ਆ ਉਹ ਇਸਲਾਮ ਤੋਂ ਆਇਆ ਸਿੱਖੀਜ਼ਮ ਦੇ ਵਿੱਚ। ਤਾਂ ਮੈਂ ਬਹੁਤ ਪਰੇਸ਼ਾਨੀ 'ਚ ਪੈ ਗਿਆ। ਸਾਰੀ ਮਾਰਟਿਰਡਮ ਦਾ ਕਨਸੈਪਟ ਸਟੱਡੀ ਕੀਤਾ, ਇਸੇ ਤਰੀਕੇ ਨਾਲ ਇਸਲਾਮ ਦੇ ਵਿੱਚ ਮਾਰਟਿਰਡਮ ਦੇ ਇੰਸਟੀਟਿਊਸ਼ਨ ਨੂੰ ਸਟੱਡੀ ਕੀਤਾ, ਕ੍ਰਿਸਚੀਅਨਿਟੀ ਦੇ ਵਿੱਚ ਮਾਰਟਿਰਡਮ ਦਾ ਜਿਹੜਾ ਇੰਸਟੀਟਿਊਸ਼ਨ ਆ ਉਸ ਨੂੰ ਸਟੱਡੀ ਕੀਤਾ, ਉਸ ਤੋਂ ਬਾਅਦ ਜੂਡਾਇਜ਼ਮ ਦਾ ਕੀਤਾ। ਫਿਰ ਮੈਨੂੰ ਇਹਨਾਂ ਸਾਰੇ ਤਿੰਨਾਂ ਕਨਸੈਪਟਾਂ ਦੇ ਵਿੱਚ ਇੱਕ ਚੀਜ਼ ਕਾਮਨ ਲੱਗੀ, ਇਸਲਾਮ ਦੇ ਕਨਸੈਪਟ ਆਫ ਮਾਰਟਿਰਡਮ ਦੇ ਵਿੱਚ, ਕ੍ਰਿਸਚੀਅਨਿਟੀ ਦੇ ਕਨਸੈਪਟ ਆਫ ਮਾਰਟਿਰਡਮ ਦੇ ਵਿੱਚ, ਜੂਡਾਇਜ਼ਮ ਦੇ ਕਨਸੈਪਟ ਆਫ ਮਾਰਟਿਰਡਮ ਦੇ ਵਿੱਚ। ਉਹ ਕੀ ਕਾਮਨੈਲਿਟੀ ਹੈ? ਜਿਹੜੀ ਚੀਜ਼ ਸਾਡੇ ਕਨਸੈਪਟ ਆਫ ਮਾਰਟਿਰਡਮ ਦੇ ਵਿੱਚ ਨਹੀਂ ਹੈ, ਸਿੱਖਾਂ ਦੇ, ਮੇਰਾ ਕਹਿਣ ਤੋਂ ਮਤਲਬ ਇਹ ਹੈ, ਉਹ ਸਾਰੇ ਜਿਹੜੇ ਤਿੰਨੇ ਧਰਮਾਂ ਦੇ ਕਨਸੈਪਟ ਆਫ ਮਾਰਟਿਰਡਮ ਹੈ, ਉਹ ਇੱਕ ਪ੍ਰੋਮਿਸ ਦਿੰਦੇ ਆ ਮਾਰਟਰ ਨੂੰ। ਜਿਹੜਾ ਸ਼ਹੀਦ ਹੈ ਉਸ ਨੂੰ ਇੱਕ ਪ੍ਰੋਮਿਸ ਦਿੱਤਾ ਜਾਂਦਾ ਕਿ ਤੁਸੀਂ ਸ਼ਹਾਦਤ ਤੋਂ ਬਾਅਦ ਜਦੋਂ ਹੈਵਨਸ ਦੇ ਵਿੱਚ ਜਾਓਗੇ ਤੁਹਾਨੂੰ ਉਹ ਚੀਜ਼ਾਂ ਮਿਲਣਗੀਆਂ ਜਿਹੜੀਆਂ ਫੋਰਬਿਡਨ ਆ ਇਨ ਦਿਸ ਲਾਈਫ ਟਾਈਮ। ਇਸ ਜ਼ਿੰਦਗੀ ਦੇ ਵਿੱਚ ਜਿਹੜੀਆਂ ਤੁਹਾਨੂੰ ਚੀਜ਼ਾਂ ਵਰਜਿਤ ਆ ਉਹੀ ਇੰਨੀਆਂ ਅਬੰਡੈਂਸ 'ਚ ਮਿਲਣਗੀਆਂ ਜਿਹਦਾ ਤੁਸੀਂ ਅੰਦਾਜ਼ਾ ਤੇ ਤੁਸੀਂ ਕਨਸੀਵ ਨਹੀਂ ਕਰ ਸਕਦੇ ਉਸ ਗੱਲ ਨੂੰ। ਕਿਸ ਤਰੀਕੇ ਦੇ ਨਾਲ? ਜਿਸ ਤਰ੍ਹਾਂ ਮੁਸਲਮਾਨਾਂ ਨੂੰ ਵਿਚਾਰਿਆਂ ਨੂੰ ਸ਼ਰਾਬ ਵਰਜਿਤ ਆ, ਤਾਂ ਇਸੇ ਤਰੀਕੇ ਨਾਲ ਹੂਰਾਂ ਵੀ ਵਰਜਿਤ ਆ। ਉਹ ਕਹਿਣ ਉਸ ਦੇ ਵਿੱਚ ਇੱਕ ਪ੍ਰੋਮਿਸ ਦਿੱਤਾ ਜਾ ਰਿਹਾ ਜਿਹੜਾ ਵੀ ਸ਼ਹੀਦ ਹੈ ਹੋਣ ਵਾਲਾ ਕਿ ਭਾਈ ਜਦੋਂ ਤੂੰ ਸ਼ਹੀਦ ਹੋ ਕੇ ਜਾਏਗਾ, ਤੂੰ ਤਾਂ ਗੱਲ ਬੋਤਲਾਂ, ਸ਼ਰਾਬ ਦੀਆਂ ਬੋਤਲਾਂ ਦੀ ਗੱਲ ਕਰਦਾ, ਉੱਥੇ ਤਾਂ ਦਰਿਆ ਹੋਣਗੇ ਸ਼ਰਾਬ ਦੇ, ਉੱਥੇ ਤਾਂ ਇੱਕ ਨਹੀਂ ਅਨੇਕਾਂ ਹੀ ਲੱਖਾਂ ਕਰੋੜਾਂ ਹੀ ਹੂਰਾਂ ਹੋਣਗੀਆਂ ਔਰ ਤੂੰ ਥੱਕ ਜਾਏਗਾ ਉਹਨਾਂ ਨੂੰ ਚੂਜ਼ ਕਰਦਾ। ਐਗਜ਼ੈਕਟਲੀ ਇਹੀ ਚੀਜ਼ ਕਹੀ ਜਾ ਰਹੀ ਆ ਕਨਸੈਪਟ ਆਫ ਮਾਰਟਿਰਡਮ ਜਿਹੜਾ ਕ੍ਰਿਸਚੀਅਨਿਟੀ ਦਾ, ਉਹੀ ਚੀਜ਼ ਕਹੀ ਜਾ ਰਹੀ ਆ ਜੂਡਾਇਜ਼ਮ ਦੇ ਕਨਸੈਪਟ ਆਫ ਮਾਰਟਿਰਡਮ ਦੇ 'ਚ ਸਿਮਿਲਰ ਹੈਗੇ। ਮੈਂ ਜਦੋਂ ਸੋਚਿਆ, ਮੈਂ ਕਿਹਾ ਵੀ ਗੱਲ ਇਹ ਆ, ਸਿੱਖਾਂ ਦੇ ਵਿੱਚ ਤਾਂ ਹੈਵਨ ਐਂਡ ਹੈਲ ਹੈ ਹੀ ਨਹੀਂ। ਸਿੱਖਾਂ ਵਿੱਚ ਕੋਈ ਹੈਵਨ ਐਂਡ ਹੈਲ ਨਹੀਂ, ਸਟੇਟ ਆਫ ਮਾਈਂਡ ਆ। ਸਟੇਟ ਆਫ ਮਾਈਂਡ ਹੈ, ਉਹਦੇ ਵਿੱਚ ਹੀ ਤੁਸੀਂ ਰਹਿਣਾ, ਔਰ ਉਹ ਸਟੇਟ ਆਫ ਮਾਈਂਡ ਦੇ ਵਿੱਚ ਨਾ ਦੁੱਖ ਨਾ ਨਾ ਕੋਈ ਸੁੱਖ ਆ। ਦੁੱਖ ਸੁੱਖ ਦਾ ਜੇ ਸੁੱਖ ਰੱਬ ਨੇ ਦਿੱਤਾ ਤਾਂ ਦੁੱਖ ਵੀ ਰੱਬ ਨੇ ਦਿੱਤਾ, ਐਂਡ ਯੂ ਹੈਵ ਟੂ ਐਕਸੈਪਟ ਦਿਸ। ਇਹ ਚੀਜ਼ ਆ, ਡਿਫਰੈਂਟ ਕਨਸੈਪਟ ਆ। ਤਾਂ ਮੈਨੂੰ ਇਹ ਗੱਲ ਸਮਝ ਆ ਗਈ ਕਿ ਸਿੱਖੀਜ਼ਮ ਦਾ ਜਿਹੜਾ ਕਨਸੈਪਟ ਆਫ ਮਾਰਟਿਰਡਮ ਆ ਉਹਦੇ ਵਿੱਚ ਕੋਈ ਪ੍ਰੋਮਿਸ ਨਹੀਂ। ਕਿਉਂ ਨਹੀਂ? ਕੀ ਕਾਰਨ ਆ? ਕਾਰਨ ਇਹ ਬੜਾ ਸਿੰਪਲ ਆ ਕਿ ਇਹ ਇਤਨਾ ਬੜਾ ਪ੍ਰੋਫਾਊਂਡ ਇੱਕ ਇਵੈਂਟ ਹੈ
ਪ੍ਰੋਫਾਊਂਡ ਇਹਦੇ ਵਿੱਚ ਇੰਨੀ ਪ੍ਰੋਫੰਡਿਟੀ ਹੈ, ਇੰਨੀ ਇਹਦੇ ਵਿੱਚ ਗ੍ਰੇਟਨੈਸ ਤੇ ਯੂਨੀਕ ਤੇ ਗ੍ਰੈਂਜਰ ਹੈ, ਇੰਨੀ ਸੈਟਿਸਫੈਕਸ਼ਨ ਆ ਕਿ ਤੁਹਾਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੀ ਨਹੀਂ। ਹੁਣ ਸਵਾਲ ਪੈਦਾ ਹੁੰਦਾ ਵੀ ਇਹ ਮਾਰਟੀਰਡਮ ਹੈ ਕੀ ਚੀਜ਼? ਮਾਰਟੀਰਡਮ ਜਿਹੜੀ ਚੀਜ਼ ਹੈ ਉਹ ਇੱਕ ਵਿਟਨੈਸ ਟੂ ਦੀ ਟਰੁਥ ਆਫ ਗॉड ਹੈ। ਗੁਰੂ ਦੇ, ਰੱਬ ਦੇ ਨਾਂ ਦੇ ਉੱਤੇ, ਰੱਬ ਦੀ ਸਚਾਈ ਦੇ ਉੱਤੇ ਤੁਸੀਂ ਸ਼ਹਾਦਤ ਦੇਣੀ ਹੈ। ਸ਼ਹਾਦਤ ਦਾ ਮਤਲਬ ਹੀ ਹੈ ਨਾ ਵਿਟਨੈਸ। ਪਿੰਡਾਂ ਦੇ ਵਿੱਚ ਅਸੀਂ ਦੇਖਦੇ ਹਾਂ, ਜਦੋਂ ਪਿੰਡਾਂ ਦੇ ਵਿੱਚ ਲੋਕ ਜਾਂਦੇ ਆ, ਕਸਬਿਆਂ ਨੂੰ, ਸ਼ਹਿਰਾਂ ਨੂੰ, ਪੁੱਛਦੇ ਆ ਵੀ ਤੂੰ ਕੀ ਕਰਨ ਜਾ ਰਿਹਾ? ਕਹਿੰਦਾ ਜੀ ਮੈਂ ਫਲਾਨੀ ਕਚਹਿਰੀ 'ਚ ਸ਼ਹਾਦਤ ਦੇਣ ਜਾ ਰਿਹਾ। ਸ਼ਹਾਦਤ ਦਾ ਮਤਲਬ ਗਵਾਹੀ ਦੇਣੀ। ਤੇ ਇਹ ਜਿਹੜੀ ਗਵਾਹੀ ਹੈ ਇਹ ਵਿਟਨੈਸ ਹੈ ਟੂ ਦੀ ਟਰੁਥ ਆਫ ਗॉड। ਜੇ ਵਿਟਨੈਸ ਟੂ ਦੀ ਟਰੁਥ ਆਫ ਗॉड ਹੋ ਤਾਂ ਵਟ ਐਲਸ ਯੂ ਵਾਂਟ, ਵਟ ਐਲਸ ਯੂ ਨੀਡ? ਤੁਹਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ? ਕਿਹੜੀ ਚੀਜ਼ ਆ ਜਿਹੜੀ ਚੀਜ਼ ਤੁਹਾਡੇ ਕੋਲ ਬਾਕੀ ਰਹਿ ਜਾਏਗੀ ਜੇ ਤੁਸੀਂ ਸਚਾਈ ਦੇ ਨਾਂ ਦੇ ਉੱਤੇ, ਰੱਬ ਦੇ ਨਾਂ ਦੇ ਉੱਤੇ ਸ਼ਹਾਦਤ ਦੇ ਦਿੱਤੀ, ਵਿਟਨੈਸ ਦੇ ਦਿੱਤਾ? ਤਾਂ ਮੈਨੂੰ ਤਾਂ ਇਹ ਸਮਝ ਆਈ, ਮੈਂ ਉਹਨਾਂ ਨੂੰ ਇਸ ਤਰ੍ਹਾਂ ਲਿਖ ਕੇ ਭੇਜਿਆ। ਹੁਣ ਇਸੇ ਤਰੀਕੇ ਦੇ ਨਾਲ ਸਾਡੇ ਬਹੁਤ ਸਾਰੇ ਕਨਸੈਪਟ ਆ ਜਿਹੜੇ ਕਨਫਿਊਜ਼ ਕਰ ਦਿੱਤੇ ਲੋਕਾਂ ਨੇ। ਬਹੁਤ ਸਾਰੀ ਦੁਨੀਆ, ਵੈਸਟ ਦੇ ਵਿੱਚ ਵੀ, ਈਸਟ ਦੇ ਵਿੱਚ ਵੀ, ਸੰਤ ਤੇ ਸੇਂਟ ਨੂੰ ਇੱਕੋ ਹੀ ਸਮਝਦੇ ਆ। ਸੰਤ ਤੇ ਸੇਂਟ ਨੂੰ ਇੱਕੋ ਹੀ ਸਮਝਦੇ ਆ। ਕਿਸ ਤਰ੍ਹਾਂ ਇੱਕੋ ਹੀ ਸਮਝਦੇ ਆ? ਉਹ ਕਹਿੰਦੇ ਸੰਤ ਤੇ ਸੇਂਟ ਇੱਕੋ ਹੀ ਆ। ਸੇਂਟ ਅੰਗਰੇਜ਼ੀ ਦਾ ਲਫ਼ਜ਼ ਆ, ਸੰਤ ਜਿਹੜਾ ਹੈਗਾ ਉਹ ਇੰਡੀਅਨ ਲੈਂਗੁਏਜ ਦਾ ਲਫ਼ਜ਼ ਆ। ਸੰਤ ਦਾ ਮਤਲਬ ਕਿੱਥੋਂ ਨਿਕਲਿਆ? ਸਚਾਈ ਤੋਂ, ਟਰੁੱਥ, ਜਿਹੜੀ ਸਚਾਈ ਆ, ਸਚਾਈ ਤੋਂ ਸੰਤ ਬਣ ਗਿਆ। ਸੇਂਟ ਜਿਹੜਾ ਹੈ ਉਸ ਨੂੰ, ਜਿਹੜੀ ਸੇਂਟਹੁੱਡ ਹੈ ਉਹ ਸੈਂਕਸ਼ਨ ਹੁੰਦੀ ਆ ਕਿੱਥੋਂ? ਉਹਨਾਂ ਦਾ ਆਪਣਾ ਇੱਕ ਪ੍ਰੋਟੋਕਾਲ ਬਣਿਆ ਹੋਇਆ ਈਸਾਈਆਂ ਦਾ, ਜਿਹੜੇ ਈਸਾਈ ਇਕੱਠੇ ਹੋ ਕੇ ਬਹੁਤ ਸਾਰਾ ਪ੍ਰੋਸੈਸ ਕਰਦੇ ਆ, ਔਰ ਪ੍ਰੋਸੈਸ ਕਰਨ ਤੋਂ ਬਾਅਦ ਉਹ ਸੇਂਟਹੁੱਡ ਦਿੰਦੇ ਆ। ਜਿਸ ਤਰ੍ਹਾਂ ਇੱਥੇ ਪਦਮ ਸ਼੍ਰੀ ਦਿੰਦੇ ਆ, ਜਿਹੜੀ ਹਿੰਦੁਸਤਾਨ ਦੀ ਸਟੇਟ ਆ, ਪਦਮ ਸ਼੍ਰੀ ਆ, ਦੂਸਰੇ ਇਸ ਕਿਸਮ ਦੇ ਜਿਹੜੇ ਦਿੰਦੇ ਆ ਟਾਈਟਲ, ਉਹਨਾਂ ਲੋਕਾਂ ਨੂੰ ਦਿੰਦੇ ਆ ਜਿਹੜੇ ਲੋਕ ਉਸ ਪ੍ਰੋਸੈਸ ਦੀ ਲੰਘੇ ਹੋਣ ਅਕੋਰਡਿੰਗ ਟੂ ਦੀ ਸੈਟਿਸਫੈਕਸ਼ਨ ਆਫ ਦੀ ਇੰਡੀਅਨ ਸਟੇਟ। तो इस करके माइंड ना करना। अब मैं बड़ा स्ट्रेट ते ऑनेस्ट आदमी है, मैं सीधी सीधी गल करदा, मैं बहुते कंपलैक्स उन्हां फिलोसफियां च नहीं पैंदा। हुण इत्थे डॉक्टर रवि साहब जो बोल रहे सी, अखीर च उन्होंने एक गल कहती कि गुरु तेग बहादुर साहब ने बली दिती। माफ़ करना, बली का कॉन्सैप्ट सिखां दे विच नहीं है। आम कहावत आ, बकरे की बली जिस तरह दी जाती है भी फलाना तू तो बकरी का बला बली का बकरा बन गया। वो की है? बली दूसरे की दी जाती है। माफ़ करना, फड़ के किसी को दे दो। बड़ी ट्रेडिशन आ मतलब इंडियन सोसाइटी दे विच पुरातन तो पुरातन के लोगों को घोड़ियां की बली दी जाती सी, बैलों की बली दी जाती सी। इस तरीके नाल होर जानवरों की हुण भी दी जाती है। कलकत्ते दे विच काली देवी के मंदिर के उत्ते झोटियां की बली दी जाती है। होर बहुत जगह बलियां दी जांदियां इस किस्म के एनीमल्स दियां। बली दूसरे की दी जाती है। गुरु का कंसैप्ट है टू ब्रेक दैट ट्रेडिशन एंड टू एस्टैब्लिश अ डिफरेंट ट्रेडिशन। जिहड़ी सिख मार्टिरडम आ, कंसैप्ट ऑफ बली नूं ब्रेक करदी है और एक यूनीक कंसैप्ट लैके आ रही है इस खिते विच, इस दुनिया के पार्ट दे विच, जिस दे विच यू डू नॉट एक्सपैक्ट एनीथिंग। कोई चीज़ तुसी एक्सपैक्ट नहीं करनी किसी तो। जे तुसी रब दे नाम दे उत्ते शहादत दे दिती तां तुहानूं किसी होर चीज़ की जरूरत हो ही नहीं सकती। लोड़ की है? दैट इन इटसेल्फ इज सो सैटिस्फाइंग, दैट इन इटसेल्फ इज सो डिग्निफाइड, that in itself is fulfilling, totally fulfilling। तो इस करके बराए मेहरबानी कंसैप्ट ऑफ बली नूं कन्फ्यूज ना करो कंसैप्ट ऑफ सिख मार्टिरडम दे नाल। यही एग्जैक्टली गलतियां कीतियां मैकलोड ने कीतियां, और उस दे नाल उसदे एक फॉलोअर सी जिसने किताब लिखी है कंसैप्ट ऑफ सिख मार्टिरडम दे उत्ते, जिसने मलाइन करने की कोशिश की। ਜਿਹੜਾ ਐਡਾ ग्रेट ਤੇ मतलब यूनीक ਜਿਹੜਾ ਕਨਸੈਪਟ ਆ ਮਾਰਟੀਰਡਮ ਦਾ ਸਿੱਖੀਜ਼ਮ ਦੇ ਵਿੱਚ। तो ਅੱਜ ਉਸ ਨੂੰ ਵੀ ਅਸੀਂ, ਉਸ ਦਾ ਵੀ ਮੈਂ ਜਵਾਬ ਦਿੱਤਾ ਹੋਇਆ। ਲੂਈ ਫੈਨਿਕ ਉਸ ਦਾ ਨਾਮ ਆ।
ਉਸ ਦਾ ਮੈਂ ਜਵਾਬ ਦਿੱਤਾ ਹੋਇਆ ਇਹਨਾਂ ਅੱਖਰਾਂ ਦੇ ਵਿੱਚ ਜਵਾਬ ਦਿੱਤਾ ਜਿਹੜਾ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਤੋ ਇਸ ਕਰਕੇ ਜਿਹੜਾ ਕਨਸੈਪਟ ਆਫ ਮਾਰਟੀਰਡਮ ਹੈ ਉਹ ਬਹੁਤ ਫੁਲਫਿਲਿੰਗ ਆ, ਉਹ ਬਹੁਤ ਸੈਟਿਸਫਾਈਂਗ ਆ। ਅੱਜ ਵੀ ਦੇਖੋ ਮੈਂ ਹੈਰਾਨ ਹੁੰਦਾ ਔਰ ਮੈਂ ਪਰੇਸ਼ਾਨ ਵੀ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਸਿੱਖਾਂ ਦੀਆਂ ਸਟਰਗਲ ਚੱਲੀਆਂ, ਈਵਨ ਮਾਡਰਨ ਟਾਈਮਸ ਦੇ ਵਿੱਚ ਗੁਰਦੁਆਰਾ ਲਿਬਰੇਸ਼ਨ ਮੂਵਮੈਂਟ ਚੱਲੀ, ਇਸੇ ਤਰੀਕੇ ਦੇ ਨਾਲ ਹੋਰ ਮੂਵਮੈਂਟ ਅੱਜ ਵੀ ਚੱਲੀਆਂ, ਔਰ ਉਸ ਦੇ ਵਿੱਚ ਜਿਹੜੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੇ ਕੋਈ ਮੰਗ ਤਾਂ ਰੱਖੀ ਨਹੀਂ ਵੀ ਸਾਨੂੰ ਆਹ ਅਵਾਰਡ ਮਿਲ ਜਾਵੇ, ਸਾਨੂੰ ਆਹ ਇਨਾਮ ਮਿਲ ਜਾਵੇ, ਸਾਡਾ ਆਹ ਮੈਮੋਰੀਅਲ ਬਣਾ ਦਿਓ, ਸਾਡੇ ਦੇ ਉੱਤੇ ਆਹ ਤੁਸੀਂ ਕਰ ਦਿਓ। ਇਸ ਕਿਸਮ ਦੀ ਕੋਈ ਚੀਜ਼ ਨਹੀਂ। ਚੁੱਪ ਚਪੀਤੇ ਗੁਰੂ ਦਾ ਨਾਮ ਸਿਮਰਨ ਕਰਦੇ ਹੋਏ, ਮਤਲਬ ਖੁੱਲੇ ਹੋ ਕੇ, ਹੱਸਦੇ ਹੋਏ, ਸੈਟਿਸਫੈਕਸ਼ਨ ਮਨ ਦੇ ਵਿੱਚ ਰੱਖਦੇ ਹੋਏ ਸ਼ਹਾਦਤਾਂ ਦਿੱਤੀਆਂ। ਮੈਨੂੰ ਇਸ ਗੱਲ ਦਾ ਅਹਿਸਾਸ ਆ ਔਰ ਮੈਂ ਇਸੇ ਗੱਲ ਦੇ ਉੱਤੇ ਗੱਲ ਕਹਿ ਰਿਹਾ ਕਿ ਅੱਜ ਜਿਹੜੇ ਸਿੱਖ ਜ਼ਿੰਦਾ ਦੁਨੀਆ ਦੇ ਵਿੱਚ, ਅੱਜ ਸਿੱਖਾਂ ਦੇ ਕੋਲ ਕੋਈ ਪੋਲੀਟੀਕਲ ਫਰੇਮਵਰਕ ਨਹੀਂ ਹੈ, ਕੋਈ ਪੋਲੀਟੀਕਲ ਪਾਵਰ ਨਹੀਂ ਹੈ। ਉਹ ਇੱਕ ਛੋਟੀ ਜਿਹੀ ਕਮਿਊਨਿਟੀ ਆ, 2 ਕਰੋੜ ਦੀ ਆਬਾਦੀ ਹੋਏਗੀ, 2.5 ਦੀ ਆਬਾਦੀ ਹੋਏਗੀ ਆਲ ਓਵਰ ਦੀ ਵਰਲਡ, ਪਰ ਸਿੱਖਾਂ ਦੀ ਸਾਰੀ ਦੁਨੀਆ ਦੇ ਵਿੱਚ ਮਾਨਤਾ, ਸਿੱਖਾਂ ਦੀ ਸਾਰੀ ਦੁਨੀਆ ਦੇ ਵਿੱਚ ਇੱਕ ਪੋਜੀਸ਼ਨ ਹੈ, ਇੱਕ ਸਟੇਟਸ ਆ, ਇੱਕ ਸਟੇਟਲੈਸ ਸਟੇਟ ਕਮਿਊਨਿਟੀ ਜਿਸ ਦੀ ਕੋਈ ਆਪਣੀ ਸਟੇਟ ਨਹੀਂ, ਜਿਸ ਦੇ ਕੋਲ ਆਪਣੀ ਪੋਲੀਟੀਕਲ ਸਵਰਨਿਟੀ ਨਹੀਂ, ਪਰ ਉਹਨਾਂ ਦੀ ਵਿਚਾਰਧਾਰਾ ਦੀ ਸਵਰਨਿਟੀ ਜ਼ਰੂਰ ਹੈ। ਤੋ ਇਸ ਕਰਕੇ ਸਾਡੀ ਹਰ ਚੀਜ਼ ਵੱਖਰੀ, ਹਰ ਚੀਜ਼ ਸਾਡੀ ਯੂਨੀਕ, ਹਰ ਚੀਜ਼ ਸਾਡੀ ਫੁਲਫਿਲਿੰਗ, ਹਰ ਚੀਜ਼ ਸਾਡੀ ਸੈਟਿਸਫਾਈਂਗ ਹੈ। ਇਹ ਗੁਰੂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ। ਔਰ ਦੇਖੋ 5ਵੇਂ ਜਿਹੜੇ ਪਾਤਸ਼ਾਹ ਉਹ ਸ਼ਹਾਦਤ ਦੇਣ ਜਾ ਰਹੇ ਆ, ਕਿਸੇ ਤਾਈਂ ਸ਼ਿਕਵਾ ਸ਼ਿਕਾਇਤ ਹੈ ਹੀ ਨਹੀਂ, ਕਿਸੇ ਤਾਈਂ ਨਾ ਚੰਦੂ ਤਾਈਂ ਕੋਈ ਸ਼ਿਕਾਇਤ ਆ, ਨਾ ਇਸੇ ਤਰੀਕੇ ਦੇ ਨਾਲ ਜਹਾਂਗੀਰ ਤਾਈਂ ਕੋਈ ਸ਼ਿਕਾਇਤ ਆ, ਜਾਂ ਉਹਨਾਂ ਦਾ ਆਪਣਾ ਭਰਾ ਪਿਰਥੀ ਆ ਜਿਹੜਾ ਕਨਸਪੀਰੇਸੀਜ਼ ਆਲ ਥਰੂ ਦੀ ਲਾਈਫ ਆਲ ਹਿਜ਼ ਲਾਈਫ ਟਾਈਮ ਗੁਰੂ ਦੇ ਖਿਲਾਫ ਕਰਦਾ ਰਿਹਾ। ਗੁਰੂ ਹਰਗੋਬਿੰਦ ਸਾਹਿਬ ਦੇ ਖਿਲਾਫ ਕੀਤੀ, ਬਚਪਨ ਦੇ ਵਿੱਚ ਉਹਨਾਂ ਨੂੰ ਮਤਲਬ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਗੁਰੂ ਦਾ ਕਿਸੇ ਨਾਲ ਸ਼ਿਕਵਾ ਨਹੀਂ। ਤਾਂ ਗੁਰੂ ਕਿਸ ਚੀਜ਼ ਲਈ ਸ਼ਹਾਦਤ ਦੇ ਰਿਹਾ? ਆਪਣੇ ਵਿਚਾਰਾਂ ਲਈ ਸ਼ਹਾਦਤ ਦੇ ਰਿਹਾ, ਆਪਣੀ ਕਮਿਟਮੈਂਟ ਲਈ ਸ਼ਹਾਦਤ ਦੇ ਰਿਹਾ, ਆਪਣੇ ਵਿਚਾਰ, ਆਪਣੇ ਸਿਧਾਂਤ ਲਈ ਕਿਉਂ ਸ਼ਹਾਦਤ ਦੇ ਰਿਹਾ ਵੀ ਮੈਂ ਇਸ ਦੁਨੀਆ ਤੋਂ ਚਲਾ ਜਾਊਂਗਾ, ਆ ਜੋ ਕੁਛ ਮੈਂ ਦੇ ਚੁੱਕਿਆ ਸਿਧਾਂਤ ਟੂ ਦੀ ਹਿਊਮੈਨਿਟੀ, to the human beings, not to any particular community, not to any particular area, not to any particular ਕਿਸੇ ਕਿਸਮ ਦੇ ਲੋਕਾਂ ਲਈ, ਰੇਸ ਲਈ ਜਾਂ ਰੰਗ ਲਈ। ਉਹਨਾਂ ਨੇ ਸਾਰੀ ਮਾਨਵਤਾ ਦੇ ਲਈ ਆਪਣੇ ਵਿਚਾਰ ਦਿੱਤੇ ਆ, ਔਰ ਉਹ ਵਿਚਾਰ ਦੇ ਜਿਹੜੇ ਸਿਧਾਂਤ ਆ ਉਹਨਾਂ ਦੇ ਉੱਤੇ ਗੁਰੂ ਮਹਾਰਾਜ ਦੀ 5ਵੇਂ ਪਾਤਸ਼ਾਹ ਦੀ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਸ਼ਹੀਦਾਂ ਦੇ ਸਿਰਤਾਜ, ਯੂਨੀਕ ਥਿੰਗ। ਔਰ ਕੋਈ ਸ਼ਿਕਵਾ ਸ਼ਿਕਾਇਤ ਨਹੀਂ, ਕੋਈ ਗਾਲ ਗਲੋਚ ਨਹੀਂ, ਕੋਈ ਬਿਟਰਨੈਸ ਨਹੀਂ ਮਾਈਂਡ ਦੇ ਵਿੱਚ। ਦੈਟ ਇਜ਼ ਦੀ ਬਿਊਟੀ ਆਫ ਦੈਟ ਸ਼ਹਾਦਤ, ਦੈਟ ਇਜ਼ ਦੀ ਗ੍ਰੈਂਡਰ ਆਫ ਦੈਟ ਸ਼ਹਾਦਤ, that is the greatness of that shahadat, that is the uniqueness of that shahadat. तो ਇਸੇ ਤਰੀਕੇ ਨਾਲ ਹੁਣ ਕਸਰ ਕੀ ਰਹਿ ਗਈ ਇਸ ਸ਼ਹਾਦਤ ਦੇ ਵਿੱਚ? if I do understand as a student of history, ਇੱਕ ਛੋਟੀ ਜਿਹੀ ਕਸਰ ਰਹਿ ਗਈ ਕਿ ਤੁਸੀਂ ਆਪਣੇ ਵਿਚਾਰਾਂ ਲਈ ਤਾਂ ਸ਼ਹਾਦਤ ਦੇ ਦਿੱਤੀ, ਤੁਹਾਡਾ ਮਾਨਵਤਾ ਦਾ ਧਰਮ ਹੈ, ਤੁਹਾਨੇ ਮਾਨਵਤਾ ਦਾ ਕਲਿਆਣ ਕਰਨਾ ਹੈ, ਯੂਨੀਵਰਸਲ ਰਿਲੀਜਨ ਹੈ, ਤਾਂ ਤੁਹਾਨੇ ਉਹਨਾਂ ਲੋਕਾਂ ਬਾਰੇ ਵੀ ਸ਼ਹਾਦਤ ਦੇਣੀ ਆ ਜਿਨ੍ਹਾਂ ਦੇ ਵਿਚਾਰ ਵੱਖਰੇ ਆ, ਜਿਨ੍ਹਾਂ ਦੇ ਵਿਚਾਰ ਤੁਹਾਡੇ ਵਿਚਾਰਾਂ ਨਾਲੋਂ ਉਲਟੇ ਆ। ਜਨੇਊ ਤੇ ਪ੍ਰੋਟੈਸਟ ਹੈ ਗੁਰੂ ਨਾਨਕ ਦਾ, ਔਰ ਜਨੇਊ ਦੀ ਪਹਿਨਣ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਆ ਕਿ ਹਰ ਬੰਦੇ ਨੂੰ ਆਪਣੇ ਰਹੁ ਰੀਤਾਂ ਦੇ ਮੁਤਾਬਕ ਰਾਈਟ ਟੂ ਪ੍ਰੋਫੈਸ ਹਿਜ਼ ਰਿਲੀਜਨ, ਆਪਣੀਆਂ ਰਿਲੀਜੀਅਸ ਪ੍ਰੈਕਟਿਸਿਸ, अपने religious thoughts, अपने religious beliefs, अपने religious rituals if they are. हालांकि there is a contradiction between the thought content of the Sikh Gurus and the thought content of the Brahmins, but in spite of all that, क्योंकि गल की है सिखिज्म ਦੇ ਵਿੱਚ ਜਿਸ ਤਰ੍ਹਾਂ ਆਪਣੇ ਮਨਮੋਹਨ ਸਿੰਘ ਜੀ ਉਹਨਾਂ ਨੇ ਦੱਸਿਆ ਸੀ, ਪਲੂਰੈਲਿਟੀ ਹੈ, ਯੂਨੀਵਰਸੈਲਿਟੀ ਹੈ, ਮਲਟੀਕਲਚਰਲਿਜ਼ਮ ਹੈ ਜਿਸ ਦੇ ਵਿੱਚ। ਔਰ ਇਹ ਗੱਲ ਐਂ ਨਹੀਂ ਹੈ ਵੀ ਗੱਲ ਕਹਿ ਦਿੱਤੀ
ਗੱਲ ਵਾਪਰੀ ਹੈ, ਗੱਲ ਹੈਪਨ ਹੋਈ ਹੈ, ਗੱਲ ਦੀ ਰਿਐਲਿਟੀ ਹੈ। ਸਿੱਖਾਂ ਨੇ 60 ਸਾਲ ਰਾਜ ਕੀਤਾ ਔਰ ਇੱਕ ਬਹੁਤ ਬੜੇ ਖਿੱਤੇ ਤੇ ਰਾਜ ਕੀਤਾ। ਕਿਸੇ ਬੰਦੇ ਦੇ ਨਾਲ ਧਰਮ ਦੇ ਉੱਤੇ, ਜ਼ਬਾਨ ਦੇ ਉੱਤੇ, ਖਿੱਤੇ ਦੇ ਉੱਤੇ, ਰੰਗ ਦੇ ਉੱਤੇ, ਰੂਪ ਦੇ ਉੱਤੇ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ। ਅੱਜ ਵੀ ਸਿੱਖ ਗੁਰੂਆਂ ਦੇ ਆਦੇਸ਼ ਦੇ ਮੁਤਾਬਕ ਲੰਗਰ ਚਲਾ ਰਹੇ ਆ ਹੁਣੇ ਦੇਖੋ ਕੋਵਿਡ ਦੀ ਮਹਾਮਾਰੀ ਦੇ ਵਿੱਚ ਤੁਹਾਡੇ ਦਿੱਲੀ ਆਲੇ ਦੁਆਲੇ ਕਿਸ ਤਰੀਕੇ ਦੇ ਨਾਲ ਲੰਗਰ ਆਕਸੀਜਨ ਦੇ ਲਾ ਦਿੱਤੇ, ਔਰ ਉਸ ਦੇ ਵਿੱਚ ਕੋਈ ਬੰਦਾ ਆਵੇ ਉਸ ਦਾ ਨਾ ਨਾਂ ਪੁੱਛਣਾ, ਨਾ ਉਸ ਦਾ ਧਰਮ ਪੁੱਛਣਾ, ਨਾ ਉਸ ਦਾ ਖਿੱਤਾ ਪੁੱਛਣਾ, ਨਾ ਉਸ ਦੀ ਜ਼ਬਾਨ ਪੁੱਛਣੀ। ਗੁਰੂ ਦੇ ਲੰਗਰ ਚੱਲ ਰਹੇ ਆ, ਗੁਰੂ ਦੇ ਲੰਗਰ ਹੈ, ਗੁਰੂ ਦੇ ਲੰਗਰ ਚੱਲ ਰਹੇ ਆ ਜਿਨ੍ਹਾਂ ਲੰਗਰਾਂ ਦੇ ਵਿੱਚ ਕਿਸੇ ਬੰਦੇ ਤੋਂ ਉਸ ਦਾ ਨਾਂ, ਰੰਗ, ਰੂਪ, ਖਿੱਤਾ, ਜ਼ਬਾਨ, ਧਰਮ ਨਹੀਂ ਪੁੱਛਿਆ। ਰਣਜੀਤ ਸਿੰਘ ਦਾ ਰਾਜ ਜਿਹੜਾ ਸਿੱਖ ਰਾਜ ਆ, ਮਾਫ ਕਰਨਾ, ਉਸ ਸਿੱਖ ਰਾਜ ਦੇ ਵਿੱਚ ਕਿਸ ਤਰੀਕੇ ਕਿੰਨੀ ਗ੍ਰੈਂਜਰ ਆ, ਕਿੰਨੀ ਖੂਬਸੂਰਤੀ ਹੈ। ਬੰਦਾ ਸਿੰਘ ਬਹਾਦਰ ਦਾ ਰਾਜ ਆ, ਕਿਸ ਰਾਜ ਆ, ਸਿੱਕਾ ਕਿਸ ਦੇ ਨਾਂ ਦੇ ਉੱਤੇ ਚੱਲ ਰਿਹਾ। ਆਪ ਸੈਲਫ ਐਫੇਸਿੰਗ, ਆਪਣੇ ਆਪ ਨੂੰ ਬਿਲਕੁਲ ਮਨਫੀ ਕਰ ਦੇਣਾ, ਆਪਣੇ ਆਪ ਨੂੰ ਲੈਸ ਦੈਨ ਜ਼ੀਰੋ ਬਣਾ ਕੇ ਡੈਡੀਕੇਟ ਟੋਟਲੀ ਕਰ ਦੇਣਾ ਕਿਸ ਸਿਧਾਂਤ ਨੂੰ ਜੋ ਗੁਰੂ ਨੇ ਦਿੱਤਾ ਹੈ। ਸਿੱਕਾ ਗੁਰੂਆਂ ਦੇ ਨਾਂ ਦੇ ਉੱਤੇ, ਸੀਲ ਗੁਰੂਆਂ ਦੇ ਨਾਂ ਦੇ ਉੱਤੇ, ਕੋਈ ਤਾਜਪੋਸ਼ੀ ਨਹੀਂ ਹੋਈ। ਆ ਤਾਜਪੋਸ਼ੀ ਹੋ ਰਹੀ ਆ ਹੁਣੇ, ਅੱਜ ਹੀ ਹੋ ਰਹੀ ਆ ਮੇਰੇ ਗੁਆਂਢ ਦੇ ਵਿੱਚ, ਇੱਥੇ 15 ਸੈਕਟਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਫਿੱਟੇ ਮੂੰਹ ਇਸ ਕਿਸਮ ਦੀਆਂ ਤਾਜਪੋਸ਼ੀਆਂ ਨੂੰ। ਕਿੱਡੇ ਵੱਡੇ ਵੱਡੇ ਐਮਪਾਇਰ ਦੇ ਮਾਲਿਕ, ਕਿੱਡੀ ਵੱਡੀ ਸਲਤਨਤ ਦੇ ਮਾਲਿਕ, ਉਹਨਾਂ ਨੇ ਕੋਈ ਤਾਜਪੋਸ਼ੀ ਨਹੀਂ ਕੀਤੀ, ਨਾ ਕਲਗੀ ਲਾਈ, ਨਾ ਕਿਸੇ ਥਰੋਨ ਤੇ ਬੈਠੇ, ਕਿਸੇ ਥਰੋਨ ਤੇ ਨਹੀਂ ਬੈਠੇ, ਨਾ ਆਪਣੇ ਆਪ ਨੂੰ ਮਹਾਰਾਜਾ ਕਿਹਾ, ਸਬਮਿਟ ਕੀਤਾ ਬਿਫੋਰ ਦੀ ਵਿਲ ਆਫ ਗੁਰੂ। ਸੋ ਅੱਜ ਜ਼ਰੂਰਤ ਹੈ ਕਿ ਅਸੀਂ ਉਸ ਸਪਿਰਿਟ ਨੂੰ ਰਿਵਾਈਵ ਕਰ ਲਈਏ, ਔਰ ਰਿਵਾਈਵ ਮੈਂ ਸਮਝਦਾ ਕਮਾਲ ਦੀ ਰਿਮਾਰਕੇਬਲ ਗੱਲ ਹੈ। ਸਾਨੂੰ ਇੱਕ ਐਸਾ ਵਿਰਸਾ ਦੇ ਗਏ ਗੁਰੂ, ਔਰ ਉਸ ਵਿਰਸੇ ਨੂੰ ਮੇਰੀ ਬਹੁਤ ਮਤਭੇਦ ਆ, ਬਹੁਤ ਸਾਰੇ ਜਿਹੜੇ ਵੱਡੇ ਵੱਡੇ ਸੋ ਕਾਲਡ ਵਿਦਵਾਨ ਆ ਉਹਨਾਂ ਨਾਲ ਮੇਰੇ ਬਹੁਤ ਜ਼ਿਆਦਾ ਕੰਟਰਡਿਕਸ਼ਨਸ ਆ। ਮੈਂ ਉਹਨਾਂ ਨਾਲ ਮਤਲਬ ਭਿੜਦਾ ਵੀ ਰਹਿਣਾ। ਹੁਣ ਜਿਸ ਤਰੀਕੇ ਨਾਲ ਮੈਂ ਇੱਕ ਗੱਲ ਇੱਥੇ ਕਹਿਣ ਲੱਗਿਆ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਕ੍ਰਿਪਚਰ ਬਣਾਤੀ, ਉਹ ਸਕ੍ਰਿਪਚਰ ਨਹੀਂ ਹੈ। ਮਾਫ ਕਰਨਾ, ਮੈਂ ਇੱਥੇ ਦੱਸਣਾ ਚਾਹੁੰਦਾ, ਉਹ ਸਕ੍ਰਿਪਚਰ ਨਹੀਂ ਹੈ, ਉਹ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ, ਲਿਵਿੰਗ ਕਾਰਪੋਰੇਟ ਗੁਰੂ। ਕਿਸ ਨੇ ਸਕ੍ਰਿਪਚਰ ਬਣਾਈ? ਭਾਈ ਕਾਹਨ ਸਿੰਘ ਨੇ ਸਕ੍ਰਿਪਚਰ ਬਣਾਤੀ। ਕਿਉਂ? ਕਿਉਂਕਿ M.A. ਮੈਕੌਲਫ ਦੇ ਉਹ ਦੋਸਤ ਸੀ। M.A. ਮੈਕੌਲਫ ਜਿਹੜਾ ਸੀ ਉਹ ਕ੍ਰਿਸਚਨ ਸੀ, ਉਹਦੀ ਗਰੂਮਿੰਗ ਜਿਹੜੀ ਹੋਈ ਵੀ ਸੀ, ਉਹਦੀ ਪਰਵਰਿਸ਼ ਜਿਹੜੀ ਹੋਈ ਵੀ ਸੀ, ਉਹਦੇ ਥਾਟ ਕੰਟੈਂਟ ਸੀ ਉਹੀ ਸੀ ਜੋ ਕ੍ਰਿਸਚੈਨਿਟੀ ਦਾ। ਕ੍ਰਿਸਚੈਨਿਟੀ ਦੇ ਵਿੱਚ ਜਿਹੜੀ ਧਾਰਮਿਕ ਪੁਸਤਕ ਹੈ ਉਸ ਨੂੰ ਸਕ੍ਰਿਪਚਰ ਕਹਿੰਦੇ ਆ। ਜਿਹੜੀ ਸਕ੍ਰਿਪਚਰ ਹੁੰਦੀ ਹੈ ਉਹ ਸਿਰਫ ਮੀਨਸ ਹੈ ਟੂਵਰਡਸ ਐਨ ਐਂਡ, ਰੱਬ ਤੱਕ ਪਹੁੰਚਣ ਦਾ ਰਸਤਾ ਦੱਸਦੀ ਹੈ ਸਕ੍ਰਿਪਚਰ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਕ੍ਰਿਪਚਰ ਨਹੀਂ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਸਾਖਸ਼ਾਤ ਗੁਰੂ, ਜਿਉਂਦਾ ਜਾਗਦਾ ਗੁਰੂ ਆ। ਕਿਵੇਂ ਆ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ, ਕਿਸੇ ਹੋਰ ਜਗ੍ਹਾ ਪੜ੍ਹਨ ਦੀ ਜ਼ਰੂਰਤ ਹੀ ਨਹੀਂ। पोथी परमेश्वर का थान, पोथी परमेश्वर का थान। तो मैं तो समझदा सो कार्ड बड़े जिन्होंने असीं विद्वान समझते हैं एनसाइक्लोपीडिया भी लिख देते, क्योंकि M.A. मैकॉलफ दे कोल स्क्रिप्चर ही लफज सी, तो उसदे कोल कोई होर लफज नहीं सी। 3 जजां दा बेंच दा डिसीजन आ गुरु ग्रंथ साहब दे उत्ते। मैं खास तौर ते थोड़े विच बैठे विद्वानां नूं बेनती करदा निमरता सहित कि वो जरूर पढ़ लैन। उस दे विच 3 नॉन सिख जज आ सुप्रीम कोर्ट दे, उन्होंने एक गल साक्षात लिखी भी आ सुप्रीम कोर्ट दे जजां ने कि जिहड़ा गुरु ग्रंथ साहब है सिखां दा वो डिफरेंट है दैन एनी अदर स्क्रिप्चर, और वो जिਉਂਦਾ जागदा साक्षात गुरु आ। जुरिस्टिक परसन आ लफज है, जुरिस्टिक परसन उसने यूज किया। जुरिस्टिक परसन वो हुंदा जिहड़ा जिਉਂਦਾ जागदा होवे, जिहदे नां ते जमीन जायदाद या कोई होर चीज़ खरीदी जा सके, जिहदे नां दे उत्ते इंतकाल हो जावे। तो मैं बेनती कर रहा हंबली कि रब बख्शिश करे, गुरु बख्शिश करे कि असी गुरु की ABC ही समझ लीए, उड़ा आड़ा ही समझ लीए। और मैं इत्थे खास तौर पर होर दसना चाहुंदा, जस्ट आउट ऑफ दी वे, इत्थे पंजाबी दे विद्वान बैठे आ, बहुत बड़े बड़े विद्वान।
ਉਹ ਇਹ ਸਮਝਣ ਵੀ ਗੁਰੂ ਦੀ ਦੇਣ ਕਿੰਨੀਆਂ ਦੇਣ ਆ, ਕਿੱਡੀਆਂ ਵੱਡੀਆਂ ਦੇਣ। ਜਿਸ ਪਹਿਲੂ ਤੋਂ ਤੁਸੀਂ ਉਸ ਨੂੰ ਥੋੜਾ ਜਿਹਾ ਕੋਖਣ ਦੀ ਕੋਸ਼ਿਸ਼ ਕਰੋ, ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੋ, ਤੁਸੀਂ ਯੂ ਰੀਅਲੀ ਮਾਰਵਲ। ਸਕ੍ਰਿਪਟ ਜਿਹੜੀ ਆ ਗੁਰਮੁਖੀ ਸਕ੍ਰਿਪਟ ਸਭ ਤੋਂ ਵੱਡੀਆਂ ਦੇਣਾਂ ਜਿਹੜੀਆਂ ਗੁਰੂ ਨੇ ਦਿੱਤੀਆਂ, ਇੱਕ ਨਵੇਂ ਨਰੋਏ ਧਾਰਮਿਕ ਸਿਸਟਮ ਨੂੰ ਐਸਟੈਬਲਿਸ਼ ਕਰਨ ਦੇ ਲਈ, ਤੁਹਾਡੀ ਆਪਣੀ ਆਇਡੈਂਟੀਟੀ ਨੂੰ ਆਇਡੈਂਟੀਫਾਈ ਕਰਨ ਦੇ ਲਈ, ਉਹ ਹੈਗੀ ਆ ਸਕ੍ਰਿਪਟ ਤੁਹਾਡੀ। ਜੇ ਅੱਜ ਸਿੱਖਾਂ ਦੀ ਗੁਰੂ ਸਕ੍ਰਿਪਟ ਨਾ ਦਿੰਦਾ ਤਾਂ ਜਿਹੜੀ ਤੁਹਾਡੀ ਪੰਜਾਬੀ ਬੋਲੀ ਆ ਉਹ ਦੇਵਨਾਗਰੀ ਸਕ੍ਰਿਪਟ ਨੇ ਹੜਪ ਕਰ ਲੈਣੀ ਸੀ। ਔਰ ਇਹ ਮੈਂ ਤੁਹਾਨੂੰ ਦੱਸਦਾ, ਪ੍ਰੋਫੈਸਰ ਬਾਸ਼ਮ ਸੀ, ਉਹ ਲਿੰਗੁਇਸਟਿਕਸ ਦੇ ਦੁਨੀਆ ਦੇ ਮੰਨੇ ਹੋਏ ਵਿਦਵਾਨ ਸੀ। ਉਹਨਾਂ ਦਾ ਮੈਂ ਇੱਕ ਵਾਰੀ ਲੈਕਚਰ ਸੁਣਿਆ, ਉਹ ਕਹਿੰਦਾ ਮੈਂ ਹੈਰਾਨ ਆ ਕਿ ਇੱਕ ਹਿਊਮਨ ਫਰੇਮ 'ਚ ਬੰਦਿਆਂ ਨੇ ਕਿਸ ਤਰੀਕੇ ਦੇ ਨਾਲ ਇੱਕ ਨਵੀਂ ਸਕ੍ਰਿਪਟ ਇੰਟਰੋਡਿਊਸ ਕਰ ਦਿੱਤੀ। ਈਵਨ ਅੰਗਰੇਜ਼ੀ ਦੀ ਆਪਣੀ ਸਕ੍ਰਿਪਟ ਨਹੀਂ ਹੈ, ਮਾਫ ਕਰਨਾ, ਰੋਮਨ ਸਕ੍ਰਿਪਟ ਆ। ਤੋ ਇਸੇ ਤਰੀਕੇ ਨਾਲ ਕਿੰਨੀਆਂ ਹਿੰਦੀ ਦੀਆਂ ਭਾਸ਼ਾ ਉਹਨਾਂ ਨੂੰ ਸਾਰੀ ਦੇਵਨਾਗਰੀ ਹੜੱਪ ਕਰ ਗਈ, ਉਹਨਾਂ ਦੀ ਆਇਡੈਂਟੀ ਖਤਮ ਹੋ ਗਈ। ਜਾ ਕੇ ਕਿੱਥੇ ਗੱਲ ਖੜੀ ਬੰਗਾਲ ਦੇ ਵਿੱਚ, ਜਿਨ੍ਹਾਂ ਦੀ ਆਪਣੀ ਸਕ੍ਰਿਪਟ। ਤੋ ਗੁਰੂਆਂ ਦੀ ਦੇਣ ਆ, ਗੁਰੂ ਦੇ ਅੱਗੇ ਸਿਰ ਝੁਕਾ ਸਕਦੇ ਆ। ਔਰ ਜਿੰਨਾ ਗੁਰੂ ਨੂੰ ਸਮਝਣ ਦੀ ਕੋਸ਼ਿਸ਼ ਕਰੀਦੀ ਆ, ਮਾਰਵਲ ਕਰੀਦਾ, ਹੈਰਾਨ ਹੋਈਦਾ ਵੀ ਅਸੀਂ ਜਾਣਦੇ ਹੀ ਕੁਛ ਨਹੀਂ, ਅਸੀਂ ਤਾਂ ਕੁਛ ਨਹੀਂ, ਲੈਸ ਦੈਨ ਜ਼ੀਰੋ। ਤੋ ਇਸ ਕਰਕੇ ਗੁਰੂ ਦਾ ਜਿਹੜਾ ਕਨਸੈਪਟ ਆ ਮਾਰਟਿਰਡਮ ਦਾ, ਉਹ ਬਹੁਤ ਯੂਨੀਕ ਆ, ਬਹੁਤ ਡਿਫਰੈਂਟ ਆ, ਬਹੁਤ ਮਹਾਨ ਆ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बहुत बहुत धन्यवाद ਡਾਕਟਰ ਜੀ ਦਾ। ਡਾਕਟਰ ਸਾਹਿਬ, ਤੁਸੀਂ ਕਿਹਾ ਕਿ ਮੈਨੂੰ ਫਸਾ ਦਿੱਤਾ, ਅਸੀਂ ਤੁਹਾਨੂੰ ਫਸਾਇਆ ਨਹੀਂ। ਅਸੀਂ ਇਤਿਹਾਸ ਤੋਂ ਬਿਨਾਂ ਅਸੀਂ ਕੋਈ ਗੱਲ ਕਰ ਨਹੀਂ ਸਕਦੇ। ਜਦ ਤੱਕ ਸਾਡੇ ਵਿੱਚ ਇਤਿਹਾਸਕਾਰ ਇਤਿਹਾਸ ਨੇ, ਅਸੀਂ ਅੱਗੇ ਨਹੀਂ ਵਧ ਸਕਦੇ। ਤੇ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਕਿ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਤੇ ਉਹਨਾਂ ਨੇ ਅੱਜ ਇਸ ਲੈਕਚਰ ਵਿੱਚ ਕੰਪੈਰੀਟਿਵ ਰਿਲੀਜਨ ਦੀ ਗੱਲ ਕੀਤੀ, ਕਨਸੈਪਟ ਆਫ ਮਾਰਟਿਰਿਜ਼ਮ ਦੀ ਗੱਲ ਕੀਤੀ, ਔਰ ਕਿਸ ਤਰ੍ਹਾਂ ਉਹ ਅਲੱਗ-ਅਲੱਗ ਧਰਮਾਂ ਵਿੱਚ ਕਿਸ ਤਰ੍ਹਾਂ ਉਹਦਾ ਜਿਹੜੀ ਹੈ ਪਹਿਚਾਨ ਹੈ, ਉਸ ਨੂੰ ਉਹਨਾਂ ਨੇ ਸਾਡੀ ਇਸ ਲੈਕਚਰ ਲੜੀ ਨੂੰ ਇੱਕ ਕੰਪੈਰੀਟਿਵ ਪਰਪੇਖ ਵੱਲ ਮੋੜ ਦਿੱਤਾ। ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਹੋਰ ਉਹਨਾਂ ਨੇ ਬੜੇ ਸਾਰੇ ਕਨਸੈਪਟ, ਜਿਵੇਂ ਕਨਸੈਪਟ ਆਫ ਮਾਰਟਿਰਿਜ਼ਮ ਵਿੱਚ ਫੁਲਫਿਲਨੈਸ ਦੀ ਗੱਲ ਕੀਤੀ, ਜਾਂ ਜਿਹੜਾ ਉਹਨਾਂ ਨੇ ਸਿੱਖੀਜ਼ਮ ਦੀ ਜਿਹੜੀ ਵਿਚਾਰਧਾਰਾ ਹੈ ਉਹ ਕਿਸ ਤਰ੍ਹਾਂ ਦੂਜੇ ਧਰਮਾਂ ਨਾਲੋਂ ਯੂਨੀਕ ਹੈ, ਔਰ ਜਿਹੜਾ ਸ਼ਹਾਦਤ ਦਾ ਕਨਸੈਪਟ ਹੈ ਉਹ ਕਿਸ ਤਰ੍ਹਾਂ ਅਲੱਗ ਹੈ। ਇਹ ਸਾਰੀਆਂ ਗੱਲਾਂ ਉਹਨਾਂ ਨੇ, ਜਿਹੜੇ ਰਿਲੀਜੀਅਸ ਥਾਟ ਜਿਹੜੀਆਂ ਨੇ ਸਾਡੀਆਂ, ਉਹਦੇ ਵਿੱਚ ਕਿਹੋ ਜਿਹੀ ਸੁਤੰਤਰਤਾ ਹੋਣੀ ਚਾਹੀਦੀ, ਆਦਿ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਮੈਂ ਉਹਨਾਂ ਦੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਔਰ ਅਸੀਂ ਉਹਨਾਂ ਨੂੰ ਅੱਗੇ ਵੀ ਇੰਝ ਹੀ ਤੰਗ ਕਰਦੇ ਰਹਾਂਗੇ, ਇਸ ਉਮੀਦ ਨਾਲ। ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਇੱਕ ਅਨਾਉਂਸਮੈਂਟ ਕਰਨਾ ਚਾਹ ਰਹੀ ਹਾਂ ਕਿ ਅਸੀਂ ਫੀਡਬੈਕ ਫਾਰਮ ਜਿਹੜਾ ਹੈ ਉਹ ਅਪਲੋਡ ਕਰ ਦਿੱਤਾ ਹੈ, ਔਰ ਉਸ ਨੂੰ ਜਲਦੀ ਤੋਂ ਜਲਦੀ ਫੀਡ ਕਰ ਦਿਓ ਤਾਂ ਕਿ ਅਸੀਂ ਸਰਟੀਫਿਕੇਟ ਦੇ ਸਕੀਏ ਪਾਰਟਿਸਿਪੇਸ਼ਨ ਦੇ। ਹੁਣ ਮੈਂ ਆਪਣੇ ਵਿਭਾਗ ਦੇ ਡਾਕਟਰ हेलो हाँ जी, आई एम ऑडिबल? हेलो हेलो यस मैम आ रही है आवाज। मैं श्री गुरु गोबिंद सिंह कॉलेज ऑफ कॉमर्स के पंजाबी विभाग के एसोसिएट प्रोफैसर डॉक्टर तरनजीत कौर बोल रही हाँ। विभाग वालों, पंजाबी विभाग वालों 400वें प्रकाश पुरब ਨੂੰ ਸਮਰਪਿਤ ਅੱਜ ਦੀ ਜੋ ਲੈਕਚਰ ਲੜੀ ਆਰੰਭ ਕੀਤੀ ਜਾਏ, ਜੋ ਬਾਣੀਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਫਰੇ ਸ਼ਹਾਦਤ ਵਿੱਚ ਆਏ ਸ਼ਾਮਲ ਹੋਏ ਸਾਰੇ ਮੁਅੱਜ਼ਜ਼ ਮਹਿਮਾਨਾਂ ਦਾ ਤਹਿ ਦਿਲੋਂ ਉਹਨਾਂ ਦਾ ਸਵਾਗਤ ਵੀ ਕਰਦੀਆਂ, ਉਹਨਾਂ ਨੂੰ ਜੀ ਆਇਆਂ ਵੀ ਕਹਿੰਦੀਆਂ ਤੇ ਨਾਲ ਹੀ ਉਹਨਾਂ ਦਾ ਧੰਨਵਾਦ ਵੀ ਕਰਦੀ ਹਾਂ। ਅਜਿਹੇ ਲੈਕਚਰ ਕਰਵਾਉਣ ਦਾ ਇੱਕ ਖਾਸ ਸਬਬ ਹੈ। ਸਾਨੂੰ ਸਭ ਨੂੰ ਇਹ ਪਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ, ਹਿੰਦ ਦੀ ਚਾਦਰ ਹਨ, ਉਹਨਾਂ ਨੇ ਆਪਣਾ ਜੀਵਨ ਵਿੱਚ ਜੋ ਫਲਸਫਾ ਸੀ ਉਹ ਕੀਤਾ। ਲੇਕਿਨ ਜਿਹੜੇ ਇਹ ਵਿਦਵਾਨ ਅੱਜ ਸਾਡੇ ਵਿੱਚ ਸ਼ਾਮਲ ਹੋਏ ਨੇ, ਸੁਰਜੀਤ ਪਾਤਰ ਜੀ, ਉਸ ਤੋਂ ਬਾਅਦ ਆਪਣਾ ਪ੍ਰੋਫੈਸਰ ਰਵੀ ਸਾਹਿਬ,
ਇਹਨਾਂ ਸਾਰਿਆਂ ਨੇ ਔਰ ਆਪਣਾ ਗੁਰਦਰਸ਼ਨ ਸਿੰਘ ਜੀ ਢਿੱਲੋਂ, ਇਹਨਾਂ ਦੀ ਮੈਂ ਖਾਸ ਤੌਰ ਤੇ ਧੰਨਵਾਦੀ ਹਾਂ ਕਿ ਇਹਨਾਂ ਨੇ, ਵਿਦਵਾਨਾਂ ਨੇ ਸ਼ਹਾਦਤ ਨੂੰ ਸਮਝਿਆ ਔਰ ਉਸ ਨੂੰ ਇੱਕ ਨਵੇਂ ਅਰਥ, ਇੱਕ ਨਵੀਆਂ ਗਹਿਰਾਈਆਂ ਪ੍ਰਦਾਨ ਕੀਤੀਆਂ ਨੇ। ਅੱਜ ਕਈ ਚੀਜ਼ਾਂ ਜਿਹੜੀਆਂ, ਕਈ ਪਰਤਾਂ ਉਗੜੀਆਂ ਹਨ ਇਸ ਲੈਕਚਰ ਲੜੀ ਦੇ ਵਿੱਚ। ਢਿੱਲੋਂ, ਗੁਰਦਰਸ਼ਨ ਸਿੰਘ ਢਿੱਲੋਂ ਜੀ ਨੇ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹੀਦੀ ਹੈ ਉਹਦੇ ਵਿੱਚ ਸ਼ਹਾਦਤ ਦਾ ਜੋ ਕਨਸੈਪਟ ਹੈ, ਉਹਦਾ ਕੀ ਅਰਥ ਹੈ, ਉਹਦੇ ਕਿਵੇਂ ਵੱਖਰੇ ਅਰਥ ਹਨ, ਕਿਵੇਂ ਉਹ ਬਾਕੀ ਧਰਮਾਂ ਨਾਲੋਂ ਵੱਖਰੀ ਹੈ, ਉਸ ਬਾਰੇ ਜਾਣੂ ਕਰਵਾਇਆ। ਇਸ ਲਈ ਉਹ ਵਧਾਈ ਦੇ ਪਾਤਰ ਹਨ। ਪ੍ਰੋਫੈਸਰ ਰਵੀ ਜੀ ਜੋ ਪੰਜਾਬੀ ਵਿਭਾਗ ਦੇ ਸਾਡੇ ਦਿੱਲੀ ਯੂਨੀਵਰਸਿਟੀ ਦੇ ਮੁਖੀ ਹਨ, ਉਹਨਾਂ ਨੇ ਇੱਕ ਚੋਣ ਦੇ ਸਿਧਾਂਤ ਦੀ ਗੱਲ ਕੀਤੀ। ਉਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਸਾਡੇ ਅੱਜ ਦੀ ਜਿਹੜੀ ਨਵੀਂ ਪਨੀਰੀ ਹੈ, ਨਵੇਂ ਵਿਦਿਆਰਥੀ ਹਨ, ਬੱਚੇ ਹਨ, ਜਿਨ੍ਹਾਂ ਨੂੰ ਚੋਣ ਦੇ ਸਿਧਾਂਤ ਦੀ ਗੱਲ ਕਰਕੇ ਦੱਸਿਆ ਕਿ ਜੀਵਨ ਵਿੱਚ ਕਈ ਵਾਰੀ ਜੇ ਦੁਵਿਧਾ ਆਏ, ਅਸੀਂ ਦੋਰਾਏ ਤੇ ਖੜੇ ਹੋਈਏ, ਕੀ ਚੁਣਨਾ, ਸਾਨੂੰ ਦਿੱਕਤ ਆਏ, ਤਾਂ ਅਸੀਂ ਆਪਣੇ ਗੁਰੂਆਂ ਵੱਲ, ਆਪਣੇ ਜਿਹੜੇ ਇਤਿਹਾਸ ਵੱਲ ਵੇਖੀਏ ਤੇ ਉਹਦੇ ਵਿੱਚੋਂ ਅਸੀਂ ਜਿਹੜੀ ਆਪਣਾ ਲੈ ਕੇ ਆਪਣੀ ਜੀਵਨ ਦੀ ਸੇਧ ਨੂੰ ਅੱਗੇ ਵੱਧ ਸਕਨੇ ਹਾਂ। ਸੁਰਜੀਤ ਪਾਤਰ ਜੀ ਵੀ ਵਧਾਈ ਦੇ ਪਾਤਰ ਹਨ। ਉਹਨਾਂ ਨੇ ਇਸ ਸ਼ਹਾਦਤ ਨੂੰ ਦੇ ਯੂਨੀਵਰਸਲ ਅਰਥ, ਬੜੇ ਵੱਡੇ ਸਰਵ ਵਿਆਪੀ ਅਰਥ ਦਿੱਤੇ ਹਨ। ਇਹ ਸਾਰੇ ਵਧਾਈ ਦੇ ਪਾਤਰ ਹਨ। ਮੈਂ ਤਹਿ ਦਿਲੋਂ ਉਹਨਾਂ ਸਭ ਦਾ ਆਏ ਬਾਹਰੋਂ ਮਹਿਮਾਨਾਂ ਦਾ ਧੰਨਵਾਦ ਕਰਨੀ ਹਾਂ। ਪਰ ਇੱਕ ਸਾਡਾ ਅੱਜ ਦਾ ਜੋ ਸਮਾਂ ਚੱਲ ਰਿਹਾ ਹੈ, ਲਾਕਡਾਊਨ ਦਾ, ਆਫਲਾਈਨ ਆਨਲਾਈਨ ਅਸੀਂ ਇਹ ਸਾਰੇ ਸਮਾਗਮ ਕਰ ਰਹੇ ਹਾਂ। ਮੈਂ ਚਾਹਾਂਗੀ ਕਿ ਜਲਦੀ ਇਹ ਜਿਹੜਾ ਕੰਮ ਖਤਮ ਹੋਇਆ ਸੀ, ਆਨਲਾਈਨ ਆਫਲਾਈਨ ਆਪਣਾ ਕਰਕੇ ਰੂਬਰੂ ਹੋ ਕੇ ਕਾਲਜ ਦੇ ਵਿੱਚ ਸਾਰੇ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਸੱਦੀਏ ਤੇ ਉਹਨਾਂ ਦੇ ਸਾਹਮਣੇ ਬੈਠ ਕੇ ਅਸੀਂ ਗੱਲ ਕਰੀਏ, ਸਵਾਲ ਜਵਾਬ ਕਰੀਏ, ਉਹਨਾਂ ਨਾਲ ਇੱਕ ਲੰਬਾ ਸਮਾਂ ਬੈਠ ਕੇ ਚਾਹ ਪੀ ਕੇ ਅਸੀਂ ਗੁਜ਼ਾਰੀਏ ਤੇ ਉਹਨਾਂ ਦੇ ਵਿਚਾਰਾਂ ਨੂੰ ਹੋਰ ਅੱਛੀ ਤਰ੍ਹਾਂ ਸੁਣਨ ਦੀ ਕੋਸ਼ਿਸ਼ ਕਰੀਏ, ਸਮਝੀਏ ਅਤੇ ਕੋਟੀਏ। ਅਖੀਰ ਤੇ ਮੈਂ ਆਪਣੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ। ਉਹਨਾਂ ਤੋਂ ਬਗੈਰ ਇਹ ਵੈਬੀਨਾਰ, ਸੈਮੀਨਾਰ ਜਾਂ ਇਹ ਲੈਕਚਰ ਲੜੀ ਜਿਹੜੀ ਸੰਭਵ ਨਹੀਂ ਹੋ ਸਕਦੀ ਸੀ। ਪ੍ਰਿੰਸੀਪਲ ਕਿਉਂਕਿ ਆਪ ਪੰਜਾਬੀ ਨੂੰ ਪਿਆਰ ਕਰਦੇ ਹਨ, ਉਹਨਾਂ ਨੇ ਕਾਲਜ ਦੇ ਵਿੱਚ ਪੰਜਾਬੀ ਆਨਰਸ ਲਿਆਉਣ ਵਿੱਚ ਸਾਡਾ ਸਾਥ ਦਿੱਤਾ ਹੈ ਔਰ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਦੋਂ ਵੀ ਅਸੀਂ ਉਹਨਾਂ ਕੋਲ ਗਏ ਹਾਂ, ਉਹਨਾਂ ਨੇ ਤਹਿ ਦਿਲੋਂ ਆਪਣਾ ਕਿਸੇ ਕਿਸਮ ਦੀ ਵੀ ਕੋਈ ਸਮੱਸਿਆ ਆਈ ਹੈ, ਉਹਨਾਂ ਸਾਡੀ ਸਮੱਸਿਆ ਨੂੰ ਦੂਰ ਕੀਤਾ, ਭਾਵੇਂ ਉਹ ਆਰਥਿਕ ਰੂਪ ਵਿੱਚ ਹੋਏ, ਭਾਵੇਂ ਕਿਸੇ ਹੋਰ ਵੱਡੇ ਅਹੁਦੇ ਤੇ ਬੈਠੇ ਬੰਦੇ ਨਾਲ ਗੱਲ ਕਰਨੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਗੱਲ ਹੋਏ, ਉਹਨਾਂ ਨੇ ਸਾਡਾ ਸਾਥ ਦਿੱਤਾ ਹੈ। ਮੈਂ ਉਹਨਾਂ ਦੀ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹਨਾਂ ਤੋਂ ਬਿਨਾਂ ਇਹ ਸਭ ਸੰਭਵ ਨਹੀਂ ਸੀ। ਪੰਜਾਬੀ ਵਿਭਾਗ ਦੇ ਮੁਖੀ ਮਨਜੀਤ ਕੌਰ ਦੀ ਵਧਾਈ ਦੇ ਪਾਤਰ ਹਨ ਔਰ ਵਿਭਾਗ ਦੇ ਹੋਰ ਸਾਡੇ ਸਾਥੀ ਜਿਹੜੇ ਨੇ ਡਾਕਟਰ ਤਰਵਿੰਦਰ ਕੌਰ, ਡਾਕਟਰ ਦੀਪਕ ਕੁਮਾਰ, ਆਪਣਾ ਭੁਪਿੰਦਰ ਪਾਲ ਸਿੰਘ, ਇਹ ਸਭ ਦਾ ਮੈਂ ਧੰਨਵਾਦ ਕਰਦੀ ਹਾਂ। ਉਹਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਜੋ ਉਹਨਾਂ ਨੂੰ ਜ਼ਿੰਮੇਵਾਰੀਆਂ ਇਸ ਕੰਮ ਦੇ ਨੂੰ ਸਿਰੇ ਚੜਾਉਣ ਲਈ ਦਿੱਤੀਆਂ ਸਨ, ਉਹਨਾਂ ਨੇ ਬਖੂਬੀ ਪੂਰੀਆਂ ਕੀਤੀਆਂ। ਇੱਕ ਵਾਰੀ ਫੇਰ ਮੈਂ ਆਪ ਸਭ ਜੀ ਦਾ ਧੰਨਵਾਦ, ਥੈਂਕਸ, ਸਤਿ ਸ੍ਰੀ ਅਕਾਲ ਕਰਦੀ ਹਾਂ। ਹਾਂਜੀ, ਮਨਜੀਤ ਕੌਰ ਜੀ। ਹਾਂ, ਬਹੁਤ ਬਹੁਤ ਧੰਨਵਾਦ ਤਰਨ ਜੀ। ਇਸੀ ਸ਼ੁਭ ਇੱਛਾਵਾਂ, ਸ਼ੁਭ ਜਿਹੜੀਆਂ ਕਾਮਨਾਵਾਂ ਦੇ ਨਾਲ ਅਸੀਂ ਇਸ ਲੜੀ ਨੂੰ ਅਗਲੇ ਮਹੀਨੇ ਜਾਰੀ ਰੱਖਾਂਗੇ ਔਰ ਮੈਨੂੰ ਆਸ ਹੈ ਕਿ ਸਾਰੇ ਇਸੇ ਤਰ੍ਹਾਂ ਸਾਡਾ ਸਹਿਯੋਗ ਦਿੰਦੇ ਰਹਿਣ। ਮੈਂ ਸਭ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਔਰ ਖਾਸ ਕਰ ਆਪਣੇ ਪ੍ਰਿੰਸੀਪਲ ਡਾਕਟਰ JB ਸਿੰਘ ਜੀ ਦਾ ਵੀ ਧੰਨਵਾਦ ਕਰਦੀ ਹਾਂ, ਜਿਹੜੇ ਕਿ ਸਾਨੂੰ ਟਾਈਮ ਟੂ ਟਾਈਮ ਜਿਹੜਾ ਹਲੂਣਾ ਦਿੰਦੇ ਰਹਿੰਦੇ ਨੇ ਕੁਛ ਨਾ ਕੁਛ ਕਰਨ ਦਾ। ਬਹੁਤ ਬਹੁਤ ਸ਼ੁਕਰੀਆ ਸਾਰੇ ਵਿਦਵਾਨ ਚਿੰਤਕਾਂ ਦਾ, ਮੇਰੇ ਸਹਿਯੋਗੀਆਂ ਦਾ, ਬਾਹਰੋਂ ਆਏ ਮਹਿਮਾਨਾਂ ਦਾ, ਜਿਨ੍ਹਾਂ ਵਿੱਚ ਡਾਕਟਰ ਅਰਸ਼ੀ ਮੈਨੂੰ ਦੇਖ ਰਹੇ ਨੇ, ਉਹਨਾਂ ਦਾ ਵਿਸ਼ੇਸ਼ ਧੰਨਵਾਦ। ਡਾਕਟਰ ਹਰਬੰਸ ਸਿੰਘ ਜੀ ਦਿਖਾਈ ਦੇ ਰਹੇ ਨੇ ਖਾਲਸਾ ਕਾਲਜ ਤੋਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬਾਕੀ ਆਪਣੇ ਵਿਦਿਆਰਥੀਆਂ ਦਾ ਬਹੁਤ ਧੰਨਵਾਦ। ਮੈਨੂੰ ਆਸ ਹੈ ਕਿ ਉਹਨਾਂ ਨੇ ਅੱਜ ਦੇ ਸੈਮੀਨਾਰ ਵਿੱਚੋਂ ਕੁਛ ਨਾ ਕੁਛ ਜ਼ਰੂਰ ਗ੍ਰਹਿਣ ਕੀਤਾ ਹੋਏਗਾ। ਬਹੁਤ ਬਹੁਤ ਧੰਨਵਾਦ। ਧੰਨਵਾਦ ਸਾਰਿਆਂ ਦਾ। ਥੈਂਕ ਯੂ।